Thank you, Jesus. ਬਲ ਸ਼ੇਰ ਜਿਹਾ ਸਾਨੂੰ ਦੇਵੇ ਖੁਦਾ ਦਾ ਮਹਾਅਭਿਸ਼ੇਕ। ਬਲ ਸ਼ੇਰ ਜਿਹਾ ਸਾਨੂੰ ਦੇਵੇ ਖੁਦਾ ਦਾ ਮਹਾਅਭਿਸ਼ੇਕ। ਕੰਮ ਕਰਦਾ ਬੜੇ ਹੀ ਅਨੋਖੇ ਮਹਾਸਾਮਰਥ ਦਾ ਪਰਦਾ ਰਵੇ। ਕੰਮ ਕਰਦਾ ਬੜੇ ਹੀ ਅਨੋਖੇ ਮਹਾਸਾਮਰਥ ਦਾ ਪਰਦਾ ਰਵੇ। ਸ਼ੇਰਾਂ ਜਿਹਾ ਬਲ ਦੇਵੇ ਸ਼ੇਰਾਂ ਜਿਹਾ ਬਲ। ਸ਼ੇਰਾਂ ਜਿਹਾ ਬਲ ਦੇਵੇ ਸ਼ੇਰਾਂ ਜਿਹਾ ਬਲ। ਉਹ ਸ਼ੇਰਾਂ ਜਿਹਾ ਬਲ ਦੇਵੇ ਸ਼ੇਰਾਂ ਜਿਹਾ ਬਲ। ਬਲ ਸ਼ੇਰ ਜਿਹਾ ਸਾਨੂੰ ਦੇਵੇ ਖੁਦਾ ਦਾ ਮਹਾਅਭਿਸ਼ੇਕ। ਬਲ ਸ਼ੇਰ ਜਿਹਾ ਸਾਨੂੰ ਦੇਵੇ ਖੁਦਾ ਦਾ ਮਹਾਅਭਿਸ਼ੇਕ। ਹਾਲੇਲੂਇਆ 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 ਹਾਲੇਲੂਇਆ। ਬਲ ਸ਼ੇਰ ਜਿਹਾ ਸਾਨੂੰ ਦੇਵੇ ਖੁਦਾ ਦਾ ਮਹਾਅਭਿਸ਼ੇਕ। ਬਲ ਸ਼ੇਰ ਜਿਹਾ ਸਾਨੂੰ ਦੇਵੇ ਖੁਦਾ ਦਾ ਮਹਾਅਭਿਸ਼ੇਕ। ਯਿਸੂ ਦੀ ਹਜ਼ੂਰੀ ਵਿੱਚ ਰੂਹ ਦੀ ਮਾਮੂਲੀਏ ਟੁੱਟਿਆਂ ਹੋਇਆਂ ਦੀ ਆਸ ਕਰਦਾ ਉਹ ਪੂਰੀਏ। ਯਿਸੂ ਦੀ ਹਜ਼ੂਰੀ ਵਿੱਚ ਰੂਹ ਦੀ ਮਾਮੂਲੀਏ ਟੁੱਟਿਆਂ ਹੋਇਆਂ ਦੀ ਆਸ ਕਰਦਾ ਉਹ ਪੂਰੀਏ। ਟੁੱਟਿਆਂ ਹੋਇਆਂ ਦੀ ਆਸ ਕਰਦਾ ਉਹ ਪੂਰੀਏ। ਸਾਰੇ ਬੰਧਨ ਸਾਰੇ ਬੰਧਨ ਉਹ ਸਾਰੇ ਬੰਧਨ ਤੋੜ ਜਲਾਵੇ ਖੁਦਾ ਦਾ ਮਹਾਅਭਿਸ਼ੇਕ। ਸਾਰੇ ਬੰਧਨ ਤੋੜ ਜਲਾਵੇ ਖੁਦਾ ਦਾ ਮਹਾਅਭਿਸ਼ੇਕ। ਸ਼ੇਰਾਂ ਜਿਹਾ ਬਲ ਦੇਵੇ ਸ਼ੇਰਾਂ ਜਿਹਾ ਬਲ। ਸ਼ੇਰਾਂ ਜਿਹਾ ਬਲ ਦੇਵੇ ਸ਼ੇਰਾਂ ਜਿਹਾ ਬਲ। ਬਲ ਸ਼ੇਰ ਜਿਹਾ ਸਾਨੂੰ ਦੇਵੇ ਖੁਦਾ ਦਾ ਮਹਾਅਭਿਸ਼ੇਕ। ਬਲ ਸ਼ੇਰ ਜਿਹਾ ਸਾਨੂੰ ਦੇਵੇ ਖੁਦਾ ਦਾ ਮਹਾਅਭਿਸ਼ੇਕ। ਹਾਲੇਲੂਇਆ 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 ਹਾਲੇਲੂਇਆ। ਬਲ ਸ਼ੇਰ ਜਿਹਾ ਸਾਨੂੰ ਦੇਵੇ ਖੁਦਾ ਦਾ ਮਹਾਅਭਿਸ਼ੇਕ। ਬਲ ਸ਼ੇਰ ਜਿਹਾ ਸਾਨੂੰ ਦੇਵੇ ਖੁਦਾ ਦਾ ਮਹਾਅਭਿਸ਼ੇਕ। ਪਾਕ ਰੂਹ ਦੇ ਜ਼ੋਰ ਨਾਲੇ ਅੱਜ ਪਰ ਜਾਵਾਂਗੇ ਹਾਲੇਲੂਇਆ ਹੋਸਨਾ ਦੇ ਨਾਰੇ ਅਸੀਂ ਲਾਵਾਂਗੇ। ਪਾਕ ਰੂਹ ਦੇ ਜ਼ੋਰ ਨਾਲੇ ਅੱਜ ਪਰ ਜਾਵਾਂਗੇ ਹਾਲੇਲੂਇਆ ਹੋਸਨਾ ਦੇ ਨਾਰੇ ਅਸੀਂ ਲਾਵਾਂਗੇ। ਹਾਲੇਲੂਇਆ ਹੋਸਨਾ ਦੇ ਨਾਰੇ ਅਸੀਂ ਲਾਵਾਂਗੇ। ਹਾਲੇਲੂਇਆ ਹੋਸਨਾ ਦੇ ਨਾਰੇ ਅਸੀਂ ਲਾਵਾਂਗੇ। ਸਾਨੂੰ ਸਦਾ ਦੀ ਜਿੱਤ ਹੈ ਦਿਲਾਵੇ। ਸਾਨੂੰ ਸਦਾ ਦੀ ਜਿੱਤ ਹੈ ਦਿਲਾਵੇ ਖੁਦਾ ਦਾ ਮਹਾਅਭਿਸ਼ੇਕ। ਸਾਨੂੰ ਸਦਾ ਦੀ ਜਿੱਤ ਹੈ ਦਿਲਾਵੇ ਖੁਦਾ ਦਾ ਮਹਾਅਭਿਸ਼ੇਕ। ਉਹ ਸ਼ੇਰਾਂ ਜਿਹਾ ਬਲ ਦੇਵੇ ਸ਼ੇਰਾਂ ਜਿਹਾ ਬਲ। ਸ਼ੇਰਾਂ ਜਿਹਾ ਬਲ ਦੇਵੇ ਸ਼ੇਰਾਂ ਜਿਹਾ ਬਲ। ਬਲ ਸ਼ੇਰ ਜਿਹਾ ਸਾਨੂੰ ਦੇਵੇ ਖੁਦਾ ਦਾ ਮਹਾਅਭਿਸ਼ੇਕ। ਬਲ ਸ਼ੇਰ ਜਿਹਾ ਸਾਨੂੰ ਦੇਵੇ ਖੁਦਾ ਦਾ ਮਹਾਅਭਿਸ਼ੇਕ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ
ਰੱਖ ਚ ਬਿਠਾਉਂਦਾ ਤੈਨੂੰ ਖਾਕ ਵਿੱਚ ਚੁੱਕ ਕੇ, ਰੱਖ ਚ ਬਿਠਾਉਂਦਾ ਤੈਨੂੰ ਖਾਕ ਵਿੱਚ ਚੁੱਕ ਕੇ, ਤੈਨੂੰ ਆਮ ਤੋਂ ਖਾਸ ਬਣਾਵੇ, ਤੈਨੂੰ ਆਮ ਤੋਂ ਖਾਸ ਬਣਾਵੇ, ਖੁਦਾ ਦਾ ਮਹਾ ਅਭਿਸ਼ੇਕ, ਤੈਨੂੰ ਆਮ ਤੋਂ ਖਾਸ ਬਣਾਵੇ, ਖੁਦਾ ਦਾ ਮਹਾ ਅਭਿਸ਼ੇਕ। ਸ਼ੇਰਾ ਜਿਹੜਾ ਬਲ ਦੇਵੇ, ਸ਼ੇਰਾ ਜਿਹੜਾ ਬਲ, ਉਹ ਸ਼ੇਰਾ ਜਿਹੜਾ ਬਲ ਦੇਵੇ, ਸ਼ੇਰਾ ਜਿਹੜਾ ਬਲ, ਬਲ ਸ਼ੇਰ ਜਿਹੜਾ ਸਾਨੂੰ ਦੇਵੇ, ਖੁਦਾ ਦਾ ਮਹਾ ਅਭਿਸ਼ੇਕ, ਬਲ ਸ਼ੇਰ ਜਿਹੜਾ ਸਾਨੂੰ ਦੇਵੇ, ਖੁਦਾ ਦਾ ਮਹਾ ਅਭਿਸ਼ੇਕ, ਬਲ ਸ਼ੇਰ ਜਿਹੜਾ ਸਾਨੂੰ ਦੇਵੇ, ਖੁਦਾ ਦਾ ਮਹਾ ਅਭਿਸ਼ੇਕ। ਹਾਲੇਲੂਇਆ 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 ਹਾਲੇਲੂਇਆ। ਬਲ ਸ਼ੇਰ ਜਿਹਾ ਸਾਨੂੰ ਦੇਵੇ, ਖੁਦਾ ਦਾ ਮਹਾ ਅਭਿਸ਼ੇਕ, ਬਲ ਸ਼ੇਰ ਜਿਹਾ ਸਾਨੂੰ ਦੇਵੇ, ਖੁਦਾ ਦਾ ਮਹਾ ਅਭਿਸ਼ੇਕ। ਇਕਜੁੱਟ ਹੋ ਕੇ ਜੇ ਤੂੰ ਬਚਨਾਂ ਨੂੰ ਮੰਨੇਗਾ, ਖਾਬ ਪੂਰੇ ਹੋਣੇ ਨਾਲੇ ਖੁਸ਼ੀਆਂ ਨਾ ਭਰੇਗਾ। ਇਕਜੁੱਟ ਹੋ ਕੇ ਜੇ ਤੂੰ ਬਚਨਾਂ ਨੂੰ ਮੰਨੇਗਾ, ਖਾਬ ਹੋਣੇ ਨਾਲੇ ਖੁਸ਼ੀਆਂ ਨਾ ਭਰੇਗਾ, ਖਾਬ ਹੋਣੇ ਨਾਲੇ ਖੁਸ਼ੀਆਂ ਨਾ ਭਰੇਗਾ। ਦੇਖੇ ਬਰਕਤ, ਦੇਖੇ ਬਰਕਤ ਭਰਦਾ ਜਾਵੇ, ਖੁਦਾ ਦਾ ਮਹਾ ਅਭਿਸ਼ੇਕ, ਦੇਖੇ ਬਰਕਤ ਭਰਦਾ ਜਾਵੇ, ਖੁਦਾ ਦਾ ਮਹਾ ਅਭਿਸ਼ੇਕ। ਉਹ ਸ਼ੇਰਾਂ ਜਿਹੜਾ ਬਲ ਦੇਵੇ, ਸ਼ੇਰਾਂ ਜਿਹੜਾ ਬਲ, ਉਹ ਸ਼ੇਰਾਂ ਜਿਹੜਾ ਬਲ ਦੇਵੇ, ਸ਼ੇਰਾਂ ਜਿਹੜਾ ਬਲ, ਬਲ ਸ਼ੇਰ ਜਿਹੜਾ ਸਾਨੂੰ ਦੇਵੇ, ਖੁਦਾ ਦਾ ਮਹਾ ਅਭਿਸ਼ੇਕ, ਬਲ ਸ਼ੇਰ ਜਿਹੜਾ ਸਾਨੂੰ ਦੇਵੇ, ਖੁਦਾ ਦਾ ਮਹਾ ਅਭਿਸ਼ੇਕ। ਹਾਲੇਲੂਇਆ 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 ਹਾਲੇਲੂਇਆ। ਬਲ ਸ਼ੇਰ ਜਿਹੜਾ ਸਾਨੂੰ ਦੇਵੇ, ਖੁਦਾ ਦਾ ਮਹਾ ਅਭਿਸ਼ੇਕ, ਬਲ ਸ਼ੇਰ ਜਿਹੜਾ ਸਾਨੂੰ ਦੇਵੇ, ਖੁਦਾ ਦਾ ਮਹਾ ਅਭਿਸ਼ੇਕ, ਬਲ ਸ਼ੇਰ ਜਿਹੜਾ ਸਾਨੂੰ ਦੇਵੇ, ਖੁਦਾ ਦਾ ਮਹਾ ਅਭਿਸ਼ੇਕ। ਹਾਲੇਲੂਇਆ 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 ਹਾਲੇਲੂਇਆ। ਬਲ ਸ਼ੇਰ ਜਿਹੜਾ ਸਾਨੂੰ ਦੇਵੇ, ਖੁਦਾ ਦਾ ਮਹਾ ਅਭਿਸ਼ੇਕ, ਬਲ ਸ਼ੇਰ ਜਿਹੜਾ ਸਾਨੂੰ ਦੇਵੇ, ਖੁਦਾ ਦਾ ਮਹਾ ਅਭਿਸ਼ੇਕ। ਤੈਨੂੰ ਆਮ ਤੋਂ ਖਾਸ ਬਣਾਵੇ, ਖੁਦਾ ਦਾ ਮਹਾ ਅਭਿਸ਼ੇਕ। ਹਾਲੇਲੂਇਆ 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 ਹਾਲੇਲੂਇਆ। Thank you, Jesus. Thank you. तेरा स्वागत है पाकरू, तेरा स्वागत है पाकरू, तेरा स्वागत है पाकरू, तेरा स्वागत है पाकरू। मैं तारा
पाकरू मेरी थाने अगुवाई, तेरे बिना मेरा कोई ना सहाई, तेरे बिना मेरा कोई ना सहाई, मेरी जान गाँदी अब्बा दी बजाई, मेरी जान गाँदी अब्बा दी बजाई। पाकरू 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 पाकरू, तेरा स्वागत है पाकरू, तेरा स्वागत है पाकरू, तेरा स्वागत है पाकरू, तेरा स्वागत है पाकरू। पाकरू मेरे अगे अगे चल, पाकरू मेरे अगे अगे चल, दे दे आत्मा दा यीशु नवा बल, दे दे आत्मा दा यीशु नवा बल, तेरे बिच मेरे नंगे पल पल, तेरे बिच मेरे नंगे पल पल, तेरे बचन यहोवा है अटल, तेरे बचन यहोवा है अटल। पाकरू 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 पाकरू, तेरा स्वागत है पाकरू, तेरा स्वागत है पाकरू, तेरा स्वागत है पाकरू, तेरा स्वागत है पाकरू। तेरे बिना है अधूरा मेरा मन, तेरे बिना है अधूरा मेरा मन, है पुकारता खुदाया तेरा जन, है पुकारता खुदाया तेरा जन, सारे रोशनी ना यीशु मेरा मन, सारे रोशनी ना यीशु मेरा मन, मैं मिला मां तेरे बचना ते कन, मैं मिला मां तेरे बचना ते कन। पाकरू 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 पाकरू, तेरा स्वागत है पाकरू, तेरा स्वागत है पाकरू, तेरा स्वागत है पाकरू, तेरा स्वागत है पाकरू। दिन रात कराए हो मैं दुआ, दिन रात कराए हो मैं दुआ, खोल बचना दे भेद तू खुदा, खोल बचना दे भेद तू खुदा, महाअभिषेक की अग बरसा, महाअभिषेक की अग बरसा, आज टूट जान बेड़िया खुदा, आज टूट जान बेड़िया खुदा। पाकरू 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 पाकरू, तेरा स्वागत है पाकरू, तेरा स्वागत है पाकरू, तेरा स्वागत है पाकरू, तेरा स्वागत है पाकरू। पाकरू 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 पाकरू, तेरा स्वागत है पाकरू,
स्वागत 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 पवित्र आत्मा दा स्वागत करो अपने घरां दे अंदर पवित्र आत्मा दा स्वागत करो अपने बच्चों दे अंदर पवित्र आत्मा दा स्वागत करो अपने परिवारां दे अंदर पवित्र आत्मा दा स्वागत करो अपने हर उस जन दे अंदर जेनु तुसी बदलना देखना चाहते हो पवित्र आत्मा दा स्वागत करो स्वागत करो स्वागत करो पवित्र आत्मा दा स्वागत करो अपनी सोचां दे अंदर पवित्र आत्मा दा स्वागत करो अपने हर एक ख्याल दे अंदर पवित्र आत्मा दा स्वागत करो अपने शब्दां दे अंदर पवित्र आत्मा दा स्वागत 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 अपने हर हालात दे अंदर पवित्र आत्मा दा स्वागत अपने बिजनेस दे अंदर अपने फाइनेंस दे अंदर अपने हर एक बोझ दे अंदर बीमारी दे अंदर लाचारी दे अंदर हर हिस्से दे अंदर पवित्र आत्मा दा स्वागत 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 करो पवित्र आत्मा दा स्वागत करो पूरे बल दे नाल पूरे जोर दे नाल पूरी ताकत दे नाल पवित्र आत्मा दा स्वागत करो स्वागत करो स्वागत करो स्वागत करो पवित्र आत्मा दा स्वागत करो अपने हर हिस्से दे अंदर पवित्र आत्मा दा स्वागत करो ओ हिस्से जो तुहानू खाली नजर आंदे आ ओ हिस्से जो अजे तक नहीं भरे उन्हां अंदर आओ आज पवित्र आत्मा दा स्वागत करो पवित्र आत्मा दा स्वागत करो अपने शरीरां दे अंदर पवित्र आत्मा दा स्वागत करो अपनी हड्डियां दे अंदर पवित्र आत्मा दा स्वागत करो अपने बच्चों दी आदतां दे अंदर पवित्र आत्मा दा स्वागत करो उन्हां दी सोचां दे अंदर उन्हां दे ख्यालां दे अंदर पवित्र आत्मा दा स्वागत करो ओ पवित्र आत्मा दा स्वागत 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 ओ ही पाक रूह जो पल दे विच सब कुछ बदल दिंदा है ओ पाक रूह जो खाली हिस्सा है ਉਹਨੂੰ ਭਰ ਦਿੰਦਾ ਆ ਉਹ ਪਾਕ रूह जो जन ਤੁਹਾਡੇ ਨਾਲ ਨਹੀਂ ਖੜਾ ਉਹਨੂੰ ਤੁਹਾਡੇ ਨਾਲ ਖੜਾ ਕਰ ਦਿੰਦਾ ਹੈ ਉਸ ਪਵਿੱਤਰ ਆਤਮਾ ਦਾ स्वागत करो स्वागत करो स्वागत करो ओ पवित्र आत्मा जो तुहाडे कमजोर शरीरां नू बल दे नाल भर दिंदा आ ओ पवित्र आत्मा जो तुहाडीआं सोचां दे विच भी हो के काम करदा आ ओ पवित्र आत्मा जो तुहानू अपने शब्दां दे नाल भर दिंदा आ ओ पवित्र आत्मा जो तुहाडे अंदर अंदर छुपे होए हर गुण नू जाहिर कर दिंदा आ ओ पवित्र आत्मा ओ जो तुसी कहते हो कि मैं कुछ नहीं कर सकता ओही पवित्र आत्मा दा अगर तुसी स्वागत करदे हो तो हानू सब कुछ करने वाला बना दिंदा है ओ पवित्र आत्मा दा स्वागत 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 पवित्र आत्मा दा स्वागत करो पूरे बल दे नाल पूरे जोर दे नाल ओही पाक रूह जो पूरी पृथ्वी नू चलांदा है ओ पिता ने ओनू अधिकार दे के भेजा है ओ पिता ने अपना आत्मा भेजा तुहाडे लई मेरे लई उस पवित्र आत्मा दा स्वागत करो ओही पवित्र आत्मा जो पूरी पृथ्वी नू चलांदा है ओही पवित्र आत्मा तुहाडे मेरे घरां नू तुहाडे मेरे बच्चों नू चलांदा है हर हालात दे उत्ते कब्जा करदा ओ पवित्र आत्मा दा स्वागत करो ओ जिथे जिथे तुसी कमजोर आज कहो उस पवित्र आत्मा नू कि पवित्र आत्मा मैं कमजोर हां मेरे च बल नहीं आ ओ पवित्र आत्मा तुहानू बल दे नाल भर देगा ओ आज जिथे शरीर दे विच बीमारी आ ता बोलो उस पवित्र आत्मा नू जो एक पल दे विच हर बीमारी दे बिस्तरे नू पलटा दिंदा है जो पलटा देगा उस पवित्र आत्मा नू बोलो बोलो उस पवित्र आत्मा दे अगे अपने शब्दां नू रखिए यही ओ पाक रूह जो सब हिस्से बदल दिंदा है यही ओ पाक रूह जो सारे हालातां नू बदल दिंदा है यही ओ पाक रूह जो तुहाडे फेलियर नू बदल दिंदा है जो उस पवित्र आत्मा दा स्वागत करो स्वागत करो स्वागत करो दसो उस पवित्र आत्मा नू कि मैनू फेलियर वाला हिस्सा नहीं चाहिए मेरे परमेश्वर दसो उस पवित्र आत्मा नू कि मैनू मेरे बच्चों दे विच फेलियर नहीं चाहिए मेरे परमेश्वर दसो उस पवित्र आत्मा नू कि मैनू मेरे शरीर दे विच बीमारी नहीं चाहिए मेरे परमेश्वर दसो उस पवित्र आत्मा नू कि मेरे शरीर दे अंग मैनू खराब नहीं चाहिए पवित्र आत्मा जी आज हर हिस्से में बदल मेरे परमेश्वर ओ पवित्र आत्मा जी दसो मैं तेरा स्वागत करदा मेरे परमेश्वर दसो उस पवित्र आत्मा नू कि मैं अपने हर हिस्से दे अंदर तुहाडा स्वागत करदा मेरे परमेश्वर मैं अपनी हड्डियां दे अंदर तुहाडा स्वागत करदा हां मैं अपने बच्चों दे अंदर तुहाडा स्वागत करदा हां मैं अपने हर ऑर्गन जो खराब हो दे अंदर तुहाडा स्वागत करदा मेरे परमेश्वर आज उस पवित्र आत्मा दे अगे अपने शब्दां नू रखिए बोलिए उस पवित्र आत्मा नू ओ पवित्र आत्मा जो पल दे विच तख्तियां पलट दिंदा है ओ पलट जाएगा ओ पवित्र आत्मा जो सब कुछ बदल दिंदा ओ बदल जाएगा ओ पवित्र आत्मा जे तुहाडे लई मेरे लई भेजिया गया ओ
अधिकार दे के भेजिया कि जाओ उस पृथ्वी दे उत्ते ओ इंसान जिदा दा मैनू चाहिदा उदा दा बना दो तो ओ पाक रूह अज तुहाडे लई मेरे लई भेजिया गया आ ताकि असीं उस तरह दे बन जाइए जिदा पिता सानू बनाना चाहता है ताकि असीं उस तरह दे बन जाइए जो साडे अंदर ओ पाना चाहता ओ पा देवे ओ पवित्र आत्मा नू बोलो बोलो पवित्र आत्मा नू कहो पवित्र आत्मा जी मैं तुहाडा स्वागत करदा मेरे परमेश्वर मेरे उत्ते तुहाडा अधिकार मेरे परमेश्वर मेरे घर दे उत्ते मेरे परिवार दे उत्ते तेरा अधिकार है मेरे परमेश्वर मैनू ओदा दा बना मेरे परमेश्वर जिदा दा बनाना चाहता मेरे परमेश्वर मैनू ओदा दा बना मेरे परमेश्वर मेरे घर नू मेरे परिवार नू मेरे बच्चों नू बना मेरे परमेश्वर आज बोलियो उस परमेश्वर नू आज बोलियो उस पवित्र आत्मा नू के पवित्र आत्मा जी मैं अपने हर हिस्से दे अंदर तेरा स्वागत करदा मेरे परमेश्वर मैं अपने हर हिस्से दे अंदर तुहाडा स्वागत करदा मेरे परमेश्वर ओ पवित्र आत्मा जो तुहाडे प्रभाव नू चेंज कर दिंदा आ ओ तुहानू देखण योग बना दिंदा आ ओ तुहाडे गुणां नू जाहिर कर दिंदा आ ओ तुहाडे छुपे होए गुण ओ तुहाडे छुपे होए गुणां नू जाहिर कर दिंदा ओ जाहिर करन वाला परमेश्वर आज बोलियो उस परमेश्वर नू के पवित्र आत्मा जी मेरे अंदर जो जो छिपे है उन्हें जाहिर कर मेरे परमेश्वर मेरे गुणां नू जाहिर कर मेरे परमेश्वर मेरी रीच उथे तक कर मेरे परमेश्वर ताकि लोग देखन मेरे परमेश्वर मेरी पहुंच नू उथे तक कर मेरे परमेश्वर पवित्र आत्मा जी मेरे शब्दां दे अंदर ओ सामर्थ पा मेरे परमेश्वर मेरे अंदर ओ सामर्थ पा मेरे परमेश्वर अपना बल पा अपना जोर पा मेरे परमेश्वर पवित्र आत्मा जी मैं अपने हर हिस्से दे अंदर तुहाडा स्वागत करदा मेरे परमेश्वर मैं अपने हर हिस्से दे अंदर तुहाडा स्वागत करदा मेरे परमेश्वर आज बोलियो उस परमेश्वर नू आज बोलिए स्वागत करिए उस पाक रूह दा स्वागत करिए उस पाक रूह दा पवित्र आत्मा दा पूरे बल दे नाल स्वागत करो पूरे बल दे नाल स्वागत करो ओ पवित्र आत्मा जो अपने अपने नबियां दे शब्दां दे राही बोल दिंदा है और जो बोल दिंदा है वो कर दिंदा मेरे परमेश्वर वो कर दिंदा है मेरा परमेश्वर आज बेहतर हम तो तुहाडे लई मेरे लई शब्द आया उन्हां शब्दां दे उत्ते कंन लाओ उन्हां शब्दां दे अंदर स्वागत करो आज बेहतर हम दे वल्लों आज बेहतर हम दे विचों तुहाडे लई मेरे लई शब्द आया कि 2026 साल तुहाडे हर हिस्से नू मजबूत करन दे लई आया 2026 साल तुहानू तुहाडी हर बरकत दे नाल करन दे लई आया तुहाडे कमजोर शरीरां नू शेर वर्गा बल देण दे लई आया तुहाडे हर अधूरे हिस्से नू पूरा करन दे लई आया तुहाडे घरां नू परिवार विच जोड़े कमान करन दे लई आया ओ बैतलहम दे शब्दां दे अंदर बैतलहम दे शब्दां दे अंदर ओ पवित्र आत्मा दा स्वागत करो ओ पवित्र आत्मा दा स्वागत करो उन्हां शब्दां दे अंदर उन्हां शब्दां दे कान लगाओ ताकि परमेश्वर कर सके जो करना चाहता है ताकि परमेश्वर कर सके जो तुहाडे मेरे जीवन दे विच करना चाहता है उन्हां शब्दां नू पढ़ो उन्हां शब्दां दे उत्ते चलो उन्हां शब्दां नू ओदी पकड़ नी मजबूत कर लो ओ पवित्र आत्मा दे स्वागत दे नाल उन्हां शब्दां नू कर दो पवित्र आत्मा दे स्वागत दे नाल उन्हां शब्दां नू कर दो के 2026 साल मेरे परमेश्वर बोलो उस पवित्र आत्मा नू दसो उस पवित्र आत्मा नू ओदे अगे शब्दां नू रखो के पवित्र आत्मा जी मैं साल दे अंदर तुहाडा स्वागत करदा मेरे परमेश्वर मैं 2026 दे विच तुहाडा स्वागत करदा मेरे परमेश्वर मैं बैतलहम दे शब्दां दे विच तुहाडा स्वागत करदा मेरे परमेश्वर मैं एक शब्द दे अंदर तुहाडा स्वागत करदा मेरे परमेश्वर मैं इन्हां शब्दां नू अपने घरां दे अंदर लैंदा मेरे परमेश्वर मैं इन्हां शब्दां नू अपने बच्चों दे अंदर लैंदा मेरे परमेश्वर मैं इन्हां शब्दां नू अपने परिवारां दे अंदर लैंदा मेरे परमेश्वर बोलो उस पवित्र आत्मा नू कहो उस पवित्र आत्मा नू कहो उस पवित्र आत्मा नू ओ 2026 साल जो तुहाडे मेरे लिए पिता ने तुहाडे लिए मेरे लिए भेजिया ओ इसे साल दे विच तुहाडा हर हिस्सा मजबूत करने वाला परमेश्वर ओ जो जो शब्द दिते गए उन्हां शब्दां दे अंदर पवित्र आत्मा दा स्वागत करो पवित्र आत्मा दा बोलो उस पवित्र आत्मा नू के पवित्र आत्मा जी ए साल मेरी जित दा साल आ बोलो उस पवित्र आत्मा नू के पवित्र आत्मा जी ए मेरे परिवार दी जित दा साल आ बोलो उस पवित्र आत्मा नू के पवित्र आत्मा जी ओ
मेरे शरीर के अंदर अपने शेरा जा बल पा मेरे परमेश्वर। बोलो इस पवित्र आत्मा नू के साल मेरा ऐतिहासिक साल आ। बोलो इस पवित्र आत्मा नू, कहो इस पवित्र आत्मा नू के पवित्र आत्मा जी मैं एक एक शब्द के अंदर तुहाडा स्वागत करदा मेरे परमेश्वर। ये सारे शब्द मेरे घर च मेरे परिवार च पूरे कर मेरे परमेश्वर। इन्हां शब्दां दे उत्ते अपनी स्टैंप लगा मेरे परमेश्वर। पवित्र आत्मा जी इन्हां शब्दां दे अंदर आ मेरे परमेश्वर। इन्हां शब्दां दे अंदर आ मेरे परमेश्वर। इन्हां शब्दां दे अंदर आ मेरे परमेश्वर। ओ शब्द मेरे घर च मेरे परिवार च मेरे बच्चों च पूरे होण मेरे परमेश्वर। ओ जिथे जिथे अधूरा मेरे परमेश्वर ओ हटे मेरे परमेश्वर। ओ जिथे जिथे फेलियर ओ हटे मेरे परमेश्वर। इस साल मेरी जित दा साल है मेरे परमेश्वर। इस साल मेरे परिवार की जित दा साल है मेरे परमेश्वर। ओ जिथे जिथे दुष्ट अपने पैर फैला के बैठा मेरे परमेश्वर आज ओनू हला मेरे परमेश्वर। ओनू हटा मेरे परमेश्वर। आज हर अधूरे हिस्से नू हटा मेरे परमेश्वर। इसे साल दे विच हटा मेरे परमेश्वर। इन्हां शब्दां दे उत्ते अपनी स्टैंप लगा मेरे परमेश्वर। क्योंकि तुसी ओ परमेश्वर हो मेरे खुदा जो नवियां दे शब्दां नू पूरा कर दिओ मेरे परमेश्वर। तुसी अज तक कीता मेरे परमेश्वर। आज मेरे नबी दे शब्दां नू मेरे जीवन च पूरा कर मेरे परमेश्वर। आज मेरे नबी दे शब्दां नू मेरे जीवन च पूरा कर मेरे परमेश्वर। पवित्र आत्मा जी मैं उन्हां शब्दां दे अंदर तुहाडा स्वागत करदा मेरे परमेश्वर। मैं उन्हां शब्दां दे अंदर तुहाडा स्वागत करदा मेरे परमेश्वर। मैं एक एक शब्द दे अंदर तुहाडा स्वागत करदा मेरे परमेश्वर। ओ मेरे खुदा जिस तरह बैतल हम छोटा सी मेरे परमेश्वर पर तुहाडे कदम ने उन्हें बड़ा कर दिता मेरे परमेश्वर। आज मेरे नबी दे जुबान चों निकलिया एक एक शब्द मेरे हर हिस्से नू बड़ा करे मेरे परमेश्वर। मेरे घर नू मेरे बिजनेस नू मेरे फाइनेंस नू मेरे परिवार नू मेरे बच्चों नू बड़ा करे मेरे परमेश्वर। ओ जो शब्द बैतल हम तो आया मेरे परमेश्वर मैं उन्हां शब्दां दे अंदर तुहाडा स्वागत करदी हां मेरे परमेश्वर। मैं उन्हां शब्दां दे अंदर तुहाडा स्वागत करदी हां मेरे परमेश्वर। मैं उन्हां शब्दां दे अंदर तुहाडा स्वागत करदी हां पवित्र आत्मा जी। मैं उन्हां शब्दां दे अंदर तुहाडा स्वागत करदी हां पवित्र आत्मा जी। मैं उन्हां शब्दां दे अंदर तुहाडा स्वागत करदी हां मेरे परमेश्वर। ओ बैतलहम दे विचों आए एक एक शब्द दा मैं ऑनर करदी हां मेरे परमेश्वर। मैं एक एक शब्द दा ऑनर करदी हां मेरे परमेश्वर। मैं एक एक शब्द दा ऑनर करदी हां मेरे परमेश्वर। ओ शब्द मेरे परिवार च पूरे होण मेरे परमेश्वर। ओ शब्द मेरे एक एक जन दे अंदर पूरे होण मेरे परमेश्वर। ओ शब्द मेरे भवन च मेरे चर्च मेरी कलीसिया मेरे बिजनेस मेरे फाइनेंस मेरे बच्चों च हर एक हिस्से दे विच पूरे होण मेरे परमेश्वर। आज उन्हां शब्दां दे अंदर मैं तुहाडा स्वागत करदी हां पवित्र आत्मा जी। आज मैं उन्हां शब्दां दे अंदर तुहाडा स्वागत कर दिया मेरे परमेश्वर। ओ शब्द तुहानू स्वर्गी सेना बनाने दे लई आया। ओ शब्द तुहानू स्वर्गी सेना बनाने दे लई आया। ओ परमेश्वर जो सब कुछ बना के तुहाडे अगे खड़ा कर दिंदा ओ कर देगा। ओ परमेश्वर जो सब कुछ बदल के तुहाडे अगे खड़ा कर दिंदा है ओ कर देगा। ओ बदलण वाला परमेश्वर आ। ओ बदलण वाला परमेश्वर ने क्या जो 50 साल दे विच नहीं बदलिया ओ इस साल दे विच बदलेगा। जो हजारा साल नहीं बदलिया ओ इस साल दे विच बदलेगा। जो 2025 च नहीं बदलिया ओ 2026 च बदलेगा। आज उन्हां शब्दां दे अंदर स्वागत करो। आज उन्हां शब्दां दे अंदर स्वागत करो। पवित्र आत्मा दा स्वागत करो स्वागत करो स्वागत करो। पूरे बल दे नाल पूरे जोर दे नाल पूरी ताकत दे नाल पवित्र आत्मा दा स्वागत करो। पवित्र आत्मा जी दा स्वागत करो। बोलो इस पवित्र आत्मा नू कि मेरे शब्दां दे उत्ते काम कर मेरे परमेश्वर। ओ पवित्र आत्मा जो अज तक उन्हां नबियां दे शब्दां नू नहीं भुलिया ओ तुहाडे शब्दां नू भी नहीं भुलेगा। ओ पवित्र आत्मा दा स्वागत करो। ओ तुहाडे एक एक शब्द दे उत्ते काम कर देगा। ओ उन्हां शब्दां नू पूरा कर देगा। ओ करन वाला परमेश्वर ओ बदलण वाला परमेश्वर ओ बदल देगा बदल देगा बदल देगा। उन्हें वादा कीता है कि मैं 2026 दे विच सब कुछ बदल देवांगा। ओ मैं 2026 च सब कुछ बदल देवांगा। ओ इस साल मेरी जित दा साल आ। इस साल मेरी जित दा साल आ। इस साल दे अंदर मैं तुहाडा स्वागत करदी हां मेरे परमेश्वर। ओ एक एक शब्द दे अंदर मैं
ਤੁਹਾਡਾ ਸਵਾਗਤ ਕਰਦੀ ਹਾਂ ਮੇਰੇ ਪਰਮੇਸ਼ਰ। ਇੱਕ ਸ਼ਬਦ ਦੇ ਅੰਦਰ ਮੈਂ ਤੁਹਾਨੂੰ ਆਨਰ ਦਿੰਦੀ ਹਾਂ ਮੇਰੇ ਪਰਮੇਸ਼ਰ। ਮੈਂ ਇਹਨਾਂ ਸ਼ਬਦਾਂ ਦੇ ਅੰਦਰ ਤੁਹਾਨੂੰ ਆਨਰ ਦਿੰਦੀ ਹਾਂ ਮੇਰੇ ਪਰਮੇਸ਼ਰ। ਮੈਂ ਇਹਨਾਂ ਸ਼ਬਦਾਂ ਦਾ ਆਨਰ ਕਰਦੀ ਹਾਂ ਮੇਰੇ ਪਰਮੇਸ਼ਰ। ਉਹ ਜੋ ਸ਼ਬਦ ਤੁਸੀਂ ਸਵਰਗ ਤੋਂ ਭੇਜਿਆ ਮੇਰੇ ਪਰਮੇਸ਼ਰ, ਉਹਨਾਂ ਸ਼ਬਦਾਂ ਦੇ ਅੰਦਰ ਮੈਂ ਤੁਹਾਡਾ ਆਨਰ ਕਰਦੀ ਹਾਂ ਮੇਰੇ ਪਰਮੇਸ਼ਰ। ਮੈਂ ਤੁਹਾਨੂੰ ਮਹਿਮਾ ਦਿੰਦੀ ਹਾਂ ਮੇਰੇ ਪਰਮੇਸ਼ਰ। ਅੱਜ ਤੁਹਾਡਾ ਵਾਸ ਮੇਰੇ ਪਰਮੇਸ਼ਰ, ਅੱਜ ਤੁਹਾਡਾ ਦਖਲ ਮੇਰੇ ਪਰਮੇਸ਼ਰ, ਅੱਜ ਤੁਹਾਡਾ ਦਖਲ ਮੇਰੇ ਪਰਮੇਸ਼ਰ। ਮੇਰੇ ਚਰਚ, ਮੇਰੀ ਭਵਨ ਚ, ਮੇਰੀ ਕਲੀਸਿਆ ਚ, ਮੇਰੇ ਬੱਚਿਆਂ ਚ, ਮੇਰੇ ਪਰਿਵਾਰਾਂ ਦੇ ਵਿੱਚ, ਮੇਰੇ ਇੱਕ ਜਨ ਦੇ ਅੰਦਰ ਤੁਹਾਡਾ ਦਖਲ ਹੋ ਜਾਏ ਮੇਰੇ ਪਰਮੇਸ਼ਰ। ਉਹ ਜੋ ਹਿੱਸੇ ਅੱਜ ਤੱਕ ਨਹੀਂ ਬਦਲੇ ਮੇਰੇ ਪਰਮੇਸ਼ਰ, ਉਹਨੂੰ ਬਦਲ ਮੇਰੇ ਪਰਮੇਸ਼ਰ। ਉਹ ਜੋ ਬਿਮਾਰੀ ਅੱਜ ਤੱਕ ਨਹੀਂ ਹਟੀ ਮੇਰੇ ਪਰਮੇਸ਼ਰ, ਨੂੰ ਹਟਾ ਮੇਰੇ ਪਰਮੇਸ਼ਰ। ਉਹ ਜੋ ਦੁਸ਼ਟ ਦਾ ਪ੍ਰਭਾਵ ਅੱਜ ਤੱਕ ਨਹੀਂ ਹਟਿਆ ਮੇਰੇ ਪਰਮੇਸ਼ਰ, ਉਹਨੂੰ ਹਟਾ ਮੇਰੇ ਪਰਮੇਸ਼ਰ, ਉਹਨੂੰ ਹਟਾ ਮੇਰੇ ਪਰਮੇਸ਼ਰ। ਉਹ ਹਰ ਹਿੱਸਾ ਬਦਲ ਮੇਰੇ ਪਰਮੇਸ਼ਰ, ਉਹ ਹਰ ਹਿੱਸਾ ਬਦਲ ਮੇਰੇ ਪਰਮੇਸ਼ਰ। ਇਸੇ ਵਕਤ ਬਦਲ ਮੇਰੇ ਪਰਮੇਸ਼ਰ। ਅੱਜ ਮੇਰੇ ਪਰਿਵਾਰਾਂ ਦੇ ਅੰਦਰ ਦਖਲ ਦੇ ਮੇਰੇ ਪਰਮੇਸ਼ਰ। ਅੱਜ ਮੇਰੇ ਬੱਚਿਆਂ ਦੇ ਅੰਦਰ ਦਖਲ ਦੇ ਮੇਰੇ ਪਰਮੇਸ਼ਰ। ਅੱਜ ਮੇਰੇ ਪਤੀ ਦੇ ਅੰਦਰ, ਮੇਰੇ ਬਿਜ਼ਨਸ ਦੇ ਅੰਦਰ, ਮੇਰੇ ਫਾਈਨੈਂਸ ਦੇ ਅੰਦਰ ਦਖਲ ਦੇ ਮੇਰੇ ਪਰਮੇਸ਼ਰ। ਅੱਜ ਦਖਲ ਦੇ ਮੇਰੇ ਪਰਮੇਸ਼ਰ। ਤੁਸੀਂ ਕਿਹਾ ਮੈਂ ਦਖਲ ਦੇਵਾਂਗਾ ਤਾਂ ਸਭ ਕੁਝ ਬਦਲ ਜਾਏਗਾ। ਤੁਸੀਂ ਕਿਹਾ तो दखल देवांगा तो सब कुछ बदल देगा। ओ आज बदल दे मेरे परमेश्वर, आज बदल दे मेरे परमेश्वर। ओ जिथे जिथे मेरे परमेश्वर, ओ बदल दे मेरे परमेश्वर। ओ जिथे जिथे दुष्ट का प्रभाव है मेरे परमेश्वर, ओ बदल दे मेरे परमेश्वर। आज जिथे जिथे बीमारियां मेरे परमेश्वर, ओ बदल दे मेरे परमेश्वर। ओ जिथे फेलियर की घटी जिंदा मेरे परमेश्वर, ओ बदल दे मेरे परमेश्वर। जिथे कोई भी कमजोर हिस्सा मेरे परमेश्वर, आज उन्हें बदल दे मेरे परमेश्वर। आज हर प्रभाव बदल दे मेरे परमेश्वर, आज हर प्रभाव बदल दे मेरे परमेश्वर। ऐसे वक्त बदल मेरे परमेश्वर, ऐसे वक्त बदल मेरे परमेश्वर। ओ मेरे खुदा, ओ बैतलहम के शब्दां दे उत्ते कान लगाइए मेरे परमेश्वर। ओ ना शब्दां नूं अपने कन्नां दे नाल सुनिए मेरे परमेश्वर। ओ शब्द साडे कन्नां च पा मेरे परमेश्वर, ओ कन्नां च पा मेरे परमेश्वर, ताकि अंदरों बाहर ना निकलन मेरे परमेश्वर। उन्हां शब्दां नूं मजबूती नाल पकड़ लईए मेरे परमेश्वर और डट जाइए मेरे परमेश्वर। ना शब्दां दे उत्ते अपनी मोहर लगाओ मेरे परमेश्वर, लगाओ मेरे परमेश्वर। पवित्र आत्मा जी, मैं तुहाडा स्वागत करदी हां मेरे परमेश्वर, मैं तुहाडा स्वागत करदी हां मेरे परमेश्वर। उस एक शब्द दे अंदर मेरे परमेश्वर, मैं तुहाडा स्वागत करदी हां मेरे परमेश्वर, मैं तुहाडा स्वागत करदी हां मेरे परमेश्वर। मैं अपने परिवारां दे एक जन नूं लेके मेरे परमेश्वर तेरे सिंहासन दे अगे आंदी हां मेरे परमेश्वर। मैं तुहाडे सिंहासन दे अगे आंदी हां मेरे परमेश्वर। ओ सिंहासन मेरे परमेश्वर, जिहदे उत्ते तुसीं विराजमान हो मेरे परमेश्वर, जिहदे उत्ते बैठ के तुसीं पाक रूह भेजिया मेरे परमेश्वर। कि जाओ जिथे जिथे इंसान अधूरा है उन्हें पूरा कर दो। जाओ जिथे जिथे वो फेलियर च फंसिया है उन्हें हटा दो। जाओ जो हिस्से कमजोर है उन्हें बल दे नाल भर दो। जाओ जिथे मेरे परिवार अधूरे या टूटे हो या बीमारी या लाचारी दा उन्हें हटा दो मेरे परमेश्वर। ओ तुसी उस पाक रूह नूं भेजिया मेरे परमेश्वर, तुसी उस पाक रूह नूं भेजिया मेरे परमेश्वर, ताकि हर हिस्सा हट जाए मेरे परमेश्वर, ताकि हर हिस्सा हट जाए मेरे परमेश्वर। ओ मेरे खुदा, मैं उससे सिंहासन दे अगे अज खड़ी हां मेरे परमेश्वर। मैं अपने शब्दां नूं लेके खड़ी हां मेरे परमेश्वर। मैं अपने काम नूं लेके खड़ी हां मेरे परमेश्वर। मैं अपने परिवार नूं लेके खड़ी हां, अपनी चर्च नूं, अपनी कलीसिया नूं, अपनी मिनिस्ट्री नूं लेके खड़ी हां मेरे परमेश्वर। अपने बिजनेस नूं, अपने फाइनेंस नूं आज मैं लेके खड़ी हां मेरे परमेश्वर। ओ मेरे खुदा, निगाह कर मेरे परमेश्वर, निगाह कर मेरे परमेश्वर। ओ पवित्र आत्मा जी, आज निगाह कर मेरे परमेश्वर। आज हर हिस्सा बदल मेरे परमेश्वर, आज हर हिस्सा बदल दे मेरे परमेश्वर, बदल दे, बदल दे, बदल दे मेरे परमेश्वर। मैं तुहाडे सिंहासन दे अगे आंदी हां मेरे परमेश्वर, मैं तुहाडे सिंहासन दे अगे आंदी हां मेरे परमेश्वर, मैं तुहाडे सिंहासन दे अगे आंदी हां मेरे परमेश्वर। मैं अपने सिर नूं झुकांदी हां मेरे परमेश्वर। मैं तुहानू ऑनर दिंदी हां मेरे परमेश्वर, मैं तुहानू ऑनर दिंदी हां मेरे परमेश्वर। मैं तुहाडे सिंहासन दे अगे आके झुक जांदी हां मेरे परमेश्वर। मैं एक एक जन लेके झुक जांदी
आत्मा जी अज अपनी वड्डी दया मेरे परमेश्वर अज अपने उन्हां शब्दां दे नाल करो मेरे परमेश्वर उस ग्रेस दे नाल मेरे परमेश्वर उस वादे दे नाल मेरे परमेश्वर जो तुसीं साडे नाल कीता मेरे परमेश्वर पवित्र आत्मा जी तुसीं मेरे सहायक हो मेरे परमेश्वर तुसीं मेरे वकील हो मेरे जज हो मेरे परमेश्वर आज हर हिस्सा बदल मेरे परमेश्वर आज हर हिस्सा बदल मेरे परमेश्वर पवित्र आत्मा जी आज बदल मेरे परमेश्वर मैं तुहाडा धन्नवाद तुहाडा शुक्र करदी हां मेरे नंगे पल पल मैं तुहाडा स्वागत करदी हां मेरे परमेश्वर मैं तुहाडा स्वागत करदी हां मेरे परमेश्वर पूरे बल दे नाल मेरे परमेश्वर मैं तुहाडा स्वागत करदी हां मेरे परमेश्वर पूरे जोर दे नाल पूरी ताकत दे नाल मेरे परमेश्वर मैं तुहाडा स्वागत करदी हां पवित्र आत्मा जी मैं तुहाडा स्वागत करदी हां मेरे परमेश्वर हालेलुया 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 तेरा स्वागत है पाकरो तेरा स्वागत है पाकरो तेरा स्वागत है पाकरो 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 तेरा स्वागत है पाकरो तेरा स्वागत है पाकरो तेरा स्वागत है पाकरो तेरा स्वागत है पाकरो हालेलुया जीसस हालेलुया Thank you, Jesus. परमेश्वर पवित्र आत्मा जी तुहाडा स्वागत है मेरे परमेश्वर तुहाडा स्वागत थैंक यू जीसस Hallelujah. Thank you, Jesus. थैंक यू जीसस मेरे परमेश्वर थैंक यू जीसस हालेलुया 2026 मेरे परिवार ਦੀ ਜਿੱਤ ਦਾ ਸਾਲ ਆ ਇਹ ਸ਼ਬਦ ਮੇਰੇ ਨਬੀ ਨੇ ਮੈਨੂੰ ਦਿੱਤੇ ਆ ਹਾਲੇਲੂਇਆ Yes. ਥੈਂਕ ਯੂ ਜੀਸਸ ਔਰ ਇਸੇ ਸਾਲ ਦੇ ਵਿੱਚ ਇਹ ਸਾਰੇ ਸ਼ਬਦ ਜੋ ਅੱਜ ਨਬੀ ਦੇ ਰਾਹੀਂ ਦਿੱਤੇ ਗਏ ਆ ਉਹ ਹਰ ਇੱਕ ਦੇ ਘਰ ਦੇ ਵਿੱਚ ਪੂਰੇ ਹੋਣਗੇ Yes. ਹਾਲੇਲੂਇਆ ਥੈਂਕ ਯੂ ਜੀਸਸ ਕਿਉਂਕਿ ਪਰਮੇਸ਼ਰ 2026 ਜਿਹੜਾ ਹੈ ਉਹ ਨਬੀਆਂ ਦੇ ਸ਼ਬਦਾਂ ਨੂੰ ਪੂਰਾ ਕਰਨ ਦਾ ਸਾਲ ਆ Oh, Jesus. ਔਰ ਇਹ ਸ਼ਬਦ ਜੋ ਸਾਨੂੰ ਲਿਖਤ ਦੇ ਵਿੱਚ ਮਿਲੇ ਆ ਔਰ ਜੋ ਸਾਡੇ ਨਬੀ ਨੇ ਦਿੱਤੇ ਆ ਉਹ ਹਰ ਇੱਕ ਦੇ ਜੀਵਨ ਦੇ ਵਿੱਚ ਪੂਰੇ ਹੋ ਕੇ ਰਹਿਣਗੇ ਕਿਉਂਕਿ ਜਦ ਨਬੀ ਨੇ ਬੋਲਿਆ ਆ ਪਰਮੇਸ਼ਰ ਨੇ ਉਹ ਪੂਰਾ ਕੀਤਾ ਹੈ ਅਸੀਂ ਪਿਛਲੇ ਕਈ ਹਫ਼ਤਿਆਂ ਤੋਂ ਪੜ੍ਹਦੇ ਆ ਰਹੇ ਹਾਂ ਕਿ ਜੋ ਸ਼ਬਦ ਜਦ ਨਬੀ ਨੇ ਬੋਲਿਆ ਉਹ ਪਰਮੇਸ਼ਰ ਨੇ ਪੂਰਾ ਕੀਤਾ ਅਸੀਂ 3 ਤੋਂ 4 ਨਬੀਆਂ ਨੂੰ ਪੜ੍ਹ ਚੁੱਕੇ ਹਾਂ ਔਰ ਹਰ ਇੱਕ ਨਬੀ ਦੇ ਸ਼ਬਦ ਪਰਮੇਸ਼ਰ ਨੇ ਪੂਰੇ ਕੀਤੇ ਚਾਹੇ ਉਹ 1000 ਸਾਲ ਬਾਅਦ ਬੋਲੇ ਗਏ ਹੋਣ ਚਾਹੇ ਉਹ 200 ਸਾਲ ਪਹਿਲਾਂ ਬੋਲੇ ਗਏ ਹੋਣ ਚਾਹੇ ਉਹ 700 ਸਾਲ ਚਾਹੇ 1000 ਸਾਲ ਪਹਿਲਾਂ ਚਾਹੇ 7000 ਸਾਲ ਪਹਿਲਾਂ ਵੀ ਕਿਉਂ ਨਾ ਬੋਲੇ ਗਏ ਹੋਣ ਉਹ ਵੀ ਪਰਮੇਸ਼ਰ ਨੇ ਪੂਰੇ ਕਰਕੇ ਤੁਹਾਡੇ ਮੇਰੇ ਅੱਗੇ ਲਿਖਤ ਦੇ ਵਿੱਚ ਤੁਹਾਨੂੰ ਮੈਨੂੰ ਦਿੱਤੇ ਆ ਕਿ ਮੈਂ ਜੋ ਮੇਰੇ ਨਬੀ ਨੇ ਬੋਲਿਆ ਮੈਂ ਉਹਨੂੰ ਪੂਰਾ ਕਰ ਦਿੱਤਾ ਆ ਹਾਲੇਲੂਇਆ ਥੈਂਕ ਯੂ ਜੀਸਸ ਪਿਛਲੇ 2-3 ਹਫ਼ਤਿਆਂ ਤੋਂ ਅਸੀਂ ਪੜ੍ਹਦੇ ਆ ਰਹੇ ਹਾਂ ਕਿ ਕਿਹੜੇ ਨਬੀਆਂ ਨੇ ਕਿਹੜੇ ਸ਼ਬਦ ਦਿੱਤੇ ਔਰ ਪਰਮੇਸ਼ਰ ਨੇ ਪੂਰੇ ਕੀਤੇ ਜਦ ਅਸੀਂ ਬਲਿਆਮ ਨਬੀ ਨੂੰ ਪੜ੍ਹਿਆ ਸੀਗਾ ਤਾਂ ਉਹਨੇ ਕਿਹਾ ਸੀਗਾ ਕਿ ਯਾਕੂਬ ਤੋਂ ਇੱਕ ਤਾਰਾ ਨਿਕਲੇਗਾ ਔਰ ਉਹ ਪਰਮੇਸ਼ਰ ਨੇ ਉਸ ਤਾਰੇ ਨੂੰ ਹੀ ਜ਼ਮੀਨ ਦੇ ਉੱਤੇ ਲੈ ਆਂਦਾ ਇਹ ਸ਼ਬਦ ਬਲਿਆਮ ਨਬੀ ਨੇ ਬੜੀ ਆਸਾਨੀ ਦੇ ਨਾਲ ਬੋਲ ਦਿੱਤੇ ਸੀਗੇ ਪਰ ਪਰਮੇਸ਼ਰ ਨੇ ਉਹ ਵੀ ਪੂਰੇ ਕਰ ਦਿੱਤੇ ਔਰ ਜਦ ਅਸੀਂ ਹੋਸ਼ਿਆ ਨਬੀ ਨੂੰ ਪੜ੍ਹਿਆ ਉਹਨੇ ਕੀ ਕਿਹਾ ਸੀਗਾ ਕਿ ਮੈਂ ਆਪਣੇ ਪੁੱਤਰ ਨੂੰ ਮਿਸਰ ਦੇ ਵਿੱਚੋਂ ਬੁਲਾਇਆ ਮਿਸਰ ਦੇ ਵਿੱਚੋਂ ਆਪਣੇ ਪੁੱਤਰ ਨੂੰ ਕਿਹਨੂੰ ਪ੍ਰਭੂ ਯੀਸ਼ੂ ਮਸੀਹ ਨੂੰ ਮੈਂ ਮਿਸਰ ਦੇ ਵਿੱਚੋਂ ਬੁਲਾਇਆ ਔਰ ਪਰਮੇਸ਼ਰ ਨੇ ਆਪਣੇ ਨਬੀ ਦੇ ਸ਼ਬਦਾਂ ਨੂੰ ਪੂਰਾ ਕਰਨ ਦੇ ਲਈ ਉਸ ਆਪਣੇ ਪੁੱਤਰ ਨੂੰ ਵੀ ਉਹਦੇ ਵਿੱਚੋਂ ਕੱਢ ਦਿੱਤਾ ਹਾਲੇਲੂਇਆ ਔਰ ਜਦ ਅਸੀਂ ਤੀਸਰੇ ਨਬੀ ਮੀਕਾ ਨਬੀ ਨੂੰ ਪੜ੍ਹਿਆ ਤਾਂ ਉਸ ਨਬੀ ਨੇ ਕੀ ਕਿਹਾ ਕਿ ਬੈਤਲਹਮ ਤੂੰ ਛੋਟਾ ਆ
तेरे विचों ही एक हाकम निकलेगा जो पूरी इज़राइल कौम दी चरवाही करेगा। ये शब्द मीका नबी ने जद बोले ਤਾਂ ਉਹ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਜਨਮ ਦਿਨ ਦੇ ਉੱਤੇ ਉਹਦੇ ਪਹਿਲੇ ਕਦਮ ਦੇ ਨਾਲ ਉਹਨੂੰ ਪੂਰਾ ਕਰ ਦਿੱਤਾ। ਕਿਉਂਕਿ ਜਦ ਨਬੀ ਜੋ ਵੀ ਸ਼ਬਦ ਬੋਲਦਾ ਆ, ਚਾਹੇ ਉਹ 1 ਦਿਨ ਪਹਿਲਾਂ ਹੋਣ, ਚਾਹੇ ਉਹ 2 ਦਿਨ ਪਹਿਲਾਂ ਹੋਣ ਬੋਲੇ ਹੋਏ ਹੋਣ, ਚਾਹੇ ਉਹ 1000 ਸਾਲ ਪਹਿਲਾਂ, ਚਾਹੇ 7000 ਸਾਲ ਪਹਿਲਾਂ, ਪਰਮੇਸ਼ਰ ਉਹਨੂੰ ਯਾਦ ਰੱਖਦਾ ਆ। ਔਰ ਪਰਮੇਸ਼ਰ ਵੀ ਉਹਨਾਂ ਸ਼ਬਦਾਂ ਨੂੰ ਬਦਲ ਨਹੀਂ ਸਕਦਾ, ਕਿਉਂਕਿ ਉਹ ਉਹਦੇ ਨਬੀ ਨੇ ਬੋਲੇ ਸ਼ਬਦ ਆ। ਕਿਉਂਕਿ ਉਹ ਸ਼ਬਦ ਜਿਹੜੇ ਆ ਉਸ ਆਤਮਾ ਦੇ ਰਾਹੀਂ ਉਹਨਾਂ ਦੇ ਅੰਦਰ ਪਾਏ ਜਾਂਦੇ ਆ, ਔਰ ਪਰਮੇਸ਼ਰ ਵੀ ਉਹਨਾਂ ਨੂੰ ਪੂਰਾ ਕਰਨ ਤੋਂ ਨਹੀਂ ਰੁਕਦਾ, ਉਹ ਉਹਨੂੰ ਪੂਰਾ ਕਰ ਦਿੰਦਾ ਆ। ਅਸੀਂ ਜਦ ਨਬੀ ਦੇ ਸ਼ਬਦਾਂ ਨੂੰ ਪੜ੍ਹਿਆ, ਅਸੀਂ ਦੇਖਿਆ ਕਿ ਪਰਮੇਸ਼ਰ ਨੇ ਉਹਦੇ ਸ਼ਬਦਾਂ ਨੂੰ ਪੂਰਾ ਕੀਤਾ ਆ। ਔਰ ਅੱਜ ਵੀ 2026 ਸਾਲ ਦੇ ਵਿੱਚ ਕੀ ਹੋਇਆ? ਤੁਹਾਨੂੰ, ਮੈਨੂੰ, ਤੁਹਾਡੇ, ਮੇਰੇ ਨਬੀ ਨੇ ਲਿਖਤ ਦੇ ਵਿੱਚ ਤੁਹਾਨੂੰ ਸ਼ਬਦ ਦਿੱਤੇ ਆ ਔਰ ਬੋਲਿਆ ਆ ਕਿ ਇਹ ਪੂਰੇ ਹੋਣਗੇ। ਹਰ ਇੱਕ ਨੂੰ ਹਰ ਇੱਕ ਹਿੱਸੇ ਦਾ ਸ਼ਬਦ ਮਿਲਿਆ ਆ ਔਰ ਉਹ ਪੂਰੇ ਹੋ ਕੇ ਰਹਿਣਗੇ। ਇਹ ਸ਼ਬਦ ਲਿਖਤ ਦੇ ਵਿੱਚ ਸਾਨੂੰ ਮਿਲੇ ਆ। ਕਦੀ ਤੁਸੀਂ ਸੁਣਿਆ, ਕਦੀ ਦੇਖਿਆ ਕਿ ਕੋਈ ਤੁਹਾਨੂੰ ਲਿਖਤ ਦੇ ਵਿੱਚ ਸ਼ਬਦ ਦੇ ਦੇਵੇ? ਕਿਸੇ ਨੇ ਤੁਹਾਨੂੰ ਲਿਖ ਕੇ ਦਿੱਤੇ? ਅੱਜ ਤੱਕ ਤਾਂ ਨਹੀਂ ਲਿਖ ਕੇ ਦਿੱਤੇ, ਮੈਨੂੰ ਤਾਂ ਕਿਸੇ ਨੇ ਨਹੀਂ ਲਿਖ ਕੇ ਦਿੱਤੇ, ਪਰ ਅੱਜ ਮੈਨੂੰ ਉਹ ਸ਼ਬਦ ਮਿਲੇ ਆ, ਅੱਜ ਤੁਹਾਨੂੰ ਉਹ ਸ਼ਬਦ ਮਿਲੇ ਆ ਔਰ ਲਿਖਤ ਦੇ ਵਿੱਚ ਮਿਲੇ ਆ ਕਿ 2026 ਸਾਲ ਜਿਹੜਾ ਮੇਰੇ ਪਰਿਵਾਰ ਦੀ ਜਿੱਤ ਦਾ ਸਾਲ ਆ। 2026 ਸਾਲ ਜਿਹੜਾ ਆ ਉਹ ਮੇਰੇ ਹਰ ਅਧੂਰੇ ਹਿੱਸੇ ਨੂੰ ਪੂਰਾ ਕਰਨ ਦਾ ਸਾਲ ਆ। ਉਹ 2026 ਜਿਹੜਾ ਆ ਉਹ ਮੈਨੂੰ ਤੁਹਾਨੂੰ ਸ਼ੇਰਾਂ ਵਰਗਾ ਬਲ ਦੇਣ ਦਾ ਸਾਲ ਆ। ਉਹ 2026 ਸਾਲ ਜਿਹੜਾ ਆ ਉਹ ਤੁਹਾਡਾ ਮੇਰਾ ਇਤਿਹਾਸਿਕ ਸਾਲ ਬਣਨ ਜਾ ਰਿਹਾ ਆ। 2026 ਸਾਲ ਜਿਹੜਾ ਆ ਤੁਹਾਡੇ ਮੇਰੇ ਪਰਿਵਾਰਾਂ ਦੀ ਇਕਜੁੱਟਤਾ ਦਾ ਸਾਲ ਆ। ਇਹ ਸ਼ਬਦ ਉਸ ਵੇਲੇ ਹੀ ਪੂਰੇ ਹੋਣੇ ਆ ਜਦ ਅਸੀਂ ਆਪਣੇ ਨਬੀ ਦੇ ਨਾਲ ਇੱਕ ਮਨ ਇਕਜੁੱਟ ਹੋਵਾਂਗੇ, ਜਦ ਅਸੀਂ ਉਹ ਸ਼ਬਦਾਂ ਨੂੰ ਆਪਣੇ ਅੰਦਰ ਲਵਾਂਗੇ ਔਰ ਉਹਨਾਂ ਸ਼ਬਦਾਂ ਦੇ ਅੰਦਰ ਹਰ ਰੋਜ਼ ਪਵਿੱਤਰ ਆਤਮਾ ਦਾ ਸਵਾਗਤ ਕਰਾਂਗੇ ਔਰ ਬੋਲਾਂਗੇ, ਕਹਾਂਗੇ ਪਵਿੱਤਰ ਆਤਮਾ ਨੂੰ, ਯਾਦ ਦਿਵਾਵਾਂਗੇ ਉਸ ਪਰਮੇਸ਼ਰ ਨੂੰ ਕਿ ਪਰਮੇਸ਼ਰ ਮੇਰੇ ਨਬੀ ਨੇ ਮੈਨੂੰ ਸ਼ਬਦ ਦਿੱਤੇ ਆ, ਇਹਨਾਂ ਨੂੰ ਪੂਰਾ ਕਰ, ਤਾਂ ਉਹ ਪੂਰਾ ਕਰ ਦੇਗਾ। ਕਿਉਂਕਿ ਅਸੀਂ ਦੇਖ ਚੁੱਕੇ ਹਾਂ ਕਿ ਜਦ ਨਬੀ ਨੇ ਸ਼ਬਦ ਦਿੱਤੇ ਆ, ਜਦ ਨਬੀਆਂ ਨੇ ਸ਼ਬਦ ਦਿੱਤੇ ਆ, ਉਹ ਪਰਮੇਸ਼ਰ ਨੇ ਪੂਰੇ ਕੀਤੇ ਆ। ਉਹਨੇ ਆਪਣੇ ਪੁੱਤਰ ਨੂੰ ਵੀ ਨਹੀਂ ਛੱਡਿਆ, ਉਹਨੇ ਆਪਣੇ ਪੁੱਤਰ ਨੂੰ ਵੀ ਉਹਨਾਂ ਨਬੀਆਂ ਦੇ ਸ਼ਬਦਾਂ ਦੇ ਵਿੱਚੋਂ ਦੀ ਕੱਢਿਆ, ਕਿਉਂਕਿ ਉਹ ਪਰਮੇਸ਼ਰ ਤੁਹਾਡੇ ਮੇਰੇ ਸ਼ਬਦਾਂ ਦੇ ਉੱਤੇ ਕੰਮ ਕਰਨ ਵਾਲਾ ਪਰਮੇਸ਼ਰ ਆ। ਉਹ ਕਰਦਾ ਆਇਆ ਆ ਔਰ ਕਰਦਾ ਰਹੇਗਾ। ਅੱਜ ਵੀ ਅਗਰ ਤੁਸੀਂ, ਮੈਂ ਆਪਣੇ ਪਰਿਵਾਰਾਂ ਦੇ ਲਈ, ਆਪਣੇ ਬੱਚਿਆਂ ਦੇ ਲਈ, ਆਪਣੇ ਘਰਾਂ ਦੇ ਲਈ ਇਹਨਾਂ ਸ਼ਬਦਾਂ ਨੂੰ ਰਿਲੀਜ਼ ਕਰਾਂਗੇ ਤਾਂ ਉਹ ਪਰਮੇਸ਼ਰ ਕਰ ਦੇਗਾ। ਉਹਨੇ ਵਾਅਦਾ ਕੀਤਾ ਆ ਕਿ ਮੈਂ ਆਪਣੇ ਨਬੀ ਦੇ ਸ਼ਬਦਾਂ ਨੂੰ ਪੂਰਾ ਕਰਦਾ ਆਇਆ ਆ, ਮੈਂ ਕਰਦਾ ਰਹਾਂਗਾ। ਔਰ ਅਗਰ ਅੱਜ ਤੁਸੀਂ, ਮੈਂ ਇਹਨਾਂ ਸ਼ਬਦਾਂ ਨੂੰ ਬੋਲਾਂਗੇ ਤਾਂ ਉਹ ਵੀ ਉਹਨੂੰ ਪੂਰਾ ਕਰ ਦੇਵੇਗਾ। ਹਾਲੇਲੂਇਆ। ਔਰ ਜਦੋਂ ਅਸੀਂ ਇਸ ਤੋਂ ਬਾਅਦ ਯਰਮਾਇਆ ਨਬੀ ਨੂੰ ਪੜ੍ਹਿਆ ਸੀਗਾ ਤਾਂ ਉਸ ਨਬੀ ਨੇ ਕੀ ਕਿਹਾ ਸੀਗਾ? ਉਸ ਨਬੀ ਨੇ ਕਿਹਾ ਸੀਗਾ ਕਿ ਹਾਲੇਲੂਇਆ, ਥੈਂਕ ਯੂ ਜੀਸਸ। ਯਰਮਾਇਆ ਨਬੀ ਨੇ ਕੀ ਕਿਹਾ ਸੀ? ਜਦੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਹੋਣਾ ਸੀਗਾ, ਉਸ ਵੇਲੇ ਉਸ ਨਬੀ ਨੇ ਉਹ ਭਵਿੱਖਬਾਣੀ ਕਰ ਦਿੱਤੀ ਸੀ ਜੋ ਪਰਮੇਸ਼ਰ ਦੇ ਜਨਮ ਦੇ ਵੇਲੇ ਹੋਣੀ ਸੀਗੀ। ਜੋ ਪਰਮੇਸ਼ਰ ਦੇ ਜਨਮ ਦੇ ਵੇਲੇ ਹੋਣਾ ਸੀਗਾ, ਉਸ ਨਬੀ ਨੇ ਉਹ ਭਵਿੱਖਬਾਣੀ ਹਜ਼ਾਰਾਂ ਸਾਲ ਪਹਿਲਾਂ ਹੀ ਕਰ ਦਿੱਤੀ ਕਿ ਇਹ ਸਭ ਕੁਝ ਹੋਏਗਾ ਔਰ ਉਸੇ ਤਰ੍ਹਾਂ ਹੋਇਆ ਵੀ। ਉਸੇ ਤਰ੍ਹਾਂ ਉਹ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਵੇਲੇ ਹੋਇਆ ਔਰ ਜੋ ਉਹਨਾਂ ਛੋਟੇ ਬੱਚਿਆਂ ਦੀ ਬਲੀਆਂ ਦਿੱਤੀਆਂ ਗਈਆਂ ਉਹ ਵੀ ਸੇਮ ਉਸੇ ਤਰ੍ਹਾਂ ਹੋਇਆ। ਕਿਉਂਕਿ ਆਲਰੇਡੀ ਨਬੀ ਨੇ ਇਹ ਸ਼ਬਦ ਜਿਹੜੇ ਸੀਗੇ ਬੋਲ ਦਿੱਤੇ ਸੀਗੇ ਔਰ ਜਦ ਉਹਨੇ ਬੋਲ ਦਿੱਤੇ ਤਾਂ ਉਹ ਪਰਮੇਸ਼ਰ ਵੀ ਉਹਨੂੰ ਪੂਰਾ ਕਰਨ ਤੋਂ ਨਹੀਂ ਹਟਿਆ। ਉਸ ਪਰਮੇਸ਼ਰ ਨੇ ਉਹਨਾਂ ਸ਼ਬਦਾਂ ਨੂੰ ਪੂਰਾ ਕੀਤਾ। ਔਰ ਅੱਜ ਅਸੀਂ ਯਸ਼ਾਇਆ ਨਬੀ ਦੇ ਬਾਰੇ ਪੜਾਂਗੇ। ਅਸੀਂ ਪਿਛਲੇ ਹਫਤੇ ਵੀ ਪੜਿਆ ਸੀਗਾ। ਅੱਜ ਇੱਕ ਵਾਰ ਫਿਰ ਯਸ਼ਾਇਆ ਨਬੀ ਦੇ ਉਹਨਾਂ ਗਹਿਰੇ ਸ਼ਬਦਾਂ ਨੂੰ ਗਹਿਰਾਈ ਦੇ ਵਿੱਚ ਦੇਖਾਂਗੇ ਕਿ ਯਸ਼ਾਇਆ ਨਬੀ ਨੇ ਜਦੋਂ ਆਪਣੇ ਸ਼ਬਦਾਂ ਨੂੰ ਤੁਹਾਡੇ ਮੇਰੇ ਅੱਗੇ ਰੱਖਿਆ ਤਾਂ ਉਹਦੇ ਵਿੱਚ ਪਰਮੇਸ਼ਰ ਨੇ ਕਿਸ ਤਰ੍ਹਾਂ ਉਹਨਾਂ ਸ਼ਬਦਾਂ ਨੂੰ ਪੂਰਾ ਕੀਤਾ। ਜਦ ਅਸੀਂ ਯਸ਼ਾਇਆ ਨਬੀ ਨੂੰ ਪੜਿਆ ਤਾਂ ਉਸ ਨੇ ਵੀ ਪਰਮੇਸ਼ਰ ਦੇ ਜਨਮ ਦਿਨ ਦੇ ਬਾਰੇ
ਦੱਸਿਆ। ਕੀ ਦੱਸਿਆ ਉਸ ਵੇਲੇ? ਜਦੋਂ ਅਸੀਂ ਯਸ਼ਾਇਆ 7 ਔਰ ਉਹਦੀ 14 ਆਇਤ ਨੂੰ ਪੜ੍ਹਦੇ ਆ, ਉਹਦੇ ਵਿੱਚ ਲਿਖਿਆ ਆ ਕਿ ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ, ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਤੇ ਉਸ ਦਾ ਨਾਮ ਇਮੈਨੂਅਲ ਰੱਖੇਗੀ। ਇਹ ਯਸ਼ਾਇਆ ਨਬੀ ਦੇ ਸ਼ਬਦ ਆ। ਉਹ ਨਬੀ ਨੇ ਪਰਮੇਸ਼ਰ ਦੇ ਪੁੱਤਰ ਦੇ ਲਈ ਭਵਿੱਖਬਾਣੀ ਕੀਤੀ ਸੀਗੀ ਕਿ ਇੱਕ ਕੁਆਰੀ ਗਰਭਵਤੀ ਹੋਏਗੀ ਔਰ ਪੁੱਤਰ ਜਣੇਗੀ ਔਰ ਉਹਦਾ ਨਾਮ ਇਮੈਨੂਅਲ ਰੱਖਿਆ ਜਾਵੇਗਾ। ਔਰ ਹੋਇਆ ਵੀ ਉਸੇ ਤਰ੍ਹਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਇੱਕ ਕੁਆਰੀ ਦੇ ਕੁੱਖੋਂ ਪੈਦਾ ਕੀਤਾ ਔਰ ਨਾਂ ਵੀ ਉਹੀ ਰੱਖਿਆ ਗਿਆ, ਇਮੈਨੂਅਲ ਨਾਂ ਰੱਖਿਆ ਗਿਆ, ਕਿਉਂਕਿ ਇਸ ਨਬੀ ਦੇ ਰਾਹੀਂ ਇਹ ਭਵਿੱਖਬਾਣੀ ਕਰ ਦਿੱਤੀ ਗਈ ਸੀ ਕਿ ਉਸ ਪਰਮੇਸ਼ਰ ਦੇ ਪੁੱਤਰ ਦਾ ਨਾਮ ਇਮੈਨੂਅਲ ਰੱਖਿਆ ਜਾਏਗਾ। ਔਰ ਜਦੋਂ ਅਸੀਂ 9 ਔਰ ਉਹਦੀ 6 ਔਰ 7 ਆਇਤ ਨੂੰ ਪੜਿਆ, ਉਹਦੇ ਵਿੱਚ ਵੀ ਪਰਮੇਸ਼ਰ ਨੇ ਉਸ ਪੁੱਤਰ ਦੇ ਲਈ ਭਵਿੱਖਬਾਣੀ ਕੀਤੀ। ਕੀ ਕੀਤੀ? ਕਿ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਰਾਜ ਉਹਦੇ ਮੋਢੇ ਤੇ ਹੋਵੇਗਾ ਤੇ ਉਹਦਾ ਨਾਮ ਇਹ ਸੱਦਿਆ ਜਾਵੇਗਾ, ਅਚਰਜ ਸਲਾਹਕਾਰ, ਸ਼ਕਤੀਮਾਨ ਪਰਮੇਸ਼ਰ, ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਹਾਲੇਲੂਇਆ, ਹਾਲੇਲੂਇਆ। ਇਹ ਉਹ ਸ਼ਬਦ ਆ ਜੋ ਨਬੀ ਨੇ ਤੁਹਾਨੂੰ ਮੈਨੂੰ ਉਸ ਪਰਮੇਸ਼ਰ ਦੇ ਪੁੱਤਰ ਦੇ ਲਈ ਦਿੱਤੇ ਆ ਔਰ ਉਸੇ ਤਰ੍ਹਾਂ ਹੋਇਆ। ਉਸੇ ਤਰ੍ਹਾਂ ਉਹ ਅੱਜ ਵੀ ਉਹ ਸ਼ਾਂਤੀ ਦਾ ਰਾਜਕੁਮਾਰ ਤੁਹਾਡੇ ਮੇਰੇ ਲਈ ਸਭ ਕੁਝ ਕਰ ਰਿਹਾ ਆ। ਉਹ ਤੁਹਾਡੇ ਮੇਰੇ ਘਰਾਂ ਪਰਿਵਾਰਾਂ ਦੇ ਵਿੱਚ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਘੁੰਮ ਰਿਹਾ ਹੈ ਔਰ ਤੁਹਾਡੇ ਮੇਰੇ ਘਰਾਂ ਪਰਿਵਾਰਾਂ ਨੂੰ ਚਲਾ ਰਿਹਾ ਹੈ। ਇਹ ਉਹ ਨਬੀ ਦੇ ਸ਼ਬਦ ਆ ਔਰ ਜਦ ਨਬੀ ਬੋਲ ਦਿੰਦਾ ਸੀਗਾ, ਪਰਮੇਸ਼ਰ ਉਹਨੂੰ ਪੂਰਾ ਕਰ ਦਿੰਦਾ ਸੀਗਾ। ਇਹ ਅੱਜ ਦੇ ਸ਼ਬਦ ਨਹੀਂ ਹੈਗੇ, ਇਹ ਹਜ਼ਾਰਾਂ ਸਾਲ ਪਹਿਲਾਂ ਬੋਲੇ ਗਏ ਸ਼ਬਦ ਆ ਔਰ ਪੂਰੇ ਉਦੋਂ ਹੋਏ ਜਦੋਂ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਹੋਇਆ ਔਰ ਪ੍ਰਭੂ ਯੀਸ਼ੂ ਮਸੀਹ ਨੇ ਤੁਹਾਡੇ ਲਈ ਮੇਰੇ ਲਈ ਕੁਰਬਾਨੀ ਦਿੱਤੀ ਔਰ ਪਿਤਾ ਦੇ ਸੱਜੇ ਹੱਥ ਜਾ ਕੇ ਉਸ ਨੇ ਤੁਹਾਡੇ ਲਈ ਮੇਰੇ ਲਈ ਉਹ ਪਾਕ ਰੂਹ ਭੇਜਿਆ। ਔਰ ਅੱਜ ਤੋਂ 2026 ਸਾਲ ਪਹਿਲਾਂ ਇਹ ਸਾਰੇ ਸ਼ਬਦ ਜਿਹੜੇ ਆ ਉਹ ਪੂਰੇ ਹੋ ਚੁੱਕੇ ਆ, ਕਿਉਂਕਿ ਜਦ ਪਰਮੇਸ਼ਰ ਨਬੀਆਂ ਦੇ ਸ਼ਬਦਾਂ ਨੂੰ ਯਾਦ ਕਰਦਾ ਹੈ, ਯਾਦ ਰੱਖਦਾ ਹੈ ਤਾਂ ਉਹ ਉਹਨੂੰ ਪੂਰਾ ਕਰ ਦਿੰਦਾ ਹੈ। ਉਸੇ ਤਰ੍ਹਾਂ ਪਰਮੇਸ਼ਰ ਨੇ ਤੁਹਾਡੇ ਲਈ ਮੇਰੇ ਲਈ ਇਸ ਨਬੀ ਦੇ ਰਾਹੀਂ ਇੱਕ ਬਹੁਤ ਵੱਡਾ ਵਚਨ ਜਿਹੜਾ ਆ ਜੋ ਤੁਹਾਡੇ ਮੇਰੇ ਘਰਾਂ ਪਰਿਵਾਰਾਂ ਨੂੰ ਇੱਕ ਬਲ ਦੇ ਨਾਲ ਭਰਦਾ ਆ, ਉਸ ਨਬੀ ਨੇ ਤੁਹਾਡੇ ਲਈ ਮੇਰੇ ਲਈ ਇਹ ਵਚਨ ਦਿੱਤਾ ਆ। ਜਦ ਅਸੀਂ ਯਸ਼ਾਇਆ 40 ਔਰ ਉਹਦੀ 31 ਆਇਤ ਨੂੰ ਪੜ੍ਹਦੇ ਆ, ਉਹਦੇ ਵਿੱਚ ਦੇਖੋ ਕੀ ਲਿਖਿਆ ਆ। ਯਸ਼ਾਇਆ 40 ਉਹਦੀ 31 ਆਇਤ, ਆਈਜ਼ੀਆ 40:31। But they wait upon the Lord, shall renew their strength. They shall mount up with wings as eagles. They shall run and not be weary, and they shall walk and not faint. ਹਾਲੇਲੂਇਆ। 31 ਦੇ ਵਿੱਚ ਲਿਖਿਆ ਹੈ, ਪਰ ਯਹੋਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਉਕਾਬਾਂ ਵਾਂਗੂ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਅਤੇ ਨਾ ਥੱਕਣਗੇ, ਉਹ ਚੱਲਣਗੇ ਅਤੇ ਹੁੱਸਣਗੇ ਨਹੀਂ। ਹਾਲੇਲੂਇਆ। ਇਹ ਅੱਜ ਦਾ ਮੇਨ ਵਚਨ ਜੋ ਅਸੀਂ ਪਿਛਲੇ ਹਫਤੇ ਵੀ ਇਸ ਬਾਰੇ ਪੜਿਆ ਸੀ, ਅੱਜ ਇਹਦੀ ਹੋਰ ਗਹਿਰਾਈ ਦੇ ਵਿੱਚ ਜਾਵਾਂਗੇ ਕਿ ਇਸ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਕੀ ਸਿਖਾਉਣਾ ਚਾਹੁੰਦੇ ਆ। ਪਰਮੇਸ਼ਰ ਕਹਿ ਰਿਹਾ ਕਿ ਪਰ ਯਹੋਵਾ ਦੇ ਉਡੀਕਣ ਵਾਲੇ ਕੌਣ? ਜੋ ਪਰਮੇਸ਼ਰ ਨੂੰ ਉਡੀਕਦੇ ਆ, ਕਹਿੰਦੇ ਉਹੀ ਨਵੇਂ ਸਿਰਿਓਂ ਬਲ ਪਾਉਣਗੇ। ਹੁਣ ਨਵੇਂ ਸਿਰੇ ਦੀ ਗੱਲ ਕੀਤੀ ਗਈ ਆ, ਕਿਉਂ ਕੀਤੀ ਗਈ ਆ? ਕਿਉਂਕਿ ਕਿਤੇ ਨਾ ਕਿਤੇ ਪੁਰਾਣਾ ਚੱਲਦਾ ਹੋਊਗਾ। ਇਸੇ ਲਈ ਪਰਮੇਸ਼ਰ ਨੇ ਕਿਹਾ ਕਿ ਜੋ ਇਸੇ ਲਈ ਨਬੀ ਨੇ ਕਿਹਾ ਆ ਕਿ ਜੋ ਪਰਮੇਸ਼ਰ ਨੂੰ ਉਡੀਕਦੇ ਆ ਉਹ ਨਵੇਂ ਸਿਰੇ ਬਲ ਪਾਉਣਗੇ। ਹੁਣ ਅਗਰ ਪੁਰਾਣਾ ਚੱਲਦਾ ਹੈ ਤਾਂ ਹੀ, ਜੇ ਪੁਰਾਣਾ ਖਤਮ ਹੋਊਗਾ ਤਾਂ ਹੀ ਨਵਾਂ ਬਲ ਆਊਗਾ। ਔਰ ਇਸ ਵਿੱਚ ਪਰਮੇਸ਼ਰ ਸਾਨੂੰ ਦੋ ਗੱਲਾਂ ਸਿਖਾਉਣਾ ਚਾਹੁੰਦੇ ਆ। ਨਬੀ ਦੇ ਸ਼ਬਦ ਤੁਹਾਡੇ ਮੇਰੇ ਜੀਵਨ 'ਚ ਕਿੱਦਾਂ ਪੂਰੇ ਹੋਣੇ ਆ ਔਰ ਇਹ ਨਵਾਂ ਬਲ ਸਾਡੇ ਸਰੀਰਾਂ 'ਚ ਕਿੱਦਾਂ ਆਉਣਾ ਹੈ ਜਦ ਅਸੀਂ ਪੁਰਾਣੇ ਨੂੰ ਛੱਡਾਂਗੇ। ਅਸੀਂ ਪਿਛਲੇ ਕਈ ਹਫ਼ਤਿਆਂ ਪਹਿਲਾਂ ਅਸੀਂ ਪੜ੍ਹਿਆ ਸੀਗਾ ਕਿ ਯਹੋਵਾ ਪਰਮੇਸ਼ਰ ਨੇ ਵੀ ਆਪਣੀ ਪੁਰਾਣੀ ਆਦਤ ਨੂੰ ਛੱਡਿਆ ਸੀਗਾ। ਯਹੋਵਾ ਪਰਮੇਸ਼ਰ ਨੇ ਵੀ ਆਪਣੇ
ਆਪਣੀਆਂ ਪੁਰਾਣੀਆਂ ਆਦਤਾਂ ਨੂੰ ਛੱਡਿਆ ਸੀਗਾ ਔਰ ਯੀਸ਼ੂ ਮਸੀਹ ਦੇ ਕਹਿਣ ਦੇ ਉੱਤੇ ਉਹ ਸਭ ਕੁਝ ਨਵਾਂ ਬਣ ਕੇ ਆਇਆ ਸੀਗਾ। ਉਸੇ ਤਰ੍ਹਾਂ ਇਸ ਵਚਨ ਦੇ ਵਿੱਚ ਵੀ ਨਬੀ ਤੁਹਾਨੂੰ ਮੈਨੂੰ ਇਹੀ ਸਿਖਾਉਣਾ ਚਾਹੁੰਦਾ ਆ ਕਿ ਆਪਣੇ ਵਿੱਚ ਬਦਲਾਵ ਕਿੱਦਾਂ ਕਰੋਗੇ? ਅਗਰ ਪੁਰਾਣਾ ਛੱਡੋਗੇ ਤਾਂ ਹੀ ਪਰਮੇਸ਼ਰ ਦਾ ਉਹ ਨਵਾਂ ਬਲ ਜਿਹੜਾ ਆ ਆਊਗਾ ਸਾਡੇ ਅੰਦਰ, ਤਾਂ ਹੀ ਉਹ ਪਰਮੇਸ਼ਰ ਦੀਆਂ ਨਵੀਆਂ ਗੱਲਾਂ, ਨਵੀਆਂ ਯੋਜਨਾਵਾਂ, ਨਵੀਆਂ ਸੋਚਾਂ ਸਾਡੇ ਅੰਦਰ ਆਉਣਗੀਆਂ ਅਗਰ ਅਸੀਂ ਪੁਰਾਣੀਆਂ ਨੂੰ ਛੱਡਾਂਗੇ। ਹੁਣ ਆਲਰੇਡੀ ਨਬੀ ਨੇ ਸਾਨੂੰ ਇਹ ਸ਼ਬਦ ਦਿੱਤੇ ਆ ਕਿ 2026 ਸਾਲ ਜਿਹੜਾ ਆ ਉਹ ਤੁਹਾਡੀ ਜਿੱਤ ਦਾ ਸਾਲ ਆ। ਅਗਰ ਅਸੀਂ ਇਹਨਾਂ ਸ਼ਬਦਾਂ ਦੇ ਉੱਤੇ ਮਨਨ ਕਰਾਂਗੇ, ਚੱਲਾਂਗੇ ਔਰ ਆਪਣੇ ਅਗੁਏ ਦੇ ਨਾਲ, ਆਪਣੇ ਨਬੀ ਦੇ ਨਾਲ ਇੱਕ ਮਨ ਹੋ ਕੇ ਰਹਾਂਗੇ ਤਾਂ ਹੀ ਇਹ ਸ਼ਬਦ ਸਾਡੇ ਜੀਵਨ 'ਚ ਪੂਰੇ ਹੋਣੇ ਆ। ਪਰ ਅਗਰ ਇਹਨਾਂ ਸ਼ਬਦਾਂ ਦੇ ਹੁੰਦੇ ਵੀ ਸਾਡੇ ਵਿੱਚ ਉਹ ਪੁਰਾਣਾ ਚੱਲਦਾ ਰਿਹਾ, ਪੁਰਾਣੀਆਂ ਗੱਲਾਂ, ਪੁਰਾਣੀਆਂ ਆਦਤਾਂ, ਪੁਰਾਣੀਆਂ ਚੁਗਲੀਆਂ, ਪੁਰਾਣੀਆਂ ਸੋਚਾਂ, ਪੁਰਾਣੇ ਖਿਆਲ, ਤਾਂ ਅਸੀਂ ਉਸ ਨਵੇਂ ਬਲ ਨੂੰ ਨਹੀਂ ਲੈ ਪਾਵਾਂਗੇ ਜੋ ਪਰਮੇਸ਼ਰ ਨਬੀ ਦੇ ਰਾਹੀਂ ਸਾਨੂੰ ਬੋਲ ਰਿਹਾ ਹੈ ਕਿ ਯਹੋਵਾ ਦੇ ਉਡੀਕਣ ਵਾਲੇ ਨਵਾਂ ਬਲ ਪਾਉਣਗੇ, ਉਹੀ ਬਲ ਪਾਉਣਗੇ ਜੋ ਯਹੋਵਾ ਪਰਮੇਸ਼ਰ ਦੀ ਉਡੀਕ ਕਰਦੇ ਆ। ਹੁਣ ਯਹੋਵਾ ਪਰਮੇਸ਼ਰ ਨੇ ਵੀ ਆਪਣੀ ਆਦਤ ਨੂੰ ਬਦਲਿਆ ਸੀਗਾ, ਉਸਨੇ ਆਪਣੀ ਹਰ ਇੱਕ ਸੋਚ ਨੂੰ ਬਦਲ ਦਿੱਤਾ ਸੀ ਆਪਣੇ ਪੁੱਤਰ ਦੇ ਕਹਿਣ ਤੇ। ਔਰ ਅੱਜ ਪਰਮੇਸ਼ਰ ਤੁਹਾਡੇ ਲਈ, ਮੇਰੇ ਲਈ ਨਬੀ ਦੇ ਰਾਹੀਂ ਇਹ ਸ਼ਬਦ ਲੈ ਕੇ ਆਇਆ ਕਿ ਆਪਣੇ ਵਿੱਚ ਉਸ ਬਦਲਾਵ ਨੂੰ ਲੈ ਕੇ ਆਣਾ ਆ। ਜੇ ਨਵਾਂ ਪਾਉਣਾ ਆ ਤਾਂ ਉਸ ਪੁਰਾਣੇ ਨੂੰ ਛੱਡਣਾ ਆ। ਔਰ ਇਸੇ ਦੇ ਲਈ ਪਰਮੇਸ਼ਰ ਨੇ ਤੁਹਾਨੂੰ ਮੈਨੂੰ ਇੱਕ ਐਗਜ਼ਾਮਪਲ ਦੇ ਕੇ ਤੁਹਾਡੇ ਮੇਰੇ ਅੱਗੇ ਲਿਆਂਦੀ ਆ ਕਿ ਕਿਸ ਤਰ੍ਹਾਂ ਇੱਕ ਬਾਜ ਜਿਹੜਾ ਆ ਉਹ ਕਿਸ ਤਰ੍ਹਾਂ ਆਪਣੀਆਂ ਪੁਰਾਣਾ ਸਭ ਕੁਝ ਜਿਹੜਾ ਆ ਉਹਨੂੰ ਤੋੜ ਦਿੰਦਾ ਆ, ਉਤਾਰ ਦਿੰਦਾ ਆ, ਤੋੜ ਦਿੰਦਾ ਆ, ਭੰਨ ਦਿੰਦਾ ਆ, ਔਰ ਕਿਸ ਤਰ੍ਹਾਂ ਵੇਟ ਕਰਦਾ ਹੈ ਕਿ ਉਹ ਨਵਾਂ ਜਿਹੜਾ ਆ ਉਹ ਮੇਰੇ ਅੰਦਰ ਆਏ ਤਾਂ ਮੈਂ ਉਸੇ ਤਰ੍ਹਾਂ ਉਸ ਬਲ ਨੂੰ ਪਾਵਾਂ ਜਿਹਦੇ ਲਈ ਮੈਂ ਚੁਣਿਆ ਗਿਆ ਆ। ਹਾਲੇਲੂਇਆ। ਅੱਜ ਇਸ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਕਹਿ ਰਿਹਾ ਕਿ ਯਹੋਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ। ਕਿਹਦੇ ਵਾਂਗੂ? ਉਸ ਬਾਜ ਦੀ ਤਰ੍ਹਾਂ, ਈਗਲ ਦੀ ਤਰ੍ਹਾਂ ਨਵਾਂ ਬਲ ਪਾਉਣਗੇ। ਉਹ ਬਾਜ ਕੀ ਕਰਦਾ ਸੀਗਾ? ਜਦੋਂ ਅਸੀਂ ਬਾਜ ਦੀ ਸਟੋਰੀ ਨੂੰ ਦੇਖਦੇ ਆ, ਇਹ ਨਬੀ ਦੇ ਸ਼ਬਦ ਆ। ਔਰ ਹੁਣ ਨਬੀ ਕਿਉਂ ਸਾਨੂੰ ਇੱਕ ਬਾਜ ਦੀ ਉਦਾਹਰਨ ਦੇ ਰਿਹਾ ਆ? ਕਿਉਂ ਨਬੀ ਨੇ ਸਾਨੂੰ ਇੱਕ ਪੰਛੀ ਦੀ ਉਦਾਹਰਨ ਦੇ ਕੇ ਸਾਡੇ ਅੱਗੇ ਲਿਆਂਦੀ ਆ? ਕਿਉਂਕਿ ਉਹਨੂੰ ਪਤਾ ਆ ਕਿ ਜਦ ਇਹ ਕੰਮ ਜਿਹੜਾ ਇੱਕ ਪੰਛੀ ਨੇ ਕੀਤਾ ਆ ਉਹ ਇਨਸਾਨ ਕਦੇ ਵੀ ਨਹੀਂ ਕਰ ਸਕਦਾ। ਇਸੇ ਲਈ ਉਸਨੇ ਬਾਜ ਦੀ ਐਗਜ਼ਾਮਪਲ ਦਿੱਤੀ ਹੈ ਸਾਨੂੰ ਕਿ ਅਗਰ ਪਰਮੇਸ਼ਰ ਬਾਜ ਦੀ, ਈਗਲ ਦੀ ਮਦਦ ਕਰ ਸਕਦਾ ਹੈ ਸਭ ਕੁਝ ਕਰਨ ਦੇ ਲਈ, ਉਸ ਦਰਦ ਦੇ ਵਿੱਚ ਉਹਦੀ ਮਦਦ ਕਰ ਸਕਦਾ ਆ, ਉਸ ਪੇਨ ਦੇ ਵਿੱਚ ਉਹਨੂੰ ਸੰਭਾਲ ਕੇ ਰੱਖ ਸਕਦਾ ਆ, ਉਹਦੇ ਸਰੀਰ ਨੂੰ ਨਵਾਂ ਬਲ ਦੇਣ ਦੇ ਲਈ ਉਹਦੇ ਅੰਦਰ ਉਹ ਸੋਚ, ਉਹ ਖਿਆਲ ਲਿਆ ਸਕਦਾ ਆ, ਤਾਂ ਤੁਸੀਂ ਤਾਂ ਮੈਂ ਜਿਉਂਦੇ ਪ੍ਰਾਣੀ ਆ, ਤੁਸੀਂ ਤਾਂ ਮੈਂ, ਸਾਡੇ ਵਿੱਚ ਜਿਉਂਦੀ ਜਾਨ ਆ। ਅਸੀਂ ਬੋਲਦੇ ਆ, ਚੱਲਦੇ ਆ, ਦੇਖਦੇ ਆ, ਸੁਣਦੇ ਆ, ਤਾਂ ਉਹ ਪਰਮੇਸ਼ਰ ਕਿਉਂ ਨਹੀਂ ਤੁਹਾਡਾ ਮੇਰਾ ਖਿਆਲ ਰੱਖੇਗਾ? ਅਸੀਂ ਆਪਣੀਆਂ ਗੱਲਾਂ ਪਰਮੇਸ਼ਰ ਦੇ ਅੱਗੇ ਬੋਲ ਕੇ ਰੱਖ ਦਿੰਦੇ ਆ ਕਿ ਪਰਮੇਸ਼ਰ ਮੈਨੂੰ ਤਕਲੀਫ ਆ, ਮੇਰੀ ਦਰਦ ਦਾ ਹੱਲ ਕੱਢ। ਅਸੀਂ ਪਰਮੇਸ਼ਰ ਦੇ ਅੱਗੇ ਸਭ ਕੁਝ ਬੋਲ ਕੇ, ਰੋ ਕੇ, ਗਿੜਗੜਾ ਕੇ ਰੱਖ ਦਿੰਦੇ ਆ ਕਿ ਪਰਮੇਸ਼ਰ ਮੇਰੇ ਹਰ ਤਕਲੀਫ ਦਾ, ਮੇਰੀ ਬਿਮਾਰੀ ਦਾ, ਮੇਰੀ ਦੁਸ਼ਟ ਆਤਮਾ ਦਾ, ਮੇਰੇ ਫੇਲੀਅਰ ਦਾ ਹੱਲ ਕੱਢ। ਦੇਖੋ ਉਸ ਪੰਛੀ ਨੂੰ ਜੋ ਨਾ ਬੋਲਦਾ ਹੈ, ਨਾ ਕੁਝ ਵੀ, ਉਹ ਇੱਕ ਸ਼ਬਦ ਵੀ ਨਹੀਂ ਬੋਲ ਸਕਦਾ, ਫਿਰ ਵੀ ਪਰਮੇਸ਼ਰ ਨੇ ਉਹਨੂੰ ਉਸ ਪੇਨ ਦੇ ਵਿੱਚ ਸੰਭਾਲ ਕੇ ਰੱਖਿਆ। ਅੱਜ ਇਸੇ ਲਈ ਉਸ ਨਬੀ ਨੇ ਤੁਹਾਨੂੰ ਮੈਨੂੰ ਇਹ ਐਗਜ਼ਾਮਪਲ ਦਿੱਤੀ ਆ ਕਿ ਅਗਰ ਪਰਮੇਸ਼ਰ ਉਸ ਬਾਜ ਨੂੰ, ਉਸ ਈਗਲ ਨੂੰ, ਇੱਕ ਪੰਛੀ ਨੂੰ ਜੋ ਬੋਲ ਕੇ ਆਪਣੀ ਪੇਨ ਨੂੰ ਪਰਮੇਸ਼ਰ ਦੇ ਅੱਗੇ ਨਹੀਂ ਰੱਖ ਪਾਉਂਦਾ ਤਾਂ ਉਹ ਤੁਹਾਡੇ ਮੇਰੇ ਲਈ ਕੀ ਨਾ ਕਰ ਪਾਏਗਾ? ਉਹ ਕੀ ਨਹੀਂ ਕਰ ਸਕਦਾ ਤੁਹਾਡੇ ਲਈ, ਮੇਰੇ ਲਈ? ਉਹ ਸਭ ਕੁਝ ਕਰ ਸਕਦਾ ਆ। ਅਗਰ ਉਹ ਪੰਛੀ ਉਸ ਪੇਨ ਨੂੰ ਸਹਿ ਕੇ ਆਪਣੇ ਅੰਦਰ ਉਹ ਨਵਾਂ ਬਲ ਪਾ ਸਕਦਾ ਹੈ ਤਾਂ ਤੁਸੀਂ, ਮੈਂ ਉਸ ਪੇਨ ਨੂੰ ਸਹਿ ਕੇ ਉਹ 2026 ਦੇ ਸ਼ਬਦਾਂ ਨੂੰ ਆਪਣੇ ਘਰ ਪਰਿਵਾਰ ਦੇ ਵਿੱਚ ਕਿਉਂ ਨਹੀਂ ਲੈ ਸਕਦੇ? ਕਿਉਂਕਿ ਆਲਰੇਡੀ ਤੁਹਾਡੇ ਮੇਰੇ ਨਬੀ ਨੇ ਇਹ ਸਵਰਗ ਤੋਂ ਆਏ ਹੋਏ ਸ਼ਬਦ ਤੁਹਾਨੂੰ ਮੈਨੂੰ ਦਿੱਤੇ ਆ, ਬੈਤਲਹਮ ਤੋਂ ਇਹ ਸ਼ਬਦ ਆਏ ਔਰ ਇਹਨਾਂ ਸ਼ਬਦਾਂ ਦੇ ਉੱਤੇ ਉਹਨੇ ਆਲਰੇਡੀ ਸਟੈਂਪ ਲਗਾ ਦਿੱਤੀ ਆ। ਉਹਨੇ ਬੋਲ ਕੇ ਲਿਖਤ ਦੇ ਵਿੱਚ ਤੁਹਾਨੂੰ ਮੈਨੂੰ ਦੇ ਦਿੱਤੇ ਆ ਕਿ ਅਗਰ ਮੈਂ ਲਿਖਤ ਦੇ ਵਿੱਚ ਤੁਹਾਨੂੰ ਦੇ ਰਿਹਾ ਆ ਤਾਂ ਮੈਂ ਇਹਨੂੰ ਪੂਰੀ ਕਰਨ ਦੀ ਸਾਮਰਥ ਵੀ ਰੱਖਦਾ ਆ। ਪਰ ਇਹ ਪੂਰੇ ਕਿਹਦੇ ਜੀਵਨ ਦੇ ਵਿੱਚ ਹੋਣੇ ਆ? ਉਹਦੇ ਜੀਵਨ ਦੇ ਵਿੱਚ ਹੀ ਹੋਣੇ ਆ ਜੋ ਇੱਕ ਬਾਜ ਦੀ ਤਰ੍ਹਾਂ ਉਸ ਪੇਨ ਨੂੰ ਸਹਿਣਗੇ,
ਉਸ ਪੇਨ ਨੂੰ ਸਹਿ ਕੇ ਉਹਦੇ ਵਿੱਚੋਂ ਨਿਕਲ ਕੇ ਉਸ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਉਸ ਉਕਾਬ ਦੀ ਤਰ੍ਹਾਂ ਉਸ ਉਡਾਨ ਨੂੰ ਭਰਨਗੇ। ਇਹ ਸ਼ਬਦ ਉਹਨਾਂ ਦੇ ਜੀਵਨ ਦੇ ਵਿੱਚ ਹੀ ਪੂਰੇ ਹੋਣੇ ਆ। ਹਾਲੇਲੂਇਆ। ਕਿਉਂ ਨਬੀ ਨੇ ਸਾਨੂੰ ਇਸ ਬਾਜ ਦੀ ਉਦਾਹਰਨ ਦਿੱਤੀ ਆ? ਕਿਉਂ ਨਬੀ ਨੇ ਇਸੇ ਸਾਲ ਸਾਨੂੰ ਬੈਤਲਹਮ ਦੇ ਵਿੱਚੋਂ ਸ਼ਬਦ ਦਿੱਤੇ ਆ? ਕਿਉਂ ਪਰਮੇਸ਼ਰ ਸਾਨੂੰ 2-4 ਹਫ਼ਤਿਆਂ ਤੋਂ ਨਬੀ ਦੇ ਸ਼ਬਦਾਂ ਨੂੰ ਪੂਰਾ ਹੋਣ ਵਾਲੇ ਸ਼ਬਦ ਜਿਹੜੇ ਆ ਉਹ ਸਾਨੂੰ ਸਿਖਾ ਰਿਹਾ ਆ? ਕਿਉਂ ਸਾਨੂੰ ਇਹ ਸ਼ਬਦ ਮਿਲੇ ਆ? ਕਿਉਂ ਸਾਨੂੰ ਇੱਕ ਬਾਜ ਦੀ ਐਗਜ਼ਾਮਪਲ ਦਿੱਤੀ ਜਾ ਰਹੀ ਆ? ਕਿਉਂਕਿ ਇਹ 2026 ਸਾਲ ਆਮ ਨਹੀਂ ਆ। ਉਹ ਜੋ ਆਮ ਆ ਇਹ ਉਹਨੂੰ ਵੀ ਖਾਸ ਬਣਾਉਣ ਜਾ ਰਿਹਾ ਆ, ਕਿਉਂਕਿ ਇਹਦੇ ਵਿੱਚ ਹੀ ਪਰਮੇਸ਼ਰ ਨੇ ਉਹ ਸਾਰੇ ਆਪਣੇ ਸ਼ਬਦਾਂ ਨੂੰ ਪੂਰਾ ਕਰਨਾ ਹੈ ਜੋ ਨਬੀ ਨੇ ਤੁਹਾਨੂੰ ਮੈਨੂੰ ਦਿੱਤੇ ਆ। ਔਰ ਤੁਸੀਂ ਇਹਨਾਂ ਸ਼ਬਦਾਂ ਨੂੰ ਦੇਖੋ, ਸੁਣੋ ਔਰ ਇਹਦੇ ਉੱਤੇ ਮਨਨ ਕਰੋ ਕਿ ਅੱਜ ਤੋਂ ਪਹਿਲਾਂ ਕਿਸੇ ਨੇ ਤੁਹਾਨੂੰ ਲਿਖਤ ਦੇ ਵਿੱਚ ਇਹ ਸ਼ਬਦ ਨਹੀਂ ਦਿੱਤੇ ਹੈਗੇ। ਕਿਹਨੂੰ ਮਿਲੇ ਆ? ਤੁਹਾਨੂੰ ਔਰ ਮੈਨੂੰ ਮਿਲੇ ਆ। ਉਹਨੂੰ ਮਿਲੇ ਆ ਜੋ ਮਹਾਸਾਮਤ ਦੇ ਨਾਲ ਇੱਕ ਮਨ ਆ। ਉਹਨੂੰ ਮਿਲੇ ਆ ਜੋ ਆਪਣੇ ਅਗੁਏ ਦੇ ਨਾਲ ਇੱਕ ਜੁਟ ਆ। ਔਰ ਇਹ ਪੂਰੇ ਕਿਹਦੇ ਜੀਵਨ 'ਚ ਹੋਣੇ ਆ? ਉਹਦੇ ਜੀਵਨ ਦੇ ਵਿੱਚ ਹੀ ਹੋਣੇ ਆ। ਜੋ ਇੱਧਰ ਉੱਧਰ ਦੀ ਤਿਗੜਮ ਲਗਾ ਰਹੇ ਆ ਇਹ ਉਹਦੇ ਜੀਵਨ 'ਚ ਪੂਰੇ ਨਹੀਂ ਹੋਣੇ, ਕਿਉਂਕਿ ਪਰਮੇਸ਼ਰ ਨੇ ਆਲਰੇਡੀ ਤੁਹਾਡੇ ਮੇਰੇ ਅੱਗੇ ਐਗਜ਼ਾਮਪਲ ਦੇ ਦਿੱਤੀ ਆ। ਕਿਉਂ ਅਸੀਂ 2-4 ਨਬੀਆਂ ਨੂੰ ਫਰੋਲਿਆ, ਦੇਖਿਆ ਉਹਨਾਂ ਸ਼ਬਦਾਂ ਨੂੰ ਕਿ ਪਰਮੇਸ਼ਰ ਨੇ ਉਹਨਾਂ ਨਬੀਆਂ ਦੇ ਸ਼ਬਦਾਂ ਨੂੰ ਚਾਹੇ 1000 ਸਾਲ ਪਹਿਲਾਂ ਵੀ ਬੋਲੇ ਗਏ ਸੀਗੇ, ਉਹ ਪਰਮੇਸ਼ਰ ਨੇ ਪੂਰੇ ਕੀਤੇ। ਆਪਣੇ ਪੁੱਤਰ ਨੂੰ ਵੀ ਉਹਨੇ ਉਸ ਦੇ ਵਿੱਚੋਂ ਨਗਾਇਆ। ਤਾਂ ਤੁਸੀਂ ਕੌਣ ਆ? ਕਿਉਂ ਨਹੀਂ ਉਹ ਪਰਮੇਸ਼ਰ ਤੁਹਾਨੂੰ ਮੈਨੂੰ ਵੀ ਉਹਨਾਂ ਸ਼ਬਦਾਂ ਨੂੰ ਪੂਰਾ ਕਰੇਗਾ? ਤੁਹਾਡੇ ਮੇਰੇ ਜੀਵਨ 'ਚ ਵੀ ਉਹ ਪੂਰਾ ਕਰੇਗਾ। ਉਹ ਕਰੇਗਾ, ਉਹਨੇ ਵਾਅਦਾ ਕੀਤਾ ਆ, ਉਹ ਕਰਕੇ ਰਹੇਗਾ। ਹਾਲੇਲੂਇਆ। ਔਰ ਅੱਜ ਉਹੀ ਨਬੀ, ਉਹੀ ਪਰਮੇਸ਼ਰ ਦਾ ਚੁਣਿਆ ਹੋਇਆ ਯੋਧਾ, ਚੁਣਿਆ ਹੋਇਆ ਨਬੀ, ਜਿਹਨੇ ਉਹਦੀ ਆਤਮਾ ਦੇ ਨਾਲ ਭਰ ਕੇ ਤੁਹਾਨੂੰ ਮੈਨੂੰ ਇਹ ਸਿਖਾਇਆ ਆ ਕਿ ਅਗਰ ਇੱਕ ਜਾਨਵਰ, ਇੱਕ ਪੰਛੀ ਜਿਹੜਾ ਆ ਉਹ ਆਪਣੇ ਅੰਦਰ ਬਦਲਾਵ ਕਰ ਸਕਦਾ ਆ, ਉਹ ਆਪਣੇ ਸਰੀਰ ਨੂੰ ਭੰਨ ਤੋੜ ਸਕਦਾ ਆ, ਤਾਂ ਮੈਂ ਆਪਣੇ ਅੰਦਰ, ਚਾਹੇ ਉਹ ਸਾਨੂੰ ਕੁਝ ਵੀ ਤੋੜਨ ਦੇ ਲਈ, ਭੰਨਣ ਦੇ ਲਈ ਨਹੀਂ ਕਹਿ ਰਿਹਾ ਹੈਗਾ, ਸਿਰਫ ਬਦਲਾਵ ਕਰਨ ਦੇ ਲਈ ਕਹਿ ਰਿਹਾ, ਤਾਂ ਮੈਂ ਕਿਉਂ ਨਹੀਂ ਕਰ ਸਕਦੇ? ਉਹ ਸਾਡੇ ਭਲਾਈ ਦੇ ਲਈ, ਸਾਡੇ ਭਲੇ ਦੇ ਲਈ ਸਾਨੂੰ ਕਹਿ ਰਿਹਾ ਆ, ਕਿਉਂਕਿ ਜਦ ਅਸੀਂ ਆਪਣੇ ਅੰਦਰ ਬਦਲਾਵ ਕਰਾਂਗੇ ਤਾਂ ਅਸੀਂ ਇਹ 2026 ਦੇ ਸਾਲ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੁੰਦਾ ਹੋਇਆ ਦੇਖਾਂਗੇ। ਪਰ ਅਗਰ ਉਹੀ 2 ਚਿੱਤਾ ਮਨ ਰਿਹਾ, ਅਗਰ ਉਹੀ 2 ਸੋਚਾਂ ਰਹੀਆਂ, ਅਗਰ ਉਹ 2 ਰਾਹੇ ਰਹੇ, ਕਦੀ ਇੱਧਰ ਕਦੀ ਉੱਧਰ, ਤਾਂ ਉਹ ਸ਼ਬਦ ਤੁਹਾਡੇ ਮੇਰੇ ਜੀਵਨ 'ਚ ਕਦੀ ਪੂਰੇ ਨਹੀਂ ਹੋਣੇ ਹੈਗੇ। ਕਿਉਂਕਿ ਇਹ ਉਹ ਪਰਮੇਸ਼ਰ ਆ ਜੋ 1000 ਸਾਲ ਪਹਿਲਾਂ ਵੀ ਬੋਲੇ ਗਏ ਆਪਣੇ ਨਬੀਆਂ ਦੇ ਸ਼ਬਦਾਂ ਨੂੰ ਯਾਦ ਰੱਖਦਾ ਆ। ਔਰ ਉਹ ਯਾਦ ਹੀ ਨਹੀਂ ਰੱਖਦਾ ਹੈਗਾ, ਉਹਨੂੰ ਪੂਰਾ ਕਰਕੇ ਤੁਹਾਡੇ ਮੇਰੇ ਅੱਗੇ ਲੈ ਕੇ ਆਉਂਦਾ ਆ। ਉਹਨੇ ਲਿਆ ਕੇ ਆਲਰੇਡੀ ਸਾਨੂੰ ਦਿੱਤੇ ਹੋਏ ਆ, ਦਿਖਾ ਦਿੱਤੇ ਆ, ਪੜ੍ਹਾ ਦਿੱਤੇ ਆ ਕਿ ਮੈਂ ਆਪਣੇ ਨਬੀਆਂ ਦੇ ਸ਼ਬਦਾਂ ਨੂੰ ਪੂਰਾ ਕੀਤੇ ਬਿਨਾ ਨਹੀਂ ਰਹਿੰਦਾ। ਉਸੇ ਤਰ੍ਹਾਂ ਉਹ ਪਰਮੇਸ਼ਰ ਅੱਜ ਤੁਹਾਨੂੰ ਮੈਨੂੰ ਇੱਕ ਬਾਜ ਦੀ ਐਗਜ਼ਾਮਪਲ ਦੇ ਰਿਹਾ ਆ। ਕੀ ਹੁੰਦਾ ਸੀਗਾ ਬਾਜ ਦੇ ਜੀਵਨ ਦੇ ਵਿੱਚ? ਜਦੋਂ ਅਸੀਂ ਈਗਲ, ਉਸ ਬਾਜ ਦੀ, ਉਸ ਉਕਾਬ ਦੀ ਸਟੋਰੀ ਨੂੰ ਪੜ੍ਹਦੇ ਆ, ਬਾਜ ਦੀ ਉਮਰ ਜਿਹੜੀ ਸੀਗੀ, ਉਹ ਉਮਰ ਜਿਹੜੀ ਆ ਉਹ 70 ਸਾਲ ਦੀ ਹੁੰਦੀ ਆ, ਜਿਹਦੇ ਵਿੱਚੋਂ ਉਹ 40 ਸਾਲ ਜਿਹੜਾ ਆ ਉਹ ਲਗਾਤਾਰ ਆਪਣੀ ਉੱਚੀ ਉਡਾਨ ਨੂੰ ਭਰਦਾ ਆ। ਲਗਾਤਾਰ ਉਹ ਆਪਣੇ ਬਲ ਦੇ ਨਾਲ, ਆਪਣੇ ਜ਼ੋਰ ਦੇ ਨਾਲ ਉਹ ਸਭ ਕੁਝ ਕਰਦਾ ਹੈ। ਆਪਣਾ ਪੂਰਾ ਜੀਵਨ 40 ਸਾਲ ਲਗਾਤਾਰ ਉਹ ਜਿਉਂਦਾ ਹੈ। ਉੱਚੀ ਉਡਾਨ, ਸਭ ਤੋਂ ਉੱਚੀ ਉਡਾਨ। ਵਚਨ ਸਾਨੂੰ ਦੱਸਦਾ ਹੈ ਕਿ ਅਗਰ ਤੁਸੀਂ ਖੁਦ ਵੀ ਸਰਚ ਕਰੋਗੇ ਕਿ ਬਾਜ ਤੋਂ ਉੱਚਾ ਜਿਹੜਾ ਆ ਕੋਈ ਪੰਛੀ ਨਹੀਂ ਜਿਹੜਾ ਬਾਜ ਤੋਂ ਉੱਚਾ ਉੜਦਾ ਆ। ਕਿਉਂ ਉਹ ਇੰਨਾ ਉੱਚਾ ਉੜਦਾ ਆ? ਕਿਉਂਕਿ ਉਹਦੇ ਅੰਦਰ ਉਹ ਬਲ, ਉਹ ਤਾਕਤ ਪਰਮੇਸ਼ਰ ਨੇ ਪਾਈ ਹੋਈ ਹੁੰਦੀ ਆ। ਇਸੇ ਕਰਕੇ ਉਹ ਉਹਦੇ ਜ਼ੋਰ ਦੇ ਨਾਲ, ਉਹਦੇ ਬਲ ਦੇ ਨਾਲ ਉੱਚਾ ਉੜਦਾ ਆ। ਅੱਜ ਉਸੇ ਤਰ੍ਹਾਂ ਪਰਮੇਸ਼ਰ ਤੁਹਾਨੂੰ ਮੈਨੂੰ ਵੀ ਉਸ 2026 ਦੇ ਵਿੱਚ ਨਵੇਂ ਬਲ ਦੇ ਨਾਲ ਭਰਨਾ ਚਾਹੁੰਦਾ ਆ। 70 ਸਾਲ ਦੀ ਉਹਦੀ ਉਮਰ ਆ, ਔਰ ਜਿਹਦੇ ਵਿੱਚ 40 ਸਾਲ ਜਿਹੜੇ ਆ ਉਹ ਲਗਾਤਾਰ ਉੱਚੀ ਉਡਾਨ ਭਰਦਾ ਆ। ਉਹ ਆਪਣਾ ਸ਼ਿਕਾਰ ਕਰਦਾ ਆ। ਉਹ ਆਪਣੀ ਮਿਹਨਤ ਦੇ ਨਾਲ, ਆਪਣੇ ਬਲ ਦੇ ਨਾਲ, ਆਪਣੇ ਜ਼ੋਰ ਦੇ ਨਾਲ ਉਹ ਸਭ ਕੁਝ ਆਪਣਾ ਖਾਂਦਾ ਆ, ਪੀਂਦਾ ਆ, ਸਾਰਾ ਕੁਝ ਉਹ ਕਰਦਾ ਆ। ਔਰ ਜਦੋਂ 40 ਸਾਲ ਉਹਦੇ ਪੂਰੇ ਹੋ ਜਾਂਦੇ ਆ ਤਾਂ ਉਹਦੇ ਸਰੀਰ ਦੇ ਵਿੱਚ ਜਿਹੜਾ ਬਲ ਆ ਹੌਲੀ ਹੌਲੀ ਘਟਣ ਲੱਗ ਜਾਂਦਾ ਆ। ਉਸ ਵੇਲੇ ਕੀ ਹੁੰਦਾ ਆ ਕਿ ਉਹਨੂੰ ਫੀਲ ਹੁੰਦਾ ਹੈ ਕਿ ਉਹਦਾ ਬਲ ਜਿਹੜਾ ਆ ਉਹ ਘਟਣ ਲੱਗ ਜਾਂਦਾ ਆ।
ਹਾਲੇਲੂਇਆ। ਵਚਨ 'ਚ ਲਿਖਿਆ ਕਿ ਪਰ ਯਹੋਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ। ਹੁਣ ਨਵੇਂ ਸਿਰਿਓਂ ਕਿਉਂ ਬਾਜ ਨੇ ਨਵੇਂ ਸਿਰਿਓਂ ਬਲ ਪਾਇਆ? ਇਹ ਤੋਂ ਪਤਾ ਲੱਗਦਾ ਹੈ ਕਿ 40 ਸਾਲ ਤੋਂ ਬਾਅਦ ਉਹਦਾ ਬਲ ਜਿਹੜਾ ਆ ਉਹ ਘਟਣ ਲੱਗ ਜਾਂਦਾ ਹੈ। ਕਿਉਂ ਘਟਣ ਲੱਗ ਜਾਂਦਾ ਆ? ਜਦ ਅਸੀਂ ਇਹਦੀ ਖੋਜ ਨੂੰ ਕੀਤਾ, ਇਹਦੇ ਬਾਰੇ ਸਰਚ ਕੀਤਾ, ਤਾਂ ਸਾਨੂੰ ਪਤਾ ਲੱਗਾ ਕਿ ਜਦ ਜਿਹੜੀ ਬਾਜ ਦੀ ਚੁੰਝ ਜਿਹੜੀ ਆ ਜਦ ਉਹ ਮੁੜ ਜਾਂਦੀ ਆ ਤਾਂ ਉਹ ਉਸ ਮੂੰਹ ਦੇ ਨਾਲ, ਉਸ ਚੁੰਝ ਦੇ ਨਾਲ ਕੁਝ ਖਾ ਪੀ ਨਹੀਂ ਸਕਦਾ ਹੈਗਾ। ਔਰ ਜਦ ਅਸੀਂ ਉਹਦੇ ਪੰਜਿਆਂ ਦੇ ਬਾਰੇ ਪੜ੍ਹਿਆ ਤਾਂ ਸਾਨੂੰ ਇਹ ਪਤਾ ਲੱਗਾ ਕਿ ਉਹਦੇ ਪੰਜੇ ਦੇ ਨਾਖੂਨ ਜਿਹੜੇ ਆ ਉਹ ਇੰਨੇ ਮੁੜ ਜਾਂਦੇ ਆ ਜਿਹਦੇ ਕਰਕੇ ਉਹ ਆਪਣਾ ਸ਼ਿਕਾਰ ਜਿਹੜਾ ਆ ਉਹ ਫੜ ਨਹੀਂ ਪਾਉਂਦਾ, ਉਹਦੀ ਚੰਗੀ ਤਰ੍ਹਾਂ ਪਕੜ ਨਹੀਂ ਕਰ ਪਾਉਂਦਾ। ਔਰ ਜਦ ਅਸੀਂ ਉਹਦੇ ਖੰਭਾਂ ਦੇ ਬਾਰੇ ਪੜ੍ਹਿਆ ਤਾਂ ਉਹਦੇ ਬਾਰੇ ਸਾਨੂੰ ਪਤਾ ਲੱਗਾ ਕਿ ਉਹ ਖੰਭ ਜਿਹੜੇ ਆ ਉਹ 40 ਸਾਲ ਦੇ ਦੌਰਾਨ ਇੰਨੇ ਭਾਰੀ ਹੋ ਜਾਂਦੇ ਆ ਕਿ ਉਹਦੇ ਵਜਨ ਦੇ ਕਰਕੇ ਉਹ ਉੱਚਾ ਉੱਡ ਨਹੀਂ ਪਾਉਂਦਾ ਹੈਗਾ। ਇਸ ਕਰਕੇ ਉਹਦਾ ਬਲ ਜਿਹੜਾ ਆ ਉਹ ਹੌਲੀ ਹੌਲੀ ਘਟਣ ਲੱਗ ਜਾਂਦਾ ਆ। ਪਰ ਜਦ ਉਹਨੂੰ ਪਤਾ ਲੱਗਦਾ ਹੈ ਕਿ ਮੇਰਾ ਬਲ ਜਿਹੜਾ ਹੁਣ ਘਟਣ ਲੱਗ ਪਿਆ ਆ, ਪਰ ਮੈਂ ਤਾਂ ਪਰਮੇਸ਼ਰ ਦਾ ਬਣਾਇਆ ਉਹ ਯੋਧਾ, ਉਹ ਸੂਰਮਾ ਆ, ਮੈਂ ਜੋ ਸਭ ਤੋਂ ਉੱਤਮ ਪੰਛੀਆਂ ਦੇ ਵਿੱਚੋਂ ਪੰਛੀ ਗਿਣਿਆ ਗਿਆ ਆ, ਜੋ ਸਭ ਤੋਂ ਉੱਚੀ ਉਡਾਨ ਵਾਲਾ ਪੰਛੀ ਆ, ਮੇਰੇ ਵਿੱਚ ਇਹ ਬਲ ਘਟਣ ਲੱਗ ਪਿਆ ਆ। ਪਰ ਉਹਨੇ ਇਹ ਨਹੀਂ ਸੋਚਿਆ ਕਿ ਅਗਰ ਮੇਰਾ ਬਲ ਘਟਣ ਲੱਗ ਪਿਆ ਆ, ਕੋਈ ਗੱਲ ਨਹੀਂ, ਹੌਲੀ ਹੌਲੀ ਇਹਨੇ ਘਟਣਾ ਹੀ ਆ, ਮੈਂ ਬੁੱਢਾ ਹੋਈ ਜਾਣਾ ਆ, ਜਿੱਦਾਂ ਮੈਂ ਬੁੱਢਾ ਹੋਊਂਗਾ ਮੇਰਾ ਬਲ ਘਟਣਾ ਆ ਔਰ ਇੱਕ ਦਿਨ ਏਦਾਂ ਦਾ ਆਊਗਾ ਮੈਂ ਮਰ ਜਾਊਂਗਾ। ਪਰ ਉਸ ਬਾਜ ਨੇ, ਉਸ ਪੰਛੀ ਨੇ ਦੇਖੋ ਆਪਣੇ ਅੰਦਰ ਇਹ ਸੋਚ ਨਹੀਂ ਲੈ ਕੇ ਆਂਦੀ ਕਿ ਕੋਈ ਗੱਲ ਨਹੀਂ, ਜੇ ਹੌਲੀ ਹੌਲੀ ਇਹ ਸਾਰਾ ਕੁਝ ਘਟਦਾ ਜਾ ਰਿਹਾ ਆ, ਕੋਈ ਗੱਲ ਨਹੀਂ, ਮੇਰੀ ਇੱਕ ਉਮਰ ਐਦਾਂ ਦੀ ਆਣੀ ਆ ਜੋ ਹੌਲੀ ਹੌਲੀ ਘਟੇਗੀ ਔਰ ਇੱਕ ਦਿਨ ਐਦਾਂ ਦਾ ਆ ਜਾਊਗਾ ਮੈਂ ਮਰ ਜਾਊਂਗਾ। ਪਰ ਨਹੀਂ, ਉਸ ਬਾਜ ਨੂੰ ਦੇਖੋ, ਉਸ ਪੰਛੀ ਨੂੰ ਦੇਖੋ, ਕਿਉਂ ਉਸ ਪੰਛੀ ਦੇ ਅੰਦਰ ਇਹ ਗੱਲ ਆਈ, ਇਹ ਸੋਚ ਆਈ ਕਿ ਨਹੀਂ, ਮੈਂ ਇਸ ਜੋ ਮੇਰੇ ਅੰਦਰ ਘਟ ਰਿਹਾ ਆ ਮੈਂ ਇਹਨੂੰ ਆਪਣੇ ਤੋਂ ਅਲੱਗ ਕਰ ਦਊਂਗਾ, ਜੋ ਮੇਰੇ ਵਿੱਚ ਵੱਧ ਰਿਹਾ ਆ ਮੈਂ ਇਹਨੂੰ ਤੋੜ ਦਊਂਗਾ, ਜੋ ਮੇਰੇ ਉੱਤੇ ਭਾਰ ਪਾ ਰਿਹਾ ਮੈਂ ਇਹਨੂੰ ਉਖਾੜ ਦਊਂਗਾ, ਜੋ ਮੈਨੂੰ ਮੇਰਾ ਹਿੱਸਾ ਲੈਣ ਤੋਂ ਰੋਕਦਾ ਆ ਮੈਂ ਉਹਨੂੰ ਜੜ ਤੋਂ ਪੁੱਟ ਦਊਂਗਾ, ਤਾਂ ਹੀ ਉਹ ਸਭ ਕੁਝ ਨਵਾਂ ਮੇਰੇ ਅੰਦਰ ਆਏਗਾ। ਉਸ ਪੰਛੀ ਦੇ ਅੰਦਰ ਇਹ ਸੋਚ ਆਈ। ਕਿੱਥੋਂ ਆਈ ਸੋਚ ਉਹਦੇ ਅੰਦਰ? ਕਿੱਥੋਂ ਆਈ? ਅੱਜ ਅਗਰ ਇਨਸਾਨ ਨੂੰ ਇਹ ਕਹਿ ਦਿੱਤਾ ਜਾਏ ਭਾਈ ਆਪਣੀ ਚੁੰਝ ਤੋੜ ਦੇ, ਆਪਣਾ ਹੱਥ ਤੋੜ ਦੇ, ਆਪਣੀ ਉਂਗਲ ਤੋੜ ਦੇ, ਤਾਂ ਉਹ 100 ਗੱਲਾਂ ਬਣਾਏਗਾ। ਉਹ ਇਸ ਗੱਲ ਤੇ ਇਸ਼ੂ ਕਰ ਦੇਗਾ ਕਿ ਹਾਂ ਇਹਨੇ ਮੈਨੂੰ ਏਦਾਂ ਕਰਨ ਨੂੰ ਕਹਿਤਾ। ਕਿਤੇ ਵਚਨ 'ਚ ਲਿਖਿਆ ਹੈ ਸਭ ਕੁਝ? ਕਿਤੇ ਵਚਨ 'ਚ ਲਿਖਿਆ ਹੈ ਕਿ ਆਪਣੀ ਚੁੰਝ ਤੋੜ ਦਿਓ, ਆਪਣੀ ਉਂਗਲ ਤੋੜ ਦਿਓ, ਆਪਣੇ ਪੈਰ ਤੋੜ ਦਿਓ ਜਾਂ ਆਪਣਾ ਕੋਈ ਅੰਗ ਤੋੜ ਦਿਓ? ਅੱਜ ਅਗਰ ਇਨਸਾਨ ਨੂੰ ਇਹ ਕਿਹਾ ਜਾ, ਪਰ ਪਰਮੇਸ਼ਰ ਤੁਹਾਨੂੰ ਮੈਨੂੰ ਇਹ ਕਰਨ ਦੇ ਲਈ ਨਹੀਂ ਕਹਿੰਦਾ ਹੈਗਾ। ਉਸ ਪੰਛੀ ਨੂੰ ਦੇਖੋ ਕਿ ਉਹਦੇ ਅੰਦਰ ਇਹ ਗੱਲ ਕਿੱਦਾਂ ਆਈ ਹੋਊਗੀ, ਉਹਦੇ ਅੰਦਰ ਇਹ ਸੋਚ ਕਿੱਦਾਂ ਆਈ ਹੋਊਗੀ ਕਿ ਮੈਂ ਬਦਲਾਵ ਕਰਨਾ ਆ, ਮੈਂ ਇਸ ਬੋਝ ਨੂੰ ਹਟਾਣਾ, ਇਸ ਭਾਰ ਨੂੰ ਮੈਂ ਹਟਾਣਾ ਆ, ਤਾਂ ਹੀ ਮੈਂ ਆਪਣੀ ਉਸ ਉਮਰ ਨੂੰ, ਉਸ ਕੰਮ ਨੂੰ, ਉਸ ਮਿਸ਼ਨ ਨੂੰ, ਉਸ ਪਰਮੇਸ਼ਰ ਦੇ ਕੰਮ ਨੂੰ ਪੂਰਾ ਕਰ ਸਕੂੰਗਾ ਜਿਹਦੇ ਲਈ ਮੈਂ ਚੁਣਿਆ ਗਿਆ ਆ, ਜਿਹਦੇ ਲਈ ਮੈਂ ਬੁਲਾਇਆ ਗਿਆ ਆ। ਹਾਲੇਲੂਇਆ। ਅਗਰ ਉਹ ਪੰਛੀ ਹਿੰਮਤ ਹਾਰ ਜਾਂਦਾ ਤਾਂ ਉਹ ਆਪਣੇ ਜੋ ਉਹਦੀ ਉਮਰ ਲਿਖੀ ਹੋਈ ਹੈ ਕਿ ਉਹ 70 ਸਾਲ ਤੱਕ ਜਿਉਂਦਾ ਆ, ਤਾਂ ਉਹ 30 ਸਾਲ ਵੀ ਪੂਰੇ ਨਾ ਕਰ ਪਾਉਂਦਾ। ਅੱਜ ਉਸੇ ਤਰ੍ਹਾਂ ਪਰਮੇਸ਼ਰ ਤੁਹਾਨੂੰ ਮੈਨੂੰ ਵੀ ਇਸ ਬਾਜ ਦੀ ਐਗਜ਼ਾਮਪਲ ਦੇ ਰਿਹਾ ਆ, ਕਹਿ ਰਿਹਾ ਆ ਕਿ ਅਗਰ ਅੱਜ ਵੀ ਤੁਹਾਡੇ ਮੇਰੇ ਅੰਦਰ ਉਹ ਸਭ ਕੁਝ ਪੁਰਾਣਾ ਚੱਲ ਰਿਹਾ ਆ ਔਰ ਉਕਾਬ ਦੀ ਤਰ੍ਹਾਂ ਨਵਾਂ ਬਲ, ਨਵੀਆਂ ਸੋਚਾਂ, ਨਵੇਂ ਖਿਆਲ, ਨਵੇਂ ਕੰਮ, ਨਵੀਆਂ ਆਦਤਾਂ ਨਹੀਂ ਆ ਰਹੀਆਂ ਹੈਗੀਆਂ, ਤਾਂ ਉਹਨੂੰ ਲਿਆਉਣਾ ਬਹੁਤ ਜ਼ਰੂਰੀ ਆ। ਉਸ ਬਾਜ ਨੇ ਵੀ ਕੋਸ਼ਿਸ਼ ਕੀਤੀ ਤਾਂ ਉਹ ਲੈ ਕੇ ਆਇਆ ਉਹ ਸਾਰਾ ਕੁਝ। ਉਹਨੇ ਕਿੱਦਾਂ ਲਿਆਂਦਾ? ਕਿਹਨੇ ਉਹਨੂੰ ਦੱਸਿਆ? ਕਿ ਕੋਈ ਪੁਰਾਣਾ ਪੰਛੀ ਜਾਂ ਕੋਈ YouTube ਚੈਨਲ ਜਾਂ ਕੋਈ ਉਹਨੇ ਏਦਾਂ ਦੀ ਨਿਊਜ਼ ਸੁਣੀ ਹੋਊਗੀ ਤਾਂ ਉਹਨੂੰ ਪਤਾ ਲੱਗਾ ਹੋਊਗਾ? ਪਰ ਨਹੀਂ, ਉਹ ਪਰਮੇਸ਼ਰ ਜੋ ਤੁਹਾਡਾ ਮੇਰਾ ਖਿਆਲ ਰੱਖਦਾ ਆ, ਉਹ ਪਰਮੇਸ਼ਰ ਜੋ ਤੁਹਾਡੇ ਮੇਰੇ ਲਈ ਸਭ ਕੁਝ ਮੁਹੱਈਆ ਕਰਨ ਵਾਲਾ ਪਰਮੇਸ਼ਰ ਆ, ਉਸੇ ਪਰਮੇਸ਼ਰ ਨੇ ਉਹਦੇ ਮਨ ਨੂੰ ਖੋਲਿਆ ਕਿ ਚਲਾ ਜਾ ਆਪਣੇ ਟਿਕਾਣੇ ਦੇ ਉੱਤੇ ਔਰ ਤੋੜ ਦੇ ਸਾਰਾ ਕੁਝ, ਵੇਟ ਕਰ, ਉਸ ਪੇਨ ਚੋਂ, ਉਸ ਪ੍ਰੋਸੈਸ ਚੋਂ ਨਿਕਲ ਤਾਂ ਮੈਂ ਤੈਨੂੰ ਨਵੇਂ ਬਲ ਦੇ ਨਾਲ ਭਰ ਦੇਵਾਂਗਾ। ਔਰ ਉਸੇ ਤਰ੍ਹਾਂ ਉਸ ਬਾਜ ਨੇ ਕੀਤਾ।
ਪਰਮੇਸ਼ਰ ਦਾ ਵਚਨ ਕਹਿੰਦਾ ਕਿ ਯਹੋਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਉਕਾਬਾਂ ਵਾਂਗੂ ਖੰਭਾਂ ਦੇ ਉੱਤੇ ਉੱਡਣਗੇ। ਉਹ ਨਵੇਂ ਸਿਰਿਓਂ ਬਲ ਪਾਉਣਗੇ ਔਰ ਉਕਾਬ ਦੀ ਤਰ੍ਹਾਂ ਖੰਭਾਂ ਦੇ ਉੱਤੇ ਉੱਡਣਗੇ। ਹੁਣ ਉਸ ਉਕਾਬ ਨੇ ਵੀ ਨਵੇਂ ਸਿਰੇ ਤੋਂ ਬਲ ਪਾਇਆ, ਤਾਂ ਹੀ ਉਹ ਉੱਡ ਪਾਇਆ, ਤਾਂ ਹੀ ਉਹ ਇੰਨਾ ਉੱਚਾ ਉੱਡਿਆ ਕਿ ਉਹ ਪਰਮੇਸ਼ਰ ਕਹਿ ਰਿਹਾ ਕਿ ਜਦੋਂ ਉਹ ਉੱਡਣਗੇ ਨਾ ਤਦ ਉਹ ਜਦੋਂ ਦੌੜਨਗੇ ਉਹ ਨਾ ਕਦੀ ਥੱਕਣਗੇ, ਉਹ ਚੱਲਣਗੇ ਤੇ ਕਦੀ ਹੁੱਸਣਗੇ ਨਹੀਂ। ਜਦ ਉਸ ਬਾਜ ਨੇ ਇਹ ਕੋਸ਼ਿਸ਼ ਕੀਤੀ ਕਿ ਨਹੀਂ ਮੈਂ ਇਹਨੂੰ ਦੁਬਾਰਾ ਵਾਪਸ ਲੈ ਕੇ ਆਵਾਂਗਾ, ਤਾਂ ਉਹ ਫਿਰ ਕੀ ਕਰਦਾ ਆ, ਉਹ ਉਸ ਬੋਝ ਨੂੰ ਲੈ ਕੇ, ਉਸ ਭਾਰੀਪਨ ਨੂੰ ਲੈ ਕੇ, ਜੋ ਉਹਦੇ ਖੰਭਾਂ ਦਾ ਭਾਰ ਆ, ਉਸ ਮੁੜੀ ਹੋਈ ਚੁੰਝ ਨੂੰ, ਮੁੜੇ ਹੋਏ ਪੰਜਿਆਂ ਨੂੰ ਲੈ ਕੇ, ਨਾਖੂਨਾਂ ਨੂੰ ਲੈ ਕੇ, ਉਹ ਆਪਣੇ ਉਸ ਆਲਣੇ ਦੇ ਵਿੱਚ, ਉਸ ਜਗ੍ਹਾ ਦੇ ਉੱਤੇ ਜਿੱਥੇ ਉਹ ਰਹਿੰਦਾ ਆ, ਉੱਚੇ ਪਹਾੜ ਦੇ ਉੱਤੇ, ਉੱਥੇ ਚਲਾ ਜਾਂਦਾ ਆ। ਔਰ ਉੱਥੇ ਜਾ ਕੇ ਸਭ ਤੋਂ ਪਹਿਲਾਂ ਉਹ ਆਪਣੀ ਚੁੰਝ ਨੂੰ ਤੋੜਦਾ ਆ। ਸਭ ਤੋਂ ਪਹਿਲਾਂ ਉਸ ਪੱਥਰ ਦੇ ਨਾਲ ਮਾਰ ਕੇ ਆਪਣੀ ਚੁੰਝ ਨੂੰ ਤੋੜਦਾ ਆ। ਔਰ ਫਿਰ ਵੇਟ ਕਰਦਾ ਆ, ਜਦ ਉਹਦੀ ਚੁੰਝ ਨਵੀਂ ਆ ਜਾਂਦੀ ਹੈ ਤਾਂ ਉਸੇ ਚੁੰਝ ਦੇ ਨਾਲ ਉਹ ਉਹਨਾਂ ਨਾਖੂਨਾਂ ਨੂੰ ਤੋੜਦਾ ਆ, ਔਰ ਉਸੇ ਚੁੰਝ ਦੇ ਨਾਲ ਉਹ ਉਹਨਾਂ ਭਾਰੀ ਖੰਭਾਂ ਨੂੰ ਤੋੜਦਾ ਆ। ਔਰ ਇਹ ਕੋਈ ਆਸਾਨ ਕੰਮ ਨਹੀਂ ਹੈਗਾ, ਆਪਣੇ ਸਰੀਰ ਨੂੰ ਤਕਲੀਫ ਦੇਣੀ ਇਹ ਆਸਾਨ ਕੰਮ ਨਹੀਂ ਹੈਗਾ, ਪਰ ਉਸ ਪੰਛੀ ਨੇ ਕੀਤਾ ਕਿਉਂਕਿ ਪਰਮੇਸ਼ਰ ਨੇ ਉਹਦੇ ਅੰਦਰ ਪਾ ਦਿੱਤਾ ਸੀਗਾ ਕਿ ਮੈਂ ਤੈਨੂੰ ਨਵੇਂ ਬਲ ਦੇ ਨਾਲ ਭਰ ਦਊਂਗਾ। ਅੱਜ ਤੁਹਾਨੂੰ ਮੈਨੂੰ ਪਰਮੇਸ਼ਰ ਵੀ ਇਹੀ ਕਹਿ ਰਿਹਾ ਆ ਮਹਾਸਾਮਤ ਦੇ ਜ਼ਰੀਏ ਕਿ ਤੁਹਾਡਾ ਮੇਰਾ ਬਲ ਜਿਹੜਾ ਆ ਉਹ ਸ਼ੇਰਾਂ ਵਰਗਾ ਉਕਾਬ ਦੀ ਤਰ੍ਹਾਂ ਹੋਏਗਾ, ਔਰ ਉਹ ਹੋਏਗਾ। ਤੁਹਾਨੂੰ ਮੈਨੂੰ ਵੀ ਅੱਜ ਇਹੀ ਸ਼ਬਦ ਦਿੱਤੇ ਗਏ ਕਿ ਇਸ ਸਾਲ ਦੇ ਵਿੱਚ ਤੁਸੀਂ ਉਸ ਸ਼ੇਰ ਦੀ ਤਰ੍ਹਾਂ ਬਲ ਪਾਓਗੇ, ਉਸ ਉਕਾਬ ਦੀ ਤਰ੍ਹਾਂ ਉੱਚੀ ਉਡਾਨ ਦੇ ਵਿੱਚ ਉੱਡੋਗੇ। ਔਰ ਤਾਂ ਉਹ ਕਰੇਗਾ, ਉਹ ਕਰਨ ਵਾਲਾ ਪਰਮੇਸ਼ਰ ਉਹ ਕਰੇਗਾ, ਜਿਸ ਤਰ੍ਹਾਂ ਉਹਨੇ ਬਾਜ ਦੀ ਮਦਦ ਕੀਤੀ। ਔਰ ਇਹ ਕੰਮ ਆਸਾਨ ਨਹੀਂ ਸੀਗਾ, ਉਹਨੇ ਆਪਣੇ ਆਪ ਖੁਦ ਇਸ ਤਕਲੀਫ ਨੂੰ ਲਿਆ ਔਰ ਇਸ ਤਕਲੀਫ ਦੇ ਵਿੱਚੋਂ ਨਿਕਲਿਆ। ਉਹਨੇ ਇਸ ਪ੍ਰੋਸੈਸ ਨੂੰ, ਸਾਨੂੰ ਜਦੋਂ ਅਸੀਂ ਇਹਦੇ ਬਾਰੇ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹਨੂੰ ਪੂਰਾ ਹੋਣ ਦੇ ਲਈ 4 ਤੋਂ 5 ਮਹੀਨੇ ਲੱਗ ਜਾਂਦੇ ਆ। ਔਰ ਤੁਸੀਂ ਸੋਚ ਕੇ ਦੇਖੋ ਉਸ ਪੇਨ ਨੂੰ 4 ਤੋਂ 5 ਮਹੀਨੇ ਉਸ ਪੇਨ ਨੂੰ ਚੱਲਣਾ, ਉਹ ਵੀ ਇੱਕ ਪੰਛੀ ਜੋ ਨਾ ਬੋਲ ਕੇ ਦੱਸ ਸਕਦਾ ਆ, ਨਾ ਕਿਸੇ ਦੇ ਅੱਗੇ ਕਿਸੇ ਨੂੰ ਕਹਿ ਸਕਦਾ ਹੈ ਕਿ ਮੈਨੂੰ ਪੇਨ ਹੋ ਰਹੀ ਹੈ, ਨਾ ਕਿਸੇ ਨੂੰ ਕਹਿ ਸਕਦਾ ਆ ਕਿ ਮੈਨੂੰ ਪੇਨ ਹੋ ਰਹੀ ਹੈ, ਮੈਨੂੰ ਕੋਈ ਦਵਾਈ ਦੇ ਦਿਓ ਜਾਂ ਮੈਨੂੰ ਕੋਈ ਮੈਡੀਸਨ ਦੇ ਦਿਓ। ਉਹਦੇ ਕੋਲ ਕੀ ਹੈ ਉਸ ਵੇਲੇ? ਕੁਝ ਵੀ ਨਹੀਂ ਹੈਗਾ। ਅੱਜ ਤੁਹਾਡੇ ਮੇਰੇ ਕੋਲ ਸਭ ਕੁਝ ਪਰਮੇਸ਼ਰ ਨੇ ਸਹੂਲਤ ਅਵੇਲੇਬਲ ਕੀਤੀ ਹੋਈ ਆ, ਸਭ ਕੁਝ ਤੁਹਾਡੇ ਲਈ ਮੇਰੇ ਲਈ ਮੁਹੱਈਆ ਕੀਤਾ ਹੈ। ਜਰਾ ਕੁ ਪੇਨ ਹੁੰਦੀ ਹੈ ਤਾਂ ਅਸੀਂ ਮੈਡੀਸਨ ਲੈਣ ਲੱਗ ਪੈਂਦੇ ਆ, ਪਰ ਉਸ ਬਾਜ ਦੇ ਕੋਲ ਕੀ ਸੀਗਾ ਉਸ ਵੇਲੇ? ਕੁਝ ਵੀ ਨਹੀਂ ਸੀਗਾ। ਨਾ ਉਹਦੇ ਕੋਈ ਏਦਾਂ ਦੀ ਸਹੂਲਤ ਸੀਗੀ, ਨਾ ਕੋਈ ਉਹਦੇ ਕੋਲ ਡਾਕਟਰ ਸੀਗਾ, ਨਾ ਹੀ ਉਹਦੇ ਕੋਲ ਕੋਈ ਏਦਾਂ ਦੀ ਦਵਾਈ ਸੀਗੀ ਕਿ ਉਹਨੂੰ ਖਾ ਲੈਂਦਾ ਤਾਂ ਆਪਣੀ ਪੇਨ ਤੋਂ ਰਾਹਤ ਪਾਉਂਦਾ। ਪਰ ਉਸਨੇ ਉਸ ਪੇਨ ਨੂੰ ਝੱਲਿਆ, ਉਸਨੇ ਉਸ ਪ੍ਰੋਸੈਸ ਨੂੰ ਝੱਲਿਆ। ਅੱਜ ਇਨਸਾਨ ਨੂੰ ਜਰਾ ਵੀ ਤਕਲੀਫ ਹੁੰਦੀ ਹੈ, ਜਰਾ ਕੁ ਵੀ ਪੇਨ ਹੁੰਦੀ ਹੈ ਤਾਂ ਉਹ ਕੁੜਕੜਾਉਣ ਲੱਗ ਪੈਂਦਾ ਆ। ਜਰਾ ਕੁ ਵੀ ਉਹਦੇ ਸਰੀਰ ਨੂੰ ਕੁਝ ਹੁੰਦਾ ਤਾਂ ਉਹ ਕੁੜਕੜਾਉਣ ਲੱਗ ਪੈਂਦਾ। ਉਹ ਸਿੱਧਾ ਉਸ ਪਰਮੇਸ਼ਰ ਨੂੰ ਟਾਰਗੇਟ ਕਰ ਦਿੰਦਾ ਹੈ ਕਿ ਪਰਮੇਸ਼ਰ ਕਿ ਤੂੰ ਮੈਨੂੰ ਇਸ ਲਈ ਚੁਣਿਆ ਸੀਗਾ ਕਿ ਮੈਂ ਪੇਨ ਦੇ ਵਿੱਚ ਰਹਾਂ। ਪਰ ਅਸੀਂ ਉਸ ਬਾਜ ਦੀ ਸਟੋਰੀ ਤੋਂ ਇਹੀ ਸਿੱਖਦੇ ਹਾਂ ਕਿ ਅਗਰ ਅਸੀਂ ਉਸ ਬਾਜ ਦੀ ਤਰ੍ਹਾਂ ਉਸ ਪੇਨ ਨੂੰ ਸਹਿੰਦੇ ਹਾਂ, ਪਰਮੇਸ਼ਰ ਦੀ ਉਸ ਗ੍ਰੇਸ ਨੂੰ ਲੈਂਦੇ ਹਾਂ, ਉਹਦੀ ਯੋਜਨਾ ਨੂੰ ਅਸੀਂ ਸਮਝ ਪਾਉਂਦੇ ਹਾਂ, ਤਾਂ ਉਹ ਪਰਮੇਸ਼ਰ ਜੋ ਉਸ ਬਾਜ ਨੇ ਬੋਲ ਕੇ ਵੀ ਨਹੀਂ ਦੱਸਿਆ, ਅੱਜ ਤੁਸੀਂ ਮੈਂ ਬੋਲ ਕੇ ਉਹਨੂੰ ਦੱਸ ਦਿੰਦੇ ਹਾਂ, ਤਾਂ ਉਹ ਪਰਮੇਸ਼ਰ ਜੋ ਇੱਕ ਜਾਨਵਰ ਦੀ, ਇੱਕ ਪੰਛੀ ਦੀ ਮਦਦ ਕਰਦਾ ਹੈ, ਉਹਨੂੰ ਉਸ ਪ੍ਰੋਸੈਸ ਦੇ ਵਿੱਚੋਂ ਕੱਢਦਾ ਹੈ, ਉਹਨੂੰ ਉਸ ਪੇਨ ਦੇ ਵਿੱਚੋਂ ਕੱਢਦਾ ਹੈ, ਤਾਂ ਉਹ ਤੁਹਾਨੂੰ ਮੈਨੂੰ ਉਸ ਪੇਨ ਦੇ ਵਿੱਚੋਂ ਕਿਉਂ ਨਾ ਕੱਢੂਗਾ? ਕਿਉਂਕਿ ਹਰ ਇੱਕ ਹਿੱਸਾ ਜਿਹੜਾ ਆ, ਹਰ ਇੱਕ ਪੇਨ ਜਿਹੜੀ ਆ, ਉਹ ਪਰਮੇਸ਼ਰ ਉਹ ਉਸ ਪੇਨ ਦੇ ਵਿੱਚੋਂ ਤੁਹਾਨੂੰ ਕਈ ਵਾਰ ਉਸ ਪੇਨ ਦੇ ਵਿੱਚ ਰੱਖਦਾ ਆ, ਔਰ ਉਹਦਾ ਹੀ ਕੰਮ ਆ ਉਹ ਤੁਹਾਨੂੰ ਪੇਨ ਦੇ ਵਿੱਚੋਂ ਕੱਢੇਗਾ ਵੀ। ਜਿਸ ਤਰ੍ਹਾਂ ਉਸ ਬਾਜ ਨੂੰ ਕੱਢਿਆ, ਉਹਨੇ ਉਸ ਦਰਦ ਨੂੰ ਝੱਲਿਆ, ਉਹਨੇ ਹਿੰਮਤ ਨਹੀਂ ਹਾਰੀ ਹੈਗੀ ਕਿ ਮੇਰੇ ਉੱਤੇ ਇਹ ਭਾਰ ਪੈ ਕੇ ਬਹਿ ਗਿਆ, ਮੇਰੇ ਖੰਭ ਵੀ ਮੇਰੇ ਉੱਤੇ ਭਾਰ ਪਾ ਕੇ ਬੈਠ ਗਏ ਆ, ਮੇਰੇ ਹੀ ਖੰਭ ਮੈਨੂੰ ਉੱਚਾ ਉੜਨ ਨਹੀਂ ਦਿੰਦੇ ਹੈਗੇ, ਮੇਰੀ ਹੀ ਚੁੰਝ ਮੈਨੂੰ ਖਾਣਾ ਨਹੀਂ ਖਾਣ ਦਿੰਦੀ ਹੈਗੀ, ਮੇਰੇ ਹੀ ਪੰਜੇ ਮੈਨੂੰ ਸ਼ਿਕਾਰ ਨਹੀਂ ਫੜਨ ਦਿੰਦੇ ਹੈਗੇ। ਤਾਂ ਉਹਨੇ ਕੀ ਸੋਚਿਆ?
ਉਹਨੇ ਕੀ ਸੋਚਿਆ ਕਿ ਮੈਂ ਇਹਨੂੰ ਤੋੜ ਦਊਂਗਾ, ਮੈਂ ਇਹਨੂੰ ਭੰਨ ਦਊਂਗਾ, ਮੈਂ ਇਹਨੂੰ ਉਖਾੜ ਦਊਂਗਾ, ਮੈਂ ਉਸ ਸਮੇਂ ਦੀ ਵੇਟ ਕਰੂੰਗਾ, ਮੈਂ ਉਸ ਪ੍ਰੋਸੈਸ ਦੇ ਵਿੱਚੋਂ ਨਿਕਲੂੰਗਾ, ਮੈਂ ਉਸ ਬਲ ਨੂੰ ਦੁਬਾਰਾ ਪਾਊਂਗਾ। ਔਰ ਹੋਇਆ ਵੀ ਏਦਾਂ ਹੀ। ਜਦ ਉਹਨੇ ਇਸ ਗੱਲਾਂ ਨੂੰ ਇਸ ਇਹਨਾਂ ਸੋਚਾਂ ਨੂੰ, ਇਸ ਮਿਸ਼ਨ ਨੂੰ ਆਪਣੇ ਅੰਦਰ ਰੱਖਿਆ ਤਾਂ ਉਹਨੇ ਉਸੇ ਤਰ੍ਹਾਂ ਪਾਇਆ ਵੀ। ਔਰ ਉਹਨੂੰ ਪਾਣ ਦੇ ਵਿੱਚ ਮਦਦ ਉਹਦੀ ਕਿਹਨੇ ਕੀਤੀ? ਉਸੇ ਪਰਮੇਸ਼ਰ ਨੇ ਜਿਹਨੇ ਉਹਨੂੰ ਬਣਾਇਆ। ਹਰ ਇੱਕ ਚੀਜ਼, ਹਰ ਇੱਕ ਜਾਨਵਰ, ਪੰਛੀ, ਤੁਸੀਂ, ਮੈਂ ਪਰਮੇਸ਼ਰ ਦੇ ਹੱਥਾਂ ਦੇ ਨਾਲ ਬਣਾਏ ਹੋਏ, ਮੂੰਹ ਦੇ ਬੋਲੇ ਹੋਏ ਸ਼ਬਦ ਆ। ਔਰ ਪਰਮੇਸ਼ਰ ਉਹਨਾਂ ਦਾ ਖਿਆਲ ਰੱਖਣਾ ਵੀ ਜਾਣਦਾ ਆ। ਉਸੇ ਪਰਮੇਸ਼ਰ ਨੇ ਉਸ ਬੇਜ਼ੁਬਾਨ ਜਾਨਵਰ ਦਾ, ਉਸ ਪੰਛੀ ਦਾ ਖਿਆਲ ਰੱਖਿਆ। ਤੁਹਾਡੇ ਮੇਰੇ ਵਿੱਚ ਤਾਂ ਪਰਮੇਸ਼ਰ ਨੇ ਜ਼ੁਬਾਨ ਦਿੱਤੀ ਹੈ ਜਿਹਨੂੰ ਬੋਲ ਕੇ ਅਸੀਂ ਦੱਸ ਦਿੰਦੇ ਹਾਂ ਕਿ ਹਾਂ ਪਰਮੇਸ਼ਰ, ਮੇਰਾ ਆਹ ਹਿੱਸਾ ਕਮਜ਼ੋਰ ਆ, ਇਹਨੂੰ ਬਦਲ ਦੇ। ਕਿ ਹਾਂ ਮੇਰੇ ਪਰਮੇਸ਼ਰ, ਮੇਰੇ ਅੰਦਰ ਬਿਮਾਰੀ ਆ, ਇਹਨੂੰ ਹਟਾ ਦੇ। ਮੇਰੇ ਬੱਚਿਆਂ ਦੇ ਵਿੱਚ ਫੇਲੀਅਰ ਆ, ਇਹਨੂੰ ਹਟਾ ਦੇ। ਮੇਰੇ ਅੰਦਰ ਸਭ ਕੁਝ ਅਧੂਰਾ ਆ, ਉਹਨੂੰ ਪੂਰਾ ਕਰ ਦੇ। ਉਸੇ ਪਰਮੇਸ਼ਰ ਨੇ ਤੁਹਾਨੂੰ ਮੈਨੂੰ ਇਹ ਸ਼ਬਦ ਦਿੱਤੇ ਆ ਤਾਂ ਕਿ ਅਸੀਂ ਉਸ ਜ਼ੁਬਾਨ ਦੇ ਨਾਲ ਬੋਲੀਏ ਔਰ ਅੰਗੀਕਾਰ ਕਰੀਏ, ਉਹਨਾਂ ਸ਼ਬਦਾਂ ਨੂੰ ਆਪਣੇ ਘਰ ਦੇ ਉੱਤੇ, ਪਰਿਵਾਰ ਦੇ ਉੱਤੇ ਰਿਲੀਜ਼ ਕਰੀਏ ਤਾਂ ਕਿ ਉਹ ਕਰ ਦੇਵੇ ਜੋ ਉਹਨੇ ਬੋਲਿਆ, ਜੋ ਉਹਨੇ ਲਿਖਤ ਦੇ ਵਿੱਚ ਤੁਹਾਨੂੰ ਮੈਨੂੰ ਦਿੱਤਾ ਆ। ਕਿਉਂਕਿ ਉਹ ਕਰਨ ਵਾਲਾ ਪਰਮੇਸ਼ਰ ਆ। ਅਸੀਂ ਆਲਰੇਡੀ ਪਹਿਲਾਂ ਤੋਂ ਹੀ ਪੜ ਚੁੱਕੇ ਆ ਕਿ ਉਹ ਪਰਮੇਸ਼ਰ ਆ ਜੋ ਹਜ਼ਾਰਾਂ ਸਾਲ ਪਹਿਲਾਂ, ਜੋ 7000 ਸਾਲ ਪਹਿਲਾਂ ਵੀ ਬੋਲੇ ਗਏ ਆਪਣੇ ਨਬੀਆਂ ਦੇ ਸ਼ਬਦਾਂ ਨੂੰ ਨਹੀਂ ਭੁੱਲਦਾ, ਨਹੀਂ ਭੁੱਲਿਆ ਔਰ ਉਹਨੂੰ ਪੂਰਾ ਕੀਤਾ ਆ। ਉਹਨੇ ਆਪਣੇ ਪੁੱਤਰ ਨੂੰ ਵੀ ਉਹਨਾਂ ਸ਼ਬਦਾਂ ਦੇ ਵਿੱਚੋਂ ਦੀ ਕੱਢਿਆ। ਉਹਨੇ ਉਸ ਬੇਜ਼ੁਬਾਨ ਜਾਨਵਰ ਦੀ ਐਗਜ਼ਾਮਪਲ ਦੇ ਕੇ ਸਾਨੂੰ ਸਮਝਾਇਆ, ਸਾਨੂੰ ਸਿਖਾਇਆ ਕਿ ਕਿਸ ਤਰ੍ਹਾਂ ਇੱਕ ਉਕਾਬ ਜਿਹੜਾ ਆ ਉਹ ਆਪਣੀ ਕੋਸ਼ਿਸ਼ ਦੇ ਨਾਲ, ਆਪਣੇ ਐਫਰਟ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਹਾਰਡ ਵਰਕ ਦੇ ਨਾਲ ਉਸ ਪੇਨ ਦੇ ਵਿੱਚੋਂ, ਉਸ ਪ੍ਰੋਸੈਸ ਦੇ ਵਿੱਚੋਂ ਨਿਕਲਦਾ ਆ, ਜਿਹਦੇ ਵਿੱਚੋਂ ਤੁਸੀਂ, ਮੈਂ, ਤੁਹਾਨੂੰ, ਮੈਨੂੰ ਵੀ ਉਹ ਪਰਮੇਸ਼ਰ ਕੱਢ ਲੈਂਦਾ ਆ ਔਰ ਉਸ ਬਲ ਦੇ ਨਾਲ ਭਰ ਦਿੰਦਾ ਆ। ਔਰ ਅਸੀਂ ਦੇਖਿਆ ਕਿ ਜਦ ਉਸ ਬਾਜ ਨੇ ਉਸ ਬਲ ਨੂੰ ਦੁਬਾਰਾ ਪਾਇਆ ਤਾਂ ਉਹਨੇ ਉਹੀ ਉੱਚੀ ਉਡਾਨ ਅਸਮਾਨਾਂ ਦੇ ਉੱਤੇ, ਉਹੀ ਉੱਚੀ ਉਡਾਨ, ਜਦੋਂ ਅਸੀਂ ਸਰਚ ਕਰਾਂਗੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਹ ਬਾਜ ਜਿਹੜਾ ਆ ਉਹ ਵੱਡੇ ਤੋਂ ਵੱਡੇ ਪਲੇਨ ਤੋਂ ਵੀ ਉੱਚਾ ਉੱਡਦਾ ਆ। ਸੋਚ ਕੇ ਦੇਖੋ ਉਹਦੀ ਉਡਾਨ, ਸੋਚ ਕੇ ਦੇਖੋ ਇਸ ਗੱਲ ਨੂੰ ਕਿ ਉਹ ਏਡੀ ਵੱਡੀ ਉਡਾਨ ਭਰਦਾ ਆ ਉਹ ਪੰਛੀ। ਔਰ ਨਬੀ ਸਾਨੂੰ ਇੱਥੇ ਕੀ ਸਿਖਾ ਰਿਹਾ ਆ ਕਿ ਤੁਸੀਂ, ਮੈਂ ਜਿਹੜੇ ਆ ਉਸ ਉਕਾਬ ਦੇ ਬਲ ਦੇ ਨਾਲ ਭਰਾਂਗੇ। ਇਹਦਾ ਮਤਲਬ ਕਿ ਤੁਸੀਂ, ਮੈਂ ਵੀ ਆਪਣੇ ਨਬੀ ਦੇ ਸ਼ਬਦਾਂ ਨੂੰ ਪੂਰਾ ਕਰਦੇ ਹੋਏ, ਆਪਣੇ ਨਬੀ ਦੀਆਂ ਗੱਲਾਂ ਦੇ ਵਿੱਚ ਇੱਕ ਮਨ ਹੁੰਦੇ ਹੋਏ, ਉਹਦੇ ਸ਼ਬਦਾਂ ਦੇ ਵਿੱਚ ਇੱਕ ਜੁੱਟ ਹੁੰਦੇ ਹੋਏ ਅਸੀਂ ਵੀ ਉਸ ਉਕਾਬ ਦੀ ਤਰ੍ਹਾਂ ਉਸ ਉੱਚੀ ਉਡਾਨ ਨੂੰ ਭਰਾਂਗੇ। ਔਰ ਏਦਾਂ ਦੀ ਉਡਾਨ, ਉਹ ਵਚਨ ਦੱਸਦਾ ਹੈ ਕਿ ਏਦਾਂ ਦੀ ਉਡਾਨ ਕਿ ਉਹ ਜਦ ਦੌੜਨਗੇ ਉਹ ਕਦੇ ਥੱਕਣਗੇ ਹੀ ਨਹੀਂ। ਇਹਦਾ ਮਤਲਬ ਕਿ ਤੁਸੀਂ ਏਦਾਂ ਦੀ ਉਡਾਨ ਭਰ ਜਾਓਗੇ ਕਿ ਤੁਸੀਂ ਜਦ ਦੌੜੋਗੇ ਕਿਹਦੇ ਵਿੱਚ, ਕਿਸੇ ਵੀ ਕੰਮ ਦੇ ਵਿੱਚ ਦੌੜੋਗੇ ਤਾਂ ਤੁਸੀਂ ਕਦੀ ਫੇਲ ਨਹੀਂ ਹੋਵੋਗੇ, ਕਦੀ ਥੱਕੋਗੇ ਨਹੀਂ। ਔਰ ਜਦ ਤੁਸੀਂ ਚੱਲੋਗੇ ਤੁਸੀਂ ਕਦੇ ਵੀ ਹੁਸੋਗੇ ਨਹੀਂ। ਹਾਲੇਲੂਇਆ। ਉਹ ਪਰਮੇਸ਼ਰ ਤੁਹਾਡੇ ਮੇਰੇ ਦੇ ਵਿੱਚ ਉਹੀ ਬਲ, ਉਹੀ ਜ਼ੋਰ, ਉਹੀ ਤਾਕਤ ਪਾਉਣਾ ਚਾਹੁੰਦਾ ਆ ਜੋ ਉਹਨੇ ਇੱਕ ਬਾਜ ਦੇ ਅੰਦਰ ਪਾਈ ਆ, ਜੋ ਉਹਨੇ ਇੱਕ ਪੰਛੀ ਦੇ ਅੰਦਰ ਪਾਈ ਆ, ਜੋ ਉਹਨੇ ਇੱਕ ਬੇਜ਼ੁਬਾਨ ਜਾਨਵਰ ਦੇ ਅੰਦਰ ਪਾਈ ਆ। ਅੱਜ ਉਹੀ ਪਰਮੇਸ਼ਰ ਤੁਹਾਡੇ ਮੇਰੇ ਵਿੱਚ ਵੀ ਉਹੀ ਬਲ ਪਾਉਂਦਾ ਆ। ਪਰ ਇਹ ਬਲ ਕੌਣ ਲਊਗੇ? ਕੌਣ ਕਿਹਨਾਂ ਦੇ ਜੀਵਨ ਦੇ ਵਿੱਚ ਇਹ ਬਲ ਆਊਗਾ? ਉਹਨਾਂ ਦੇ ਵਿੱਚ ਹੀ ਆਊਗਾ ਜੋ ਇਹਨਾਂ ਸ਼ਬਦਾਂ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰਨਗੇ, ਕਰਦਾ ਹੋਇਆ ਦੇਖਣਗੇ ਔਰ ਜੋ ਇੱਕ ਮਨ ਇੱਕ ਜੁਟ ਉਸ ਬਦਲਾਵ ਦੇ ਵਿੱਚ ਬਣੇ ਰਹਿਣਗੇ ਕਿ ਅਗਰ ਮੇਰੇ ਨਬੀ ਨੇ ਮੈਨੂੰ ਇਹ ਸ਼ਬਦ ਦਿੱਤੇ ਆ ਤਾਂ ਇਹ ਪੂਰੇ ਹੋ ਕੇ ਰਹਿਣਗੇ। ਕਿਉਂਕਿ ਪਰਮੇਸ਼ਰ ਨਬੀਆਂ ਦੇ ਸ਼ਬਦਾਂ ਨੂੰ ਪੂਰਾ ਕਰਦਾ ਆਇਆ ਆ ਔਰ ਉਹ ਕਰਦਾ ਰਹੇਗਾ। ਪਰ ਅਗਰ ਉਸ ਬਾਜ ਦੇ ਉੱਤੇ ਆ ਕੇ, ਜਦੋਂ ਅਸੀਂ ਇਹਦੀ ਹੋਰ ਗਹਿਰਾਈ ਨੂੰ ਪੜ੍ਹਦੇ ਹਾਂ ਕਿ ਅਗਰ ਬਾਜ ਦੇ ਉੱਤੇ ਆ ਕੇ ਇੱਕ ਕਾਂ ਬੈਠ ਜਾਵੇ ਤਾਂ ਕੀ ਉਹ ਉਸ ਕਾਂ ਤੋਂ ਡਰ ਜਾਂਦਾ ਆ?
ठीक उसे तरह कि अगर तुहाडे मेरे लिए ऑलरेडी नबी ने शब्द दिते आ कि अगर कोई तीसरा आके तुहानू मैनू उन्हां शब्दां तो गुमराह कर दूगा तां की असीं गुमराह हो जावांगे? बिल्कुल नहीं, क्योंकि वो बाज जिहड़ा आ वो उस ਕਾਂ ਨੂੰ भी हटा दिंदा है, चाहे वो कमजोर हुंदा है उस वेले, चाहे वो उस वेले ਉਹਦੇ ਵਿੱਚ बल नहीं हुंदा हैगा, पर फिर भी ਉਹ ਉਹਨੂੰ हटा दिंदा आ। पर किते ना किते ਉਹ आ के ਉਹਨੂੰ ਜ਼ਰੂਰ ਬੋਲਦਾ ਹੋਊਗਾ, किते ना किते ਉਹ ਕਾਂ भी ਉਹਨੂੰ आ के ਬੋਲਦਾ ਹੋਊਗਾ कि ਹੁਣ ਤੇਰਾ बल किथे गया, ਹੁਣ ਤਾਂ ਤੂੰ ਮੇਰੇ ਤੋਂ ਵੀ ਉੱਚਾ ਨਹੀਂ ਉੱਡ ਸਕਦਾ ਹੈਗਾ। ਕਿਤੇ ਨਾ ਕਿਤੇ ਉਹਨੂੰ ਚੜਾਉਂਦਾ ਹੋਊਗਾ। ਅੱਜ ਤੁਹਾਡੇ ਮੇਰੇ ਜੀਵਨ 'ਚ ਵੀ ਇਹ ਹੁੰਦਾ ਹੋਊਗਾ, ਕੋਈ ਨਾ ਕੋਈ ਤੀਸਰਾ ਆ ਕੇ ਤੁਹਾਨੂੰ ਮੈਨੂੰ ਉਸ ਪਰਮੇਸ਼ਰ ਦੇ ਉਸ ਅਗੁਏ ਤੋਂ ਬੇਮੁਖ ਕਰਦਾ ਹੋਊਗਾ, ਇੱਕਜੁੱਟ ਹੋਣ ਤੋਂ ਰੋਕਦਾ ਹੋਊਗਾ। ਪਰ ਜਦ ਉਹ ਬਾਜ, ਉਹ ਬੇਜ਼ੁਬਾਨ ਜਾਨਵਰ ਜਿਹੜਾ ਆ ਉਹ ਆਪਣੀ ਸੋਚ ਉਸ ਪਰਮੇਸ਼ਰ ਦੇ ਉੱਤੇ ਲਾਉਂਦਾ ਆ, ਦੇਖਦਾ ਆ ਕਿ ਮੈਨੂੰ ਪਰਮੇਸ਼ਰ ਨੇ ਉਸ ਬਲ ਦੇ ਨਾਲ ਭਰਿਆ ਆ, ਮੇਰੇ ਪੇਨ ਦੇ ਵਿੱਚ ਉਹਨੇ ਮੇਰੀ ਮਦਦ ਕੀਤੀ ਆ, ਤਾਂ ਮੈਂ ਉਸ ਕਾਂ ਦੀ ਵੀ ਪਰਵਾਹ ਨਹੀਂ ਕਰਾਂਗਾ। ਮੈਂ ਉਸ ਕਾਂ ਦੀ ਵੀ ਪਰਵਾਹ ਨਹੀਂ ਕਰਾਂਗਾ, ਚਾਹੇ ਉਹ ਮੈਨੂੰ ਆ ਕੇ ਚੜਾਉਂਦਾ ਆ, ਚਾਹੇ ਮੈਨੂੰ ਆ ਕੇ ਮੇਰੇ ਰਸਤੇ ਤੋਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਵੀ ਮੈਂ ਉਹਦੀ ਪਰਵਾਹ ਨਹੀਂ ਕਰਾਂਗਾ। ਮੈਂ ਸਿੱਧਾ ਫੋਕਸ ਆਪਣੇ ਉਸ ਨਬੀ ਦੇ ਉੱਤੇ ਰੱਖਾਂਗਾ, ਉਹਦੇ ਸ਼ਬਦਾਂ ਦੇ ਉੱਤੇ ਰੱਖਾਂਗਾ, ਉਸ ਪਰਮੇਸ਼ਰ ਦੇ ਵੱਲ ਰੱਖਾਂਗਾ, ਤਾਂ ਕੋਈ ਦੁਨੀਆ ਦੀ ਕੋਈ ਤਾਕਤ ਮੈਨੂੰ ਉਸ ਉਕਾਬ ਦੀ ਤਰ੍ਹਾਂ ਉੱਚਾ ਉੜਨ ਤੋਂ ਰੋਕ ਨਹੀਂ ਪਾਏਗੀ। ਇਹਨਾਂ ਸੋਚਾਂ ਦੇ ਉੱਤੇ, ਇਹਨਾਂ ਖਿਆਲਾਂ ਦੇ ਉੱਤੇ ਜਦ ਕੋਈ ਤੀਸਰਾ ਆ ਕੇ ਤੁਹਾਨੂੰ ਗੁੰਮਰਾਹ ਕਰਦਾ ਆ, ਤਾਂ ਤੁਸੀਂ ਕਿਸ ਤਰ੍ਹਾਂ ਉਸ ਬਾਜ ਦੀ ਤਰ੍ਹਾਂ, ਉਸ ਉਕਾਬ ਦੀ ਤਰ੍ਹਾਂ ਉਹਨਾਂ ਦੇ ਉੱਤੇ ਕਬਜ਼ਾ ਪਾ ਕੇ ਰੱਖਣਾ ਆ ਕਿ ਕੋਈ ਵੀ ਮੈਨੂੰ ਉਸ ਮਿਸ਼ਨ ਤੋਂ ਹਟਾ ਨਾ ਸਕੇ, ਕੋਈ ਵੀ ਮੈਨੂੰ ਮੇਰੇ ਨਬੀ ਦੇ ਸ਼ਬਦਾਂ ਤੋਂ ਪਿੱਛੇ ਨਾ ਹਟਾ ਸਕੇ, ਕੋਈ ਵੀ ਮੇਰੀ ਬਰਕਤ ਮੇਰੇ ਤੋਂ ਚੁਰਾ ਨਾ ਸਕੇ। ਉਹ ਇਸੇ ਲਈ ਨਬੀ ਜਿਹੜਾ ਆ ਉਹ ਸਾਨੂੰ, ਮੈਨੂੰ, ਤੁਹਾਨੂੰ ਇਹ ਸ਼ਬਦ ਦੇ ਰਿਹਾ ਹੈ ਕਿ ਅਗਰ ਉਹ ਪਰਮੇਸ਼ਰ ਨਬੀ ਦੇ ਸ਼ਬਦਾਂ ਨੂੰ ਹਜ਼ਾਰਾਂ ਸਾਲ ਪਹਿਲਾਂ ਵੀ ਜੋ ਬੋਲੇ ਗਏ ਆ, ਜੋ ਉਹ ਇਸ ਕਲਾਮ ਦੇ ਵਿੱਚ, ਇਸ ਵਚਨ ਦੇ ਵਿੱਚ ਲਿਖੇ ਹੋਏ ਆ, ਉਹਨੇ ਪੂਰੇ ਕੀਤੇ ਆ। ਔਰ ਅੱਜ ਤੁਹਾਨੂੰ ਮੈਨੂੰ ਕਹਿ ਰਿਹਾ ਆ ਕਿ ਇਹ ਸ਼ਬਦ ਜਿਹੜੇ ਆ ਉਹ ਉਕਾਬ ਦੀ ਤਰ੍ਹਾਂ ਤੁਹਾਡੇ ਮੇਰੇ ਜੀਵਨ ਦੇ ਵਿੱਚ ਪੂਰੇ ਹੋਣਗੇ। ਉਹ ਤੁਹਾਨੂੰ ਮੈਨੂੰ ਇੱਕ ਉਕਾਬ ਦੀ ਐਗਜ਼ਾਮਪਲ ਦੇ ਕੇ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ ਮੈਂ ਉਕਾਬ ਦੀ ਦੇਖ ਰੇਖ ਕੀਤੀ, ਉਹਨੂੰ ਪੇਨ ਦੇ ਵਿੱਚ ਹੀ ਸੰਭਾਲ ਕੇ ਰੱਖਿਆ, ਉਹਨੂੰ ਉਸ ਪ੍ਰੋਸੈਸ ਦੇ ਵਿੱਚੋਂ ਕੱਢਿਆ, ਚਾਹੇ ਕਿਸੇ ਨੇ ਵੀ ਉਹਨੂੰ ਆ ਕੇ ਤੰਗ ਕੀਤਾ, ਪਰੇਸ਼ਾਨ ਕੀਤਾ, ਪਰ ਮੈਂ ਉਹਨੂੰ ਉਹਦੇ ਮਿਸ਼ਨ ਤੋਂ ਭਟਕਣ ਨਹੀਂ ਦਿੱਤਾ ਹੈਗਾ। ਮੈਂ ਉਹਦਾ ਫੋਕਸ ਬਣਾ ਕੇ ਰੱਖਿਆ, ਤਾਂ ਉਹੀ ਪਰਮੇਸ਼ਰ ਤੁਹਾਡੀ ਮੇਰੀ ਮਦਦ ਕਰੇਗਾ, ਉਸ ਪੇਨ ਦੇ ਵਿੱਚੋਂ ਤੁਹਾਨੂੰ ਮੈਨੂੰ ਕੱਢੇਗਾ। ਉਹ 2026 ਸਾਲ ਦੇ ਸ਼ਬਦ ਜੋ ਤੁਹਾਨੂੰ ਮੈਨੂੰ ਦਿੱਤੇ ਆ ਉਹ ਪੂਰੇ ਕਰੇਗਾ, ਕਿਉਂਕਿ ਉਹ ਕਰਨ ਵਾਲਾ ਪਰਮੇਸ਼ਰ ਆ, ਉਹ ਕਰਨ ਵਾਲਾ ਪਰਮੇਸ਼ਰ ਆ, ਉਹ ਕਰਕੇ ਰਹੇਗਾ। ਜ਼ਰੂਰਤ ਕੀ ਆ ਸਾਨੂੰ? ਜ਼ਰੂਰਤ ਕੀ ਆ? ਸਾਡਾ ਕੰਮ ਪਰਮੇਸ਼ਰ ਨੇ ਕੀ ਦਿੱਤਾ ਹੈ ਸਾਨੂੰ ਕਿ ਅਸੀਂ ਆਪਣੇ ਨਬੀ ਦੇ ਨਾਲ ਇੱਕ ਮਨ ਹੋਣਾ ਆ ਔਰ ਉਸ ਬਾਜ ਦੀ ਤਰ੍ਹਾਂ ਬਦਲਾਵ ਕਰਨਾ ਆ, ਉਸ ਬਾਜ ਦੀ ਤਰ੍ਹਾਂ ਕਦੇ ਵੀ ਆਪਣੇ ਸਰੀਰ ਨੂੰ, ਕਦੇ ਵੀ ਆਪਣੀਆਂ ਸੋਚਾਂ ਨੂੰ, ਕਦੇ ਵੀ ਆਪਣੇ ਖਿਆਲਾਂ ਨੂੰ ਥੱਕਣ ਨਹੀਂ ਦੇਣਾ ਹੈਗਾ, ਕਦੀ ਵੀ ਉਸ ਪਰਮੇਸ਼ਰ ਨੂੰ ਆਪਣੇ ਮਨ ਦੇ ਵਿੱਚੋਂ ਨਹੀਂ ਭੁਲਾਉਣਾ, ਕਦੀ ਵੀ ਉਹਦੇ ਮਿਸ਼ਨ ਨੂੰ ਨਹੀਂ ਭੁਲਾਉਣਾ, ਉਹਨੂੰ ਯਾਦ ਰੱਖਣਾ ਆ, ਕਿਉਂਕਿ ਉਹੀ ਪਰਮੇਸ਼ਰ ਜਿਹੜਾ ਆ ਪੂਰੀ ਦੁਨੀਆ ਨੂੰ ਚਲਾਉਣ ਵਾਲਾ ਪਰਮੇਸ਼ਰ ਆ। ਉਸੇ ਪਰਮੇਸ਼ਰ ਨੇ ਤੁਹਾਡੇ ਲਈ, ਮੇਰੇ ਲਈ ਉਸ ਪਾਕ ਰੂਹ ਨੂੰ ਭੇਜਿਆ, ਉਹਦੇ ਨਾਲ ਗੂੜਾ ਰਿਸ਼ਤਾ ਰੱਖਣਾ ਆ, ਉਸੇ ਪਰਮੇਸ਼ਰ ਦੀਆਂ ਗੱਲਾਂ ਨੂੰ ਆਪਣੇ ਮਨ ਦੇ ਅੰਦਰ ਰੱਖਣਾ ਆ ਔਰ ਉਸ ਉਕਾਬ ਦੀ ਤਰ੍ਹਾਂ ਉਸ ਬਲ ਨੂੰ ਪਾਉਂਦੇ ਜਾਣਾ ਆ। ਔਰ ਉਹੀ ਪਰਮੇਸ਼ਰ ਤੁਹਾਨੂੰ ਮੈਨੂੰ ਕਹਿ ਰਿਹਾ ਕਿ ਜਦ ਉਹ ਉਕਾਬ ਦੀ ਤਰ੍ਹਾਂ ਬਲ ਤੁਹਾਡੇ ਅੰਦਰ ਆ ਜਾਊਗਾ, ਜਦ ਤੁਸੀਂ ਦੌੜੋਗੇ ਤੁਸੀਂ ਕਦੀ ਨਾ ਥੱਕੋਗੇ, ਜਦ ਤੁਸੀਂ ਚੱਲੋਗੇ ਤੁਸੀਂ ਕਦੇ ਨਾ ਹੱਸੋਗੇ। ਹਾਲੇਲੂਇਆ, ਥੈਂਕ ਯੂ ਜੀਸਸ। ਇਹ ਸ਼ਬਦ ਜਿਹੜੇ ਆ, ਇਹ ਸ਼ਬਦ 2026 ਦੇ ਵਿੱਚ ਪਰਮੇਸ਼ਰ ਨੇ ਤੁਹਾਨੂੰ ਮੈਨੂੰ ਆਪਣੀ ਮਹਾ ਸਾਮਤ ਦੇ ਨਾਲ, ਆਪਣੇ ਉਸ ਬਲ ਦੇ ਨਾਲ, ਜੋ ਇੱਕ ਉਕਾਬ ਦਾ ਬਲ ਆ, ਜੋ ਇੱਕ ਉਕਾਬ ਦਾ ਬਲ ਜੋ ਸਭ ਤੋਂ ਉੱਚਾ ਉੱਡਦਾ ਆ, ਔਰ ਉਸੇ ਬਲ ਦੇ ਨਾਲ ਤੁਹਾਨੂੰ ਮੈਨੂੰ ਭਰਨਾ ਚਾਹੁੰਦਾ ਆ। ਉਹ ਭਰਨ ਵਾਲਾ ਪਰਮੇਸ਼ਰ, ਉਹ ਭਰ ਕੇ ਰਹੇਗਾ। ਉਹਨੇ ਇਹ ਵਾਅਦਾ ਕੀਤਾ ਆ, ਉਹਨੇ ਵਾਅਦਾ ਕੀਤਾ ਆ, ਉਹਨੇ ਕਿਹਾ ਆ ਕਿ ਇਹ ਸਾਲ ਜਿਹੜਾ ਆ ਇਹ ਮੇਰੇ ਪਰਿਵਾਰਾਂ ਦੀ ਜਿੱਤ ਦਾ ਸਾਲ ਆ। ਇਹ ਸਾਲ ਜਿਹੜਾ ਮੇਰੇ ਤੁਹਾਡੇ ਪਰਿਵਾਰਾਂ ਦੇ ਆਦਰ ਦਾ ਸਾਲ ਆ। ਇਹ ਸਾਲ ਜਿਹੜਾ ਆ ਇਹ ਤੁਹਾਡੇ ਮੇਰੇ ਪਰਿਵਾਰਾਂ ਨੂੰ ਇਕਜੁੱਟ ਕਰਨ ਦਾ ਸਾਲ ਆ। ਇਹ ਤੁਹਾਡੇ ਮੇਰੇ ਸ਼ਰੀਰਾਂ ਦੇ ਵਿੱਚ ਉਹ ਸ਼ੇਰ ਜਿਹਾ, ਉਸ ਉਕਾਬ ਦੀ ਤਰ੍ਹਾਂ ਬਲ ਪਾਉਣ ਵਾਲਾ ਸਾਲ ਆ।
ਇਹ ਸਾਲ ਜਿਹੜਾ ਆ ਉਹ ਬੈਤਲਹਮ ਦੀ ਤਰ੍ਹਾਂ ਤੁਹਾਨੂੰ ਮੈਨੂੰ ਵੱਡਾ ਕਰਨ ਦਾ ਸਾਲ ਆ। ਇਹ ਸਾਡੇ ਪਰਿਵਾਰਾਂ ਦੇ ਵਿੱਚ ਜਿੱਥੇ ਕਿਤੇ ਜੋ ਵੀ ਅਧੂਰਾ ਆ ਉਹਨੂੰ ਪੂਰਾ ਕਰਨ ਦਾ ਸਾਲ ਆ। ਇਹ ਸਾਲ ਜੋ ਪਰਮੇਸ਼ਰ ਨੇ ਆਪਣੇ ਨਬੀਆਂ ਦੇ ਸ਼ਬਦਾਂ ਨੂੰ ਪੂਰਾ ਕੀਤਾ ਆ, ਇਹ ਸਾਲ ਉਹਨਾਂ ਨਬੀਆਂ ਦੇ ਸ਼ਬਦਾਂ ਨੂੰ ਪੂਰਾ ਕਰਨ ਦਾ ਸਾਲ ਆ। ਔਰ ਉਸੇ ਪਰਮੇਸ਼ਰ ਨੇ ਆਪਣੇ ਨਬੀ ਦੇ ਰਾਹੀਂ ਤੁਹਾਨੂੰ ਮੈਨੂੰ ਸ਼ਬਦ ਦਿੱਤੇ ਆ ਔਰ ਉਸ ਉਕਾਬ ਦੀ ਤਰ੍ਹਾਂ ਐਗਜ਼ਾਮਪਲ ਦੇ ਕੇ ਉਹ ਬਲ, ਉਹ ਤਾਕਤ, ਉਹ ਜ਼ੋਰ ਦਿੱਤਾ ਆ, ਉਸ ਪੇਨ ਦੇ ਵਿੱਚੋਂ ਨਿਕਲਣ ਦਾ ਰਸਤਾ ਦਿੱਤਾ ਆ, ਉਹ ਇਕਜੁੱਟ ਹੋਣ ਦਾ ਤਰੀਕਾ ਦਿੱਤਾ ਆ। ਉਹ ਸਭ ਕੁਝ ਪਰਮੇਸ਼ਰ ਨੇ ਤੁਹਾਨੂੰ ਮੈਨੂੰ ਮੁਹੱਈਆ ਕੀਤਾ ਹੈ। ਔਰ ਜਦ ਅਸੀਂ ਇਹਦੇ ਉੱਤੇ ਚੱਲਦੇ ਜਾਵਾਂਗੇ ਅਸੀਂ ਇਹ 2026 ਦੀਆਂ ਬਰਕਤਾਂ ਨੂੰ ਲੈਂਦੇ ਜਾਵਾਂਗੇ। ਹਾਲੇਲੂਇਆ, ਥੈਂਕ ਯੂ ਜੀਸਸ। ਉਠਾਈਏ ਆਪਣੇ ਹੱਥਾਂ ਨੂੰ ਔਰ ਬੋਲੀਏ ਉਸ ਪਰਮੇਸ਼ਰ ਨੂੰ, ਕਹੀਏ ਉਸ ਪਰਮੇਸ਼ਰ ਨੂੰ ਕਿ ਮੇਰੇ ਪਰਮੇਸ਼ਰ ਪਵਿੱਤਰ ਆਤਮਾ ਜੀ, ਪਵਿੱਤਰ ਆਤਮਾ ਜੀ ਮੈਂ ਤੁਹਾਡਾ ਸਵਾਗਤ ਕਰਦਾ ਮੇਰੇ ਪਰਮੇਸ਼ਰ। ਬੋਲੀਏ ਉਸ ਪਰਮੇਸ਼ਰ ਨੂੰ ਕਿ ਪਵਿੱਤਰ ਆਤਮਾ ਜੀ ਇਹ ਸ਼ਬਦ ਮੇਰੇ ਪਰਮੇਸ਼ਰ ਜੋ ਮੇਰੇ ਨਬੀ ਦੇ ਰਾਹੀਂ ਮੈਨੂੰ ਦਿੱਤੇ ਗਏ ਆ, ਇਹ ਸ਼ਬਦ ਇਸ ਸਾਲ ਦੇ ਵਿੱਚ ਮੇਰੇ ਜੀਵਨ ਦੇ ਵਿੱਚ 100 ਗੁਣਾ ਹੋ ਕੇ ਪੂਰੇ ਹੋਣਗੇ ਮੇਰੇ ਪਰਮੇਸ਼ਰ। ਉਸ ਪਰਮੇਸ਼ਰ ਦੇ ਅੱਗੇ ਆਪਣੇ ਸ਼ਬਦਾਂ ਨੂੰ ਰੱਖੀਏ ਔਰ ਕਹੀਏ ਮੇਰੇ ਪਰਮੇਸ਼ਰ ਕਿ ਜਿਸ ਤਰ੍ਹਾਂ ਮੇਰੇ ਪਰਮੇਸ਼ਰ ਤੁਸੀਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਮੇਰੇ ਪਰਮੇਸ਼ਰ ਆਪਣੇ ਇੱਕ ਇੱਕ ਨਬੀ ਦੇ ਸ਼ਬਦਾਂ ਨੂੰ ਯਾਦ ਰੱਖਿਆ ਮੇਰੇ ਪਰਮੇਸ਼ਰ ਔਰ ਆਪਣੇ ਪੁੱਤਰ ਨੂੰ ਵੀ ਉਸ ਦੇ ਵਿੱਚੋਂ ਕੱਢ ਦਿੱਤਾ ਮੇਰੇ ਪਰਮੇਸ਼ਰ, ਤਾਂ ਮੈਂ ਤਾਂ ਤੁਸੀਂ ਇੱਕ ਆਮ ਇਨਸਾਨ ਆ ਮੇਰੇ ਪਰਮੇਸ਼ਰ ਪਵਿੱਤਰ ਆਤਮਾ ਜੀ, ਪਰ ਤੁਸੀਂ ਸਾਨੂੰ ਇਹਨਾਂ ਸ਼ਬਦਾਂ ਦੇ ਨਾਲ ਭਰ ਕੇ ਮੇਰੇ ਪਰਮੇਸ਼ਰ ਉਸ ਉਕਾਬ ਦੀ ਉਡਾਨ ਦੇ ਨਾਲ ਭਰ ਕੇ ਮੇਰੇ ਪਰਮੇਸ਼ਰ ਇੱਕ ਖਾਸ ਜਨ ਬਣਾ ਦਿੱਤਾ ਹੈ ਮੇਰੇ ਪਰਮੇਸ਼ਰ। ਤੁਹਾਡਾ ਉਹ ਖਾਸ ਜਨ ਮੇਰੇ ਪਰਮੇਸ਼ਰ ਜੋ ਉਸ ਉਕਾਬ ਦੀ ਤਰ੍ਹਾਂ ਬਲ ਪਾ ਕੇ ਮੇਰੇ ਪਰਮੇਸ਼ਰ ਕਦੀ ਨਾ ਥੱਕੇਗਾ ਮੇਰੇ ਪਰਮੇਸ਼ਰ। ਉਸ ਉਕਾਬ ਦੀ ਤਰ੍ਹਾਂ ਬਲ ਪਾ ਕੇ ਮੇਰੇ ਪਰਮੇਸ਼ਰ ਪਵਿੱਤਰ ਆਤਮਾ ਜੀ ਕਦੀ ਵੀ ਮੇਰੇ ਪਰਮੇਸ਼ਰ ਆਪਣੇ ਅੰਦਰ ਉਸ ਕਮਜ਼ੋਰੀ ਨੂੰ ਮਹਿਸੂਸ ਨਾ ਕਰੇਗਾ ਮੇਰੇ ਪਰਮੇਸ਼ਰ। ਕਦੀ ਵੀ ਉਸ ਪ੍ਰਭਾਵ ਨੂੰ ਮੇਰੇ ਪਰਮੇਸ਼ਰ ਜੋ ਬਿਮਾਰੀ ਜਾਂ ਜੋ ਦੁਸ਼ਟ ਆਤਮਾ ਦਾ ਮੇਰੇ ਪਰਮੇਸ਼ਰ ਉਹਨੂੰ ਅੰਦਰ ਮੇਰੇ ਪਰਮੇਸ਼ਰ ਕਦੀ ਨਾ ਦੇਖੇਗਾ ਮੇਰੇ ਪਰਮੇਸ਼ਰ। ਤੁਸੀਂ ਕਿਹਾ ਮੇਰੇ ਪਰਮੇਸ਼ਰ ਕਿ ਜਦ ਮੈਂ ਇੱਕ ਬੇਜ਼ੁਬਾਨ ਦੀ ਮਦਦ ਕਰ ਸਕਦਾ ਹਾਂ, ਉਹਨੂੰ ਉਸ ਪ੍ਰੋਸੈਸ ਦੇ ਵਿੱਚੋਂ ਕੱਢ ਸਕਦਾ ਹਾਂ, ਤਾਂ ਤੁਹਾਨੂੰ ਤਾਂ ਫਿਰ ਵੀ ਮੈਂ ਜ਼ੁਬਾਨ ਦਿੱਤੀ ਆ, ਤੁਹਾਨੂੰ ਤਾਂ ਮੈਂ ਸਿਰਫ ਇਹ ਅਧਿਕਾਰ ਦਿੱਤਾ ਕਿ ਤੁਸੀਂ ਮੇਰੇ ਅੱਗੇ ਆਪਣੇ ਸ਼ਬਦਾਂ ਨੂੰ ਰੱਖੋ ਤਾਂ ਮੈਂ ਉਹਨੂੰ ਪੂਰਾ ਕਰ ਦਿਆਂਗਾ ਮੇਰੇ ਪਰਮੇਸ਼ਰ। ਉਹ ਮੇਰੇ ਖੁਦਾ ਉਸੇ ਤਰ੍ਹਾਂ ਮੇਰੇ ਪਰਮੇਸ਼ਰ ਅੱਜ ਅਸੀਂ ਇਸ ਜ਼ੁਬਾਨ ਦੇ ਨਾਲ ਆਪਣੇ ਸ਼ਬਦਾਂ ਦੇ ਨਾਲ ਮੇਰੇ ਪਰਮੇਸ਼ਰ ਤੁਹਾਡੇ ਅੱਗੇ ਇਹ ਸ਼ਬਦ ਰੱਖਦੇ ਆ ਮੇਰੇ ਪਰਮੇਸ਼ਰ ਕਿ ਜੋ ਸ਼ਬਦ ਮੇਰੇ ਪਰਮੇਸ਼ਰ ਮੇਰੇ ਨਬੀ ਨੇ ਮੇਰੇ ਖੁਦਾ ਮੇਰੇ ਘਰ ਦੇ ਲਈ, ਮੇਰੇ ਪਰਿਵਾਰ ਦੇ ਲਈ, ਮੇਰੇ ਬੱਚਿਆਂ ਦੇ ਲਈ, ਮੇਰੇ ਪਤੀ ਦੇ ਲਈ, ਮੇਰੇ ਬਿਜ਼ਨਸ ਦੇ ਲਈ, ਮੇਰੇ ਫਾਈਨੈਂਸ ਦੇ ਲਈ, ਮੇਰੇ ਹਰ ਅਧੂਰੇ ਹਿੱਸੇ ਦੇ ਲਈ ਮੇਰੇ ਪਰਮੇਸ਼ਰ, ਮੇਰੇ ਸਰੀਰ ਦੇ ਲਈ ਮੇਰੇ ਪਰਮੇਸ਼ਰ, ਚਾਹੇ ਉਹ ਕਮਜ਼ੋਰ ਆ ਮੇਰੇ ਪਰਮੇਸ਼ਰ, ਮੇਰੇ ਹਾਲਾਤ ਦੇ ਲਈ ਮੇਰੇ ਪਰਮੇਸ਼ਰ, ਚਾਹੇ ਉਹ ਮੇਰੇ ਕਾਬੂ 'ਚ ਨਹੀਂ ਆ ਮੇਰੇ ਪਰਮੇਸ਼ਰ। ਪਵਿੱਤਰ ਆਤਮਾ ਜੀ ਉਹ ਸ਼ਬਦ ਜੋ ਮੈਨੂੰ ਦਿੱਤੇ ਆ ਮੇਰੇ ਪਰਮੇਸ਼ਰ, ਤੁਸੀਂ ਉਹਨਾਂ ਸ਼ਬਦਾਂ ਨੂੰ ਮੇਰੇ ਪਰਮੇਸ਼ਰ 100 ਗੁਣਾ ਕਰਕੇ ਪੂਰਾ ਕਰੋਗੇ ਮੇਰੇ ਪਰਮੇਸ਼ਰ, ਕਿਉਂਕਿ ਤੁਸੀਂ ਅੱਜ ਤੱਕ ਮੇਰੇ ਪਰਮੇਸ਼ਰ ਨਾਲ ਨਬੀਆਂ ਦੇ ਸ਼ਬਦਾਂ ਨੂੰ ਨਹੀਂ ਭੁੱਲੇ ਮੇਰੇ ਪਰਮੇਸ਼ਰ, ਉਹਨੂੰ ਪੂਰਾ ਕੀਤਾ ਮੇਰੇ ਪਰਮੇਸ਼ਰ। ਉਹ ਅੱਜ ਤੋਂ 2026 ਸਾਲ ਪਹਿਲਾਂ ਉਹ ਸ਼ਬਦ ਪੂਰੇ ਹੋ ਚੁੱਕੇ ਆ ਮੇਰੇ ਪਰਮੇਸ਼ਰ, ਔਰ ਜੋ ਰਹਿ ਗਏ ਆ ਮੇਰੇ ਪਰਮੇਸ਼ਰ ਉਹ ਇਸ ਸਾਲ ਦੇ ਵਿੱਚ ਦੇਖਾਂਗੇ ਮੇਰੇ ਪਰਮੇਸ਼ਰ। ਜੋ ਸ਼ਬਦ ਮੇਰੇ ਨਬੀ ਨੇ ਇਸ ਸਾਲ ਦੇ ਵਿੱਚ ਮੈਨੂੰ ਤੁਹਾਨੂੰ ਦਿੱਤੇ ਆ ਮੇਰੇ ਪਰਮੇਸ਼ਰ, ਅੱਜ ਉਹ ਸ਼ਬਦ ਮੇਰੇ ਜੀਵਨ 'ਚ ਪੂਰੇ ਹੋਣਗੇ ਮੇਰੇ ਪਰਮੇਸ਼ਰ। ਮੈਂ ਉਹਨਾਂ ਸ਼ਬਦਾਂ ਨੂੰ ਇਸ ਸਾਲ ਦੇ ਵਿੱਚ ਆਪਣੇ ਘਰ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ, ਆਪਣੇ ਬੱਚਿਆਂ ਦੇ ਵਿੱਚ, ਆਪਣੇ ਪਤੀ ਦੇ ਵਿੱਚ, ਆਪਣੇ ਬਿਜ਼ਨਸ, ਆਪਣੇ ਫਾਈਨੈਂਸ, ਆਪਣੇ ਹਰ ਖਾਲੀ ਹਿੱਸੇ ਦੇ ਵਿੱਚ ਪੂਰਾ ਹੁੰਦਾ ਹੋਇਆ ਦੇਖੂੰਗਾ ਮੇਰੇ ਪਰਮੇਸ਼ਰ। ਬੋਲੀਏ ਉਸ ਪਰਮੇਸ਼ਰ ਨੂੰ, ਕਹੀਏ ਆਪਣੇ ਸ਼ਬਦਾਂ ਨੂੰ ਉਹਦੇ ਅੱਗੇ ਰੱਖੀਏ, ਕਿਉਂਕਿ ਅਸੀਂ ਉਸ ਪਰਮੇਸ਼ਰ ਦੀ ਸੰਤਾਨ ਆ ਜੋ ਅੱਜ ਤੱਕ ਹਰ ਸ਼ਬਦ ਨੂੰ ਪੂਰਾ ਕਰਦਾ ਆਇਆ। ਅੱਜ ਉਹੀ ਪਰਮੇਸ਼ਰ ਤੁਹਾਡੇ ਮੇਰੇ ਸ਼ਬਦਾਂ ਨੂੰ ਅੱਜ ਉਹੀ ਪਰਮੇਸ਼ਰ ਤੁਹਾਡੇ ਮੇਰੇ ਸ਼ਬਦਾਂ ਨੂੰ ਪੂਰਾ ਕਰ ਦੇਗਾ ਅਗਰ ਮੈਂ ਉਹਨਾਂ ਸ਼ਬਦਾਂ ਨੂੰ ਉਸ ਪਰਮੇਸ਼ਰ ਦੇ ਅੱਗੇ ਰੱਖਾਂਗੇ। ਬੋਲੋ ਉਸ ਪਰਮੇਸ਼ਰ ਨੂੰ ਕਿ ਕਹੋ ਉਸ ਪਰਮੇਸ਼ਰ ਨੂੰ ਕਿ ਮੇਰੇ ਪਰਮੇਸ਼ਰ ਇਹ ਸਾਲ ਮੇਰੇ ਪਰਮੇਸ਼ਰ ਜਿੱਥੇ
ਉਹ ਜੋ ਅਧੂਰਾ ਮੇਰੇ ਪਰਮੇਸ਼ਰ ਨੂੰ ਪੂਰਾ ਕਰ ਮੇਰੇ ਪਰਮੇਸ਼ਰ। ਜਿੱਥੇ ਜਿੱਥੇ ਮੇਰੇ ਸਰੀਰ ਦੇ ਵਿੱਚ ਕਮਜ਼ੋਰੀ ਆ ਮੇਰੇ ਪਰਮੇਸ਼ਰ, ਮੇਰੇ ਘਰ 'ਚ ਮੇਰੇ ਪਰਿਵਾਰ ਦੇ ਜਨਾਂ ਦੇ ਵਿੱਚ ਕਮਜ਼ੋਰੀ ਆ, ਸਰੀਰਾਂ 'ਚ ਹੱਡੀਆਂ 'ਚ ਕਮਜ਼ੋਰੀ ਆ ਮੇਰੇ ਪਰਮੇਸ਼ਰ, ਬਲ ਨਹੀਂ ਆ ਮੇਰੇ ਪਰਮੇਸ਼ਰ। ਉਹ ਮੇਰੇ ਖੁਦਾ ਅੱਜ ਇਸ ਸਾਲ ਦੇ ਵਿੱਚ ਉਹਨੂੰ ਪੂਰਾ ਕਰ ਮੇਰੇ ਪਰਮੇਸ਼ਰ। ਜਿੱਥੇ ਜਿੱਥੇ ਮੇਰਾ ਬਿਜ਼ਨਸ ਫੇਲ ਆ ਮੇਰੇ ਪਰਮੇਸ਼ਰ, ਜਿੱਥੇ ਜਿੱਥੇ ਮੇਰਾ ਫਾਈਨੈਂਸ ਫੇਲ ਆ ਮੇਰੇ ਪਰਮੇਸ਼ਰ, ਤਾਂ ਇਸ ਸਾਲ ਦੇ ਵਿੱਚ ਉਹਨੂੰ ਪੂਰਾ ਕਰ ਮੇਰੇ ਪਰਮੇਸ਼ਰ। ਉਹ 100 ਗੁਣਾ 1000 ਗੁਣਾ ਕਰਕੇ ਪੂਰਾ ਕਰ ਮੇਰੇ ਪਰਮੇਸ਼ਰ। ਮੈਂ ਤੇਰੇ ਸ਼ਬਦਾਂ ਨੂੰ ਆਪਣੇ ਜੀਵਨ 'ਚ, ਆਪਣੇ ਘਰ 'ਚ, ਆਪਣੇ ਪਰਿਵਾਰ 'ਚ, ਆਪਣੇ ਬਿਜ਼ਨਸ, ਆਪਣੇ ਫਾਈਨੈਂਸ 'ਚ ਪੂਰਾ ਹੁੰਦਾ ਹੋਇਆ ਦੇਖਣਾ ਚਾਹੁੰਦਾ ਹੈ ਮੇਰੇ ਪਰਮੇਸ਼ਰ। ਅੱਜ ਇਹਨੂੰ ਪੂਰਾ ਕਰ ਮੇਰੇ ਪਰਮੇਸ਼ਰ। ਮੇਰੇ ਸਰੀਰ ਦੇ ਅੰਦਰ, ਮੇਰੇ ਬੱਚਿਆਂ ਦੇ ਅੰਦਰ, ਮੇਰੇ ਹਰ ਹਾਲਾਤ ਦੇ ਅੰਦਰ ਮੇਰੇ ਪਰਮੇਸ਼ਰ, ਅਗਰ ਅੱਜ ਤੱਕ ਕੋਈ ਫੇਲਿਅਰ ਬਣਿਆ ਰਿਹਾ ਮੇਰੇ ਪਰਮੇਸ਼ਰ, ਤਾਂ ਉਹਨੂੰ ਇਸ ਸਾਲ ਦੇ ਵਿੱਚ ਹਟਾ ਮੇਰੇ ਪਰਮੇਸ਼ਰ। ਅਗਰ ਕੋਈ ਪੇਨ ਵਾਲਾ ਹਿੱਸਾ ਹੈ ਮੇਰੇ ਪਰਮੇਸ਼ਰ, ਤਾਂ ਉਹਨੂੰ ਇਸ ਸਾਲ ਦੇ ਵਿੱਚ ਹਟਾ ਮੇਰੇ ਪਰਮੇਸ਼ਰ। ਤੁਸੀਂ ਮੈਨੂੰ ਸਿਖਾਇਆ, ਸਮਝਾਇਆ ਮੇਰੇ ਪਰਮੇਸ਼ਰ ਕਿ ਕਿਸ ਤਰ੍ਹਾਂ ਮੇਰੇ ਪਰਮੇਸ਼ਰ ਮੈਂ ਉਸ ਪੇਨ ਨੂੰ ਚੱਲਣਾ ਹੈ, ਸਹਿਣਾ ਹੈ ਔਰ ਪ੍ਰੋਸੈਸ ਦੇ ਵਿੱਚੋਂ ਨਿਕਲਣਾ, ਜਿਸ ਤਰ੍ਹਾਂ ਇੱਕ ਬਾਜ ਨਿਕਲਿਆ ਮੇਰੇ ਪਰਮੇਸ਼ਰ, ਔਰ ਤੁਸੀਂ ਉਹਦੀ ਮਦਦ ਕੀਤੀ ਮੇਰੇ ਪਰਮੇਸ਼ਰ। ਉਸੇ ਤਰ੍ਹਾਂ ਮੇਰੀ ਮਦਦ ਕਰ ਮੇਰੇ ਪਰਮੇਸ਼ਰ, ਮੇਰੀ ਮਦਦ ਕਰ ਮੇਰੇ ਪਰਮੇਸ਼ਰ। ਚਾਹੇ ਮੈਂ ਆਪਣੀ ਕੋਸ਼ਿਸ਼ ਦੇ ਨਾਲ ਨਿਕਲ ਨਹੀਂ ਪਾ ਰਿਹਾ ਮੇਰੇ ਪਰਮੇਸ਼ਰ, ਚਾਹੇ ਅੱਜ ਵੀ ਉਹ ਪੇਨ ਵਾਲਾ ਹਿੱਸਾ ਬਣਿਆ ਹੋਇਆ ਮੇਰੇ ਪਰਮੇਸ਼ਰ, ਚਾਹੇ ਅੱਜ ਵੀ ਉਹ ਬਿਮਾਰੀ ਮੈਨੂੰ ਪਰੇਸ਼ਾਨ ਕਰਦੀ ਆ ਮੇਰੇ ਪਰਮੇਸ਼ਰ, ਚਾਹੇ ਅੱਜ ਵੀ ਉਹ ਦੁਸ਼ਟ ਆਤਮਾ ਮੇਰੇ ਸਰੀਰ ਦੇ ਉੱਤੇ ਹਾਵੀ ਹੁੰਦੀ ਆ ਮੇਰੇ ਪਰਮੇਸ਼ਰ, ਤਾਂ ਉਹਨੂੰ ਹਟਾ ਮੇਰੇ ਪਰਮੇਸ਼ਰ। 2026 ਦੇ ਵਿੱਚ ਮੇਰੇ ਪਰਮੇਸ਼ਰ, ਮੈਂ ਇਦਾਂ ਦਾ ਕੋਈ ਹਿੱਸਾ ਨਹੀਂ ਦੇਖਣਾ ਚਾਹੁੰਦਾ ਮੇਰੇ ਪਰਮੇਸ਼ਰ ਜੋ ਮੈਨੂੰ ਮੇਰੀ ਬਰਕਤ ਲੈਣ ਤੋਂ ਰੋਕੇ ਮੇਰੇ ਪਰਮੇਸ਼ਰ, ਜੋ ਮੈਨੂੰ ਮੇਰੀਆਂ ਬਰਕਤਾਂ ਲੈਣ ਤੋਂ ਰੋਕੇ ਮੇਰੇ ਪਰਮੇਸ਼ਰ। ਕਿਉਂਕਿ ਇਹ ਸਾਲ ਮੇਰਾ ਹੈ ਮੇਰੇ ਪਰਮੇਸ਼ਰ, ਇਹ ਸਾਲ ਮੇਰੀ ਜਿੱਤ ਦਾ ਮੇਰੇ ਪਰਮੇਸ਼ਰ, ਇਹ ਸਾਲ ਮੇਰਾ ਇਤਿਹਾਸਿਕ ਸਾਲ ਹੈ ਮੇਰੇ ਪਰਮੇਸ਼ਰ, ਇਹ ਸਾਲ ਮੇਰੇ ਬੱਚਿਆਂ ਦਾ ਮੇਰੇ ਪਰਮੇਸ਼ਰ, ਇਹ ਸਾਲ ਮੇਰੇ ਬਿਜ਼ਨਸ ਦਾ ਮੇਰੇ ਪਰਮੇਸ਼ਰ, ਇਹ ਸਾਲ ਮੇਰੇ ਫਾਈਨੈਂਸ ਦਾ ਮੇਰੇ ਪਰਮੇਸ਼ਰ। ਇਸੇ ਸਾਲ ਦੇ ਵਿੱਚ ਮੇਰੇ ਪਰਮੇਸ਼ਰ ਮੈਂ ਉਸ ਸਾਰੀ ਬਰਕਤ ਨੂੰ ਲਵਾਂ ਮੇਰੇ ਪਰਮੇਸ਼ਰ। ਇਸੇ ਸਾਲ ਦੇ ਵਿੱਚ ਮੇਰੇ ਪਰਮੇਸ਼ਰ ਜੋ ਸ਼ਬਦ ਤੁਸੀਂ ਮੈਨੂੰ ਦਿੱਤੇ ਆ ਮੇਰੇ ਪਰਮੇਸ਼ਰ, ਮੈਂ ਉਹਨੂੰ ਪੂਰਾ ਹੁੰਦਾ ਹੋਇਆ ਦੇਖਾਂ ਮੇਰੇ ਪਰਮੇਸ਼ਰ। ਮੇਰੀ ਮਦਦ ਕਰ ਮੇਰੇ ਪਰਮੇਸ਼ਰ, ਮੇਰੀ ਮਦਦ ਕਰ ਮੇਰੇ ਪਰਮੇਸ਼ਰ। ਅਗਰ ਮੈਂ ਆਪਣੇ ਆਪ ਤੋਂ ਨਹੀਂ ਕਰ ਪਾ ਰਿਹਾ ਮੇਰੇ ਪਰਮੇਸ਼ਰ, ਤਾਂ ਮੇਰੀ ਮਦਦ ਕਰ ਮੇਰੇ ਪਰਮੇਸ਼ਰ। ਅਗਰ ਮੈਂ ਆਪਣੇ ਆਪ ਤੋਂ ਨਹੀਂ ਬਦਲ ਪਾ ਰਿਹਾ ਮੇਰੇ ਪਰਮੇਸ਼ਰ, ਤਾਂ ਮੈਨੂੰ ਬਦਲ ਮੇਰੇ ਪਰਮੇਸ਼ਰ। ਅਗਰ ਕੋਈ ਤੀਸਰਾ ਜਨ ਮੇਰੇ ਪਰਮੇਸ਼ਰ ਮੇਰੇ ਰਸਤੇ ਦੇ ਵਿੱਚ ਆ ਰਿਹਾ ਮੇਰੇ ਪਰਮੇਸ਼ਰ, ਤਾਂ ਉਹਨੂੰ ਹਟਾ ਮੇਰੇ ਪਰਮੇਸ਼ਰ। ਅਗਰ ਕੋਈ ਮੇਰੇ ਪਰਮੇਸ਼ਰ ਮੇਰੀ ਬਰਕਤ ਤੋਂ ਮੈਨੂੰ ਰੋਕ ਰਿਹਾ ਮੇਰੇ ਪਰਮੇਸ਼ਰ, ਤਾਂ ਉਹਨੂੰ ਹਟਾ ਮੇਰੇ ਪਰਮੇਸ਼ਰ। ਅਗਰ ਕੋਈ ਮੇਰੇ ਪਰਮੇਸ਼ਰ ਪਵਿੱਤਰ ਆਤਮਾ ਜੀ, ਅਗਰ ਕੋਈ ਮੇਰੇ ਪਰਮੇਸ਼ਰ ਮੇਰੇ ਉੱਤੇ ਹਾਵੀ ਹੋ ਕੇ ਮੇਰੇ ਪਰਮੇਸ਼ਰ ਮੇਰੇ ਰਸਤਿਆਂ ਨੂੰ ਬੰਦ ਕਰ ਰਿਹਾ ਮੇਰੇ ਪਰਮੇਸ਼ਰ, ਤਾਂ ਉਹਨੂੰ ਹਟਾ ਮੇਰੇ ਪਰਮੇਸ਼ਰ। ਅਗਰ ਜਿੱਥੇ ਕਿਤੇ ਕੋਈ ਰਸਤਾ ਨਹੀਂ ਹੈ ਮੇਰੇ ਪਰਮੇਸ਼ਰ, ਤਾਂ ਉੱਥੇ ਰਸਤੇ ਬਣਾ ਮੇਰੇ ਪਰਮੇਸ਼ਰ। ਉਹ ਰਸਤੇ ਬਣਾ ਮੇਰੇ ਪਰਮੇਸ਼ਰ, ਉਹ ਰਸਤੇ ਬਣਾ ਮੇਰੇ ਪਰਮੇਸ਼ਰ। ਮੇਰੇ ਘਰਾਂ ਦੇ ਲਈ, ਮੇਰੇ ਪਰਿਵਾਰਾਂ ਦੇ ਲਈ, ਮੇਰੇ ਬੱਚਿਆਂ ਦੇ ਲਈ, ਮੇਰੇ ਇੱਕ ਜਨ ਦੇ ਲਈ, ਮੇਰੀ ਚਰਚ ਦੇ ਲਈ, ਮੇਰੇ ਪਰਿਵਾਰ ਦੇ ਲਈ, ਮੇਰੀ ਮਿਨਿਸਟਰੀ ਦੇ ਲਈ, ਮੇਰੇ ਬਿਜ਼ਨਸ ਦੇ ਲਈ, ਮੇਰੇ ਫਾਈਨੈਂਸ ਦੇ ਲਈ, ਮੇਰੇ ਇੱਕ ਕਲੀਸਿਆ ਦੇ ਜਨ ਦੇ ਲਈ ਉਹ ਰਸਤੇ ਬਣਾ ਮੇਰੇ ਪਰਮੇਸ਼ਰ। ਅੱਜ ਜਿੱਥੇ ਜਿੱਥੇ ਅਧੂਰਾ ਮੇਰੇ ਪਰਮੇਸ਼ਰ, ਉਹਨੂੰ ਹਟਾ ਮੇਰੇ ਪਰਮੇਸ਼ਰ, ਉਹਨੂੰ ਹਟਾ ਮੇਰੇ ਪਰਮੇਸ਼ਰ। ਇਸੇ ਵਕਤ ਹਟਾ ਮੇਰੇ ਪਰਮੇਸ਼ਰ, ਕਿਉਂਕਿ ਤੁਸੀਂ ਉਹ ਪਰਮੇਸ਼ਰ ਹੋ ਮੇਰੇ ਖੁਦਾ। ਜਦ ਨਬੀ ਨੇ ਬੋਲਿਆ ਮੇਰੇ ਪਰਮੇਸ਼ਰ, ਤੁਸੀਂ ਉਹ ਪੂਰਾ ਕੀਤਾ ਮੇਰੇ ਪਰਮੇਸ਼ਰ। ਅੱਜ ਮੈਂ ਬੋਲਦੀ ਹਾਂ ਮੇਰੇ ਪਰਮੇਸ਼ਰ, ਅੱਜ ਮੈਂ ਤੁਹਾਡੇ ਉਸ ਬਲ ਦੇ ਨਾਲ, ਤੁਹਾਡੀ ਉਸ ਪਾਵਰ ਦੇ ਨਾਲ, ਉਸ ਸ਼ਕਤੀ ਦੇ ਨਾਲ, ਉਸ ਬਲ ਦੇ ਨਾਲ, ਉਸ ਜ਼ੋਰ ਦੇ ਨਾਲ, ਜੋ ਕਾਬ ਦਾ ਮੇਰੇ ਪਰਮੇਸ਼ਰ, ਜੋ ਸ਼ੇਰ ਦਾ ਮੇਰੇ ਪਰਮੇਸ਼ਰ, ਜੋ ਇੱਕ ਨਬੀ ਦਾ ਮੇਰੇ ਪਰਮੇਸ਼ਰ, ਅੱਜ ਮੈਂ ਬੋਲਦੀ ਹਾਂ ਮੇਰੇ ਪਰਮੇਸ਼ਰ ਕਿ ਜਿੱਥੇ ਜਿੱਥੇ ਮੇਰੇ ਪਰਿਵਾਰਾਂ ਚ ਅਧੂਰਾ ਮੇਰੇ ਪਰਮੇਸ਼ਰ, ਕੋਈ ਤੀਸਰਾ ਜਨ ਹੈ ਮੇਰੇ ਪਰਮੇਸ਼ਰ ਜੋ ਵਧਨ ਦੇ ਰਿਹਾ ਮੇਰੇ ਪਰਮੇਸ਼ਰ, ਉਹਨੂੰ ਹਟਾ ਮੇਰੇ ਪਰਮੇਸ਼ਰ। ਉਹ ਬਲ ਦੇ ਨਾਲ ਭਰ ਮੇਰੇ ਪਰਮੇਸ਼ਰ, ਉਹ ਬਲ ਜੋ ਸ਼ੇਰਾਂ ਦਾ ਮੇਰੇ ਪਰਮੇਸ਼ਰ, ਉਹ ਬਲ ਜੋ ਕਾਬ ਦਾ ਮੇਰੇ ਪਰਮੇਸ਼ਰ, ਅੱਜ ਉਸ ਬਲ ਦੇ ਨਾਲ ਭਰ ਮੇਰੇ ਪਰਮੇਸ਼ਰ। ਜੋ ਹਿੱਸੇ ਅਧੂਰੇ ਆ ਮੇਰੇ ਪਰਮੇਸ਼ਰ, ਉਹਨੂੰ ਹਟਾ ਮੇਰੇ ਪਰਮੇਸ਼ਰ। ਆਪਣੀ 1000 ਗੁਣਾ ਦੇ ਨਾਲ ਭਰ ਮੇਰੇ ਪਰਮੇਸ਼ਰ। ਜੋ ਬਿਜ਼ਨਸ ਫੇਲ ਆ ਮੇਰੇ ਪਰਮੇਸ਼ਰ, ਉਹਨੂੰ ਹਟਾ ਮੇਰੇ ਪਰਮੇਸ਼ਰ। ਪਵਿੱਤਰ ਆਤਮਾ ਜੀ, ਉਹ ਸੁਕਾਬ ਦੀ ਤਰ੍ਹਾਂ ਉਹਨੂੰ ਉੱਚੀ ਉਡਾਨ ਦੇ ਵਿੱਚ ਲੈ ਕੇ ਜਾ ਮੇਰੇ ਪਰਮੇਸ਼ਰ।
ਜੋ ਫਾਈਨੈਂਸ ਅਧੂਰੇ ਆ ਮੇਰੇ ਪਰਮੇਸ਼ਰ, ਅੱਜ ਉਸ ਅਧੂਰੇ ਫਾਈਨੈਂਸ ਨੂੰ ਹਟਾ ਮੇਰੇ ਪਰਮੇਸ਼ਰ, ਉਸ ਉਕਾਬ ਦੀ ਤਰ੍ਹਾਂ ਉੱਚੀ ਉਡਾਨ ਦੇ ਵਿੱਚ ਲੈ ਕੇ ਜਾ ਮੇਰੇ ਪਰਮੇਸ਼ਰ। ਉਹ ਫਾਈਨੈਂਸ ਮੇਰੇ ਪਰਮੇਸ਼ਰ ਜਿਹਨੂੰ ਦੇਖ ਕੇ ਦੁਨੀਆ हैरान हो जाए मेरे परमेश्वर, ओ गुण मेरे परमेश्वर, ओ ऑनर ओ आदर मेरे परमेश्वर जिन्हों देख के दुनिया हैरान हो जाए मेरे परमेश्वर, और बोले मेरे खुदा के परिवार होवे ता इस तरह दा मेरे परमेश्वर। आज उस परिवार दी तरह, उस परिवार दी तरह, उस बाज दी तरह उस परिवार नु, उस एक एक परिवार नु बना मेरे परमेश्वर। तुसी बनाउण वाले परमेश्वर हो मेरे खुदा, तुसी करन वाले परमेश्वर हो मेरे खुदा, तुसी करन वाले परमेश्वर हो मेरे खुदा। तुसी किहा मेरे परमेश्वर कि जिने जिने मेरे अगे शब्दां नू रखिया मैं पूरा किया मेरे परमेश्वर। अज तुहाडे अगे शब्दां नू रख दिया मेरे परमेश्वर, अपने हत्थां नू उठा के मेरे परमेश्वर, अपने मुंह नू खोल के मेरे परमेश्वर तुहाडे अगे अपने शब्दां नू रख दिया मेरे परमेश्वर कि जिथे जिथे अधूरा है मेरे परमेश्वर ओनू हटा और अपने अपने उस संपूर्णताई दे नाल भर मेरे परमेश्वर। जिथे जिथे फेलियर है मेरे परमेश्वर ओनू अपनी सक्सेस दे नाल भर मेरे परमेश्वर। जिथे जिथे बीमारी दा प्रभाव है मेरे परमेश्वर ओनू हटा के मेरे परमेश्वर अपने बल दे नाल भर मेरे परमेश्वर। जिथे जिथे कमजोर हिस्सा है मेरे परमेश्वर, कोई पेन वाला हिस्सा है मेरे परमेश्वर ओनू हटा मेरे परमेश्वर और बल दे नाल भर मेरे परमेश्वर, बल दे नाल भर मेरे परमेश्वर। तुसी भर दिता मेरे परमेश्वर, मैं विश्वास कर दिया मेरे परमेश्वर। ओ काब दी तरह नवा बल मेरे परमेश्वर, ओ काब दी तरह नवा बल मेरे परमेश्वर, ओ सुकाब दी तरह नवा बल, नवे खंभ, नवे चुंज, नवे पंजे, सब कुछ मेरे परमेश्वर उस सुकाब दी तरह बल मेरे परमेश्वर। तुसी नवा करना आयो मेरे परमेश्वर, तुसी नवा करना आयो मेरे परमेश्वर। तुसी साडे घरां दे विच, साडे परिवारां दे विच इस साल सब कुछ नवा कर दिता मेरे परमेश्वर, ओ नवा कर दिता मेरे परमेश्वर। ओ मेरे नबी दे शब्दां नू मेरे जीवन च पूरा कर दिता मेरे परमेश्वर। ओ एक जुटता वाला मन मेरे परमेश्वर तुसी सानू दे दिता मेरे परमेश्वर। ओ बल बल वाला शरीर मेरे परमेश्वर, ओ गाब दी तरह बल वाला शरीर मेरे परमेश्वर तुसी मेरे घरां नू परिवारां नू दे दिता मेरे परमेश्वर। पवित्र आत्मा जी असी तुहाडे एक एक शब्द दा ऑनर करदे आ मेरे परमेश्वर, असी तुहाडे इन्हां शब्दां दा ऑनर करदे आ मेरे परमेश्वर और इन्हां नू अपने जीवन च पूरा हुंदा होया देखना चाहुंदे आ मेरे परमेश्वर। इन्हां नू पूरा कर मेरे परमेश्वर, इन्हां नू अपने 1000 गुणा बरकत दे नाल भर मेरे परमेश्वर। इन्हां नू साडे जीवनां च पूरा कर मेरे परमेश्वर, मेरे घरां च पूरा कर, मेरे परिवारां च, मेरे भैण भरावां दे विच पूरा कर मेरे परमेश्वर। पवित्र आत्मा जी मैं तुहाडे एक एक शब्द ऑनर कर दिया मेरे परमेश्वर, मैं तुहाडे एक एक शब्द नू आदर दिंदी आ मेरे परमेश्वर। ओ तुहाडे नाल एक मन हुंदी आ मेरे परमेश्वर, तुहाडे नाल एक जुट हुंदी आ मेरे परमेश्वर। मैं तुहाडे अंदर अपने उस गहराई, तुहाडी गहराई नू अपने अंदर लैंदी आ मेरे परमेश्वर। मैं तुहाडे नाल रिश्ता गूढ़ा कर दिया मेरे परमेश्वर। पवित्र आत्मा जी मैं तुहाडा ऑनर कर दिया मेरे परमेश्वर, मैं तुहानू ऑनर दिंदी आ मेरे परमेश्वर। मैं तुहाडा धन्नवाद, तुहाडा शुक्र कर दिया मेरे परमेश्वर। तुहाडा एक एक शब्द मेरे परमेश्वर जो 2026 दे विच मिलिया मेरे परमेश्वर, ओ मेरे घर च, मेरे परिवार च पूरा हो चुका, हो चुका, हो चुका, हो चुका मेरे परमेश्वर। हालेलुया। इस दुआ नू मेरे परमेश्वर यीशु मसीह दे जिंदा नाम दे विच पिता दे कोलों मंगदी और पा लैंदी आ। आमीन।